ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੇ ਮੁਹੱਬਤ ਐਪੀਸੋਡ 5 ਪੰਜਵਾਂ ਭਾਗ ਸਿੱਧਕ ਇਸ ਆਵਰ ਟੌਪਿਕ ਟੁਡੇ। ਸਿੱਧਕ ਕੀ ਹੁੰਦਾ ਹੈ? ਸਿੱਧਕ is one of the most important thing in Sikhi along with many other virtues। ਸਿੱਧਕ ਜਿਹੜਾ ਹੈ ਪਹਿਲਾਂ ਆਪਾਂ ਇਹਦਾ ਡੈਫੀਨੇਸ਼ਨ ਸਿੱਖਣਾ ਹੈ, then the importance of ਸਿੱਧਕ, what are the importance, and then what is expect out of a Sikh, how would you want to inbuild your ਸਿੱਧਕ, and ਸਿੱਧਕ ਤੇ ਰਹਿਣਾ ਕਿਵੇਂ ਹੈ। ਤੇ ਜਦੋਂ ਆਪਾਂ ਸਿੱਧਕ ਦੀ ਗੱਲ ਕਰੀਏ ਨਾ, ਸਿੱਧਕ is walking on Guru's path and how consistently you can walk on the Guru's path under all circumstances। ਤੇ ਫਿਰ ਕੀ ਹੈ, what can you get or what can other people offer you for your siddak? See, if someone want to buy over your siddak, is that possible? Then you come to faith. Now siddak needs faith, because siddak is you stand still, you have a complete faith, that is called siddak. So then we are going to look into 3 sakhis. We are going to vichar 3 sakhis, then we see how we go along. Okay, now first thing is definition of siddak. Now siddak is that you are unshakable, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ, ਤੁਹਾਡਾ ਦ੍ਰਿੜ ਵਿਸ਼ਵਾਸ ਹੈ। Your faith is such that nobody can change it under any circumstances। ਤੇ ਤੁਹਾਡਾ ਫੇਥ ਇੰਨਾ ਜ਼ਿਆਦਾ ਹੈ, ਤੁਹਾਡਾ ਕਨਵਿਕਸ਼ਨ ਇੰਨਾ ਜ਼ਿਆਦਾ ਹੈ ਗੁਰੂ ਦੇ ਉੱਤੇ ਕਿ ਤੁਹਾਨੂੰ ਭਾਵੇਂ ਕੋਈ ਕੁਝ ਵੀ ਦੇਵੇ ਉਹਦੇ ਬਦਲੇ, ਵੀ ਮੈਂ ਤੁਹਾਨੂੰ, ਤੁਸੀਂ ਸਿੱਖੀ ਛੱਡ ਦਿਓ, ਮੈਂ ਤੁਹਾਨੂੰ ਇਹ ਦੇਵਾਂਗਾ ਉਹ ਦੇਵਾਂਗਾ। You can let go everything, every possible thing that a human can dream of। ਉਹ ਸਭ ਕੁਝ ਛੱਡ ਕੇ ਤੁਸੀਂ ਆਪਣਾ ਜਿਹੜਾ ਆਪਣਾ ਧਰਮ ਰੱਖਣਾ, ਇਹਨੂੰ ਸਿੱਧਕ ਕਹਿੰਦੇ ਆ। ਦੂਸਰੀ ਗੱਲ ਹੈ, ਤੇ ਗੁਰੂ ਤੇ ਇੰਨਾ ਟਰਸਟ ਤੇ ਕੌਨਫੀਡੈਂਸ ਚਾਹੀਦਾ ਹੈ ਕਿ ਜੋ ਗੁਰੂ ਕਹਿੰਦਾ ਹੈ ਨਾ ਉਹ ਠੀਕ ਹੈ। I can be wrong, the whole world can be wrong, but my Guru can never be wrong। ਫਿਰ ਗੁਰੂ ਨੂੰ ਇੰਨਾ ਪਿਆਰ ਕਰਨਾ ਕਿ ਮਨ, ਸਰੀਰ ਤੇ ਆਪਣੀ ਤਨ ਤੋਂ ਉੱਤੇ ਗੁਰੂ ਨੂੰ ਜਾਣਨਾ। ਮੇਰੇ ਸਰੀਰ ਤੋਂ ਵੱਧ ਮੈਨੂੰ ਗੁਰੂ ਪਿਆਰ ਹੈ, ਮੇਰੇ ਮਨ ਤੋਂ ਵੱਧ ਮੈਨੂੰ ਗੁਰੂ ਪਿਆਰ ਹੈ, ਮੇਰੀ ਵੈਲਥ ਤੋਂ ਵੱਧ ਮੈਨੂੰ ਗੁਰੂ ਪਿਆਰ ਹੈ। ਸੋ ਵੈਨ ਯੂ ਕਮ ਟੂ ਦਿਸ ਸਟੇਜ, ਇਸ ਸਟੇਜ ਤੇ ਜੋ ਪਹੁੰਚਦੇ ਉਹਨੂੰ ਕਹਿੰਦੇ ਆ ਸਿੱਧਕ। ਹੁਣ ਸਿੱਧਕ ਜਿਹੜਾ ਹੈ ਕਿੱਥੋਂ ਤੱਕ ਆਪਾਂ ਰੱਖਣਾ? ਓਕੇ, ਨਾਓ ਲੈਟਸ ਸਟੱਡੀ ਸਿੱਧਕ ਫਰਸਟ। ਭਾਈ ਗੁਰਦਾਸ ਜੀ ਨੇ ਇਹਦੇ ਬਾਰੇ ਆਪਾਂ ਨੂੰ ਦੱਸਿਆ, ਪਰ ਭਾਈ ਗੁਰਦਾਸ ਦੀ ਪੌੜੀ ਤੋਂ ਜਾਣ ਤੋਂ ਪਹਿਲਾਂ ਆਪਾਂ ਵਿਚਾਰ ਕਰੀਏ ਕਿ ਸਿੱਖਾਂ ਦੀ ਭਗਤਮਾਲ ਦੇ ਵਿੱਚ ਨਾ ਭਾਈ ਮਨੀ ਸਿੰਘ ਸ਼ਹੀਦ ਨੇ ਕੀ ਲਿਖਿਆ। ਉਹ ਕਹਿੰਦੇ ਸਿੱਧਕ ਜਿਹਾ, ਕਿਉਂਕਿ ਇਹ ਬਚਨ ਜਿਹੜੇ ਆ ਨਾ ਭਾਈ ਮਨੀ ਸਿੰਘ ਸ਼ਹੀਦ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਦੱਸੇ। ਹੀ ਹਰਡ ਫਰੋਮ ਗੁਰੂ ਗੋਬਿੰਦ ਸਿੰਘ ਜੀ ਡਾਇਰੈਕਟਲੀ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਚਨ ਮੈਨੂੰ ਕਹੇ ਹਨ, ਤੇ ਜੋ ਉਹਨਾਂ ਨੇ ਸਿੱਖਾਂ ਦੀ ਭਗਤਮਾਲ ਵਿੱਚ ਲਿਖਿਆ। ਸ਼ਹੀਦ ਭਾਈ ਮਨੀ ਸਿੰਘ ਜੀ ਕਹਿੰਦੇ ਸਿੱਧਕ ਜਿਹਾ ਤੇ ਨਾਮ ਜਿਹੀ, ਹੋਰ ਪਦਾਰਥ ਚੀਜ਼ ਕੋਈ ਨਹੀਂ। ਕਹਿੰਦੇ ਗੁਰੂ ਜਿਹੜਾ ਹਨ, ਦੇਖੋ ਨਾ ਸਿੱਧਕ, ਜਿਹੜਾ ਸਿੱਧਕ ਤੇ ਨਾਮ, ਇਹ ਤੋਂ ਬਗੈਰ ਜਿਹੜੀ ਹਨ ਇਹਦੇ ਵਰਗੀਆਂ ਮਹਾਨ, ਦ ਮੋਸਟ ਪ੍ਰੈਸ਼ੀਅਸ ਥਿੰਗਸ ਇਹ ਲਾਈਫ ਦੇ ਵਿੱਚ ਹੋਰ ਕੋਈ ਨਹੀਂ ਹੈ। ਇਹੀ ਦੋ ਨੇ, ਇੱਕ ਸਿੱਧਕ ਹੈ, ਇੱਕ ਨਾਮ ਹੈ ਪਰਮਾਤਮਾ ਦਾ। ਦ ਮੋਸਟ ਪ੍ਰੈਸ਼ੀਅਸ ਥਿੰਗਸ ਦੈਟ ਯੂ ਕੈਨ ਹੈਵ ਇਨ ਯੋਰ ਲਾਈਫ। ਫਿਰ ਕਹਿੰਦੇ ਵਾਹਿਗੁਰੂ ਜਪਣਾ ਤੇ ਵੰਡ ਛਕਣਾ। ਵਾਹਿਗੁਰੂ ਵਾਹਿਗੁਰੂ ਕਰਨਾ, ਸਿਮਰਨ ਕਰਨਾ, ਤੇ ਫਿਰ ਵੰਡ ਕੇ ਛਕਣਾ। ਜਿੰਨੀ ਤੁਹਾਡੀ ਕਮਾਈ ਹੈ ਤੁਸੀਂ ਸ਼ੈ ਕਰਕੇ ਖਾਣੀ। ਕਹਿੰਦੇ ਇਹ ਰਹਿਤਾ ਹੈ, ਇਹ ਰਹਿਤ ਹੈ ਗੁਰੂ ਕਿ ਵਾਹਿਗੁਰੂ ਜਪਣਾ ਤੇ ਵੰਡ ਛਕਣਾ, ਇਹ ਰਹਿਤ ਹੈ, ਇਹ ਰਹਿਣੀ ਹੈ ਸਿੱਖ ਦੀ। ਤੇ ਕਹਿੰਦੇ ਹੋਰ ਸੁੱਖ ਹੈ, ਬਾਕੀ ਦਾ ਕਹਿੰਦੇ ਸਾਰਾ ਹੀ ਸੁੱਖ ਹੋਵੇਗਾ, ਕਿਤੇ ਕੋਈ ਦੁੱਖ ਨਹੀਂ ਆਵੇਗਾ। ਨਾ ਅਲਟੀਮੇਟ ਆਪਣਾ ਜਿਹੜਾ ਪੁਆਇੰਟ ਹੈ ਇਹ ਲਾਈਫ ਦਾ, ਜੋ ਵੀ ਆਪਾਂ ਕੁਝ ਕਰਦੇ ਹਾਂ ਅੱਜ ਸਿਰਫ ਇੱਕ ਚੀਜ਼ ਕਰਕੇ ਕਰਦੇ ਹਾਂ, to be happy। but along the way when you your pursuit for happiness ਜਿਹੜਾ ਹੁੰਦਾ ਹੈ ਨਾ, ਤੁਸੀਂ ਉਹ ਖੁਸ਼ੀ ਵਾਸਤੇ ਬਹੁਤ ਕੁਝ ਕਰਦੇ ਹੋ। ਕੀ ਹੁੰਦਾ ਹੈ along the way ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਇਹ ਕਿਉਂ ਕਰ ਰਹੇ ਹਾਂ। you see, you want to have a lot of money in your life, you want to have a good family,
You want to have a lot of people that likes you, your friends, your surrounding, your respect. ਆਪਾਂ ਨੂੰ ਇਹ ਸਭ ਕੁਝ ਚਾਹੀਦਾ ਹੈ, ਪਰ ਕੀ ਹੁੰਦਾ along the way when you do your hard work, you want to achieve what was initially what you want. Initially ਆਪਾਂ ਇਹ ਚੀਜ਼ਾਂ ਲੈਣੀਆਂ ਸੀ, ਤਾਂ ਹੀ ਤਾਂ ਆਪਾਂ ਕੰਮ ਕੀਤਾ, ਤਾਂ ਹੀ ਤਾਂ ਆਪਾਂ ਨੌਕਰੀ ਪਾ ਲਈ, ਨੌਕਰੀ ਪਾਉਣ ਤੋਂ ਪਹਿਲਾਂ ਆਪਾਂ ਪੜ੍ਹਾਈ ਕੀਤੀ. All those things that you have done in your life, but the sad part is we have lost our way along the way. ਕੀ ਹੁੰਦਾ ਹੈ ਜੀ, ਪਹਿਲਾਂ ਕੰਮ ਕੀਤਾ, ਕੰਮ ਕਿਉਂ ਕਰਨਾ ਸੀ? Want to have enough money so that you can get married. ਮੈਰਿਡ ਕਰਕੇ ਵਿਆਹ ਕਰਾ ਕੇ ਫਿਰ ਇੱਕ ਬੱਚਾ ਕਹਿੰਦਾ ਵੀ ਬੱਚਿਆਂ ਵਾਸਤੇ ਪੈਸਾ ਹੋ ਜਾਵੇ, ਫਿਰ ਕਹਿੰਦਾ ਇਹਨਾਂ ਦੀ ਪੜ੍ਹਾਈ ਪੂਰੀ ਹੋ ਜਾਵੇ, ਘਰ ਮਿਲ ਜਾਵੇ, ਇਹ ਹੋ ਜਾਵੇ, ਚਲੋ ਲੋੜਾਂ ਵੀ ਪੂਰੀਆਂ ਹੋ ਗਈਆਂ. ਬਟ ਦੈਨ ਅਲੋਂਗ ਦ ਵੇ ਕੀ ਹੁੰਦਾ, ਬੰਦੇ ਨੂੰ ਜਿਹੜਾ ਹੈ ਮੋਹ ਪੈ ਜਾਂਦਾ ਹੈ, ਲੋਭ ਆ ਜਾਂਦਾ ਹੈ. ਉਹ ਕੀ ਕਰਦਾ ਹੈ, ਉਹ ਪੈਸੇ ਕਮਾਉਂਦਾ 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 ਹੰਕਾਰ ਬਿਲਟ ਅਲੋਂਗ ਦ ਵੇ. ਜਦੋਂ ਹੰਕਾਰ ਵੱਧ ਜਾਂਦਾ ਹੈ, ਫਿਰ ਜਿਹਦੇ ਕਰਕੇ ਕਮਾਇਆ ਸੀ ਫੈਮਿਲੀ ਕਰਕੇ, ਉਹਨਾਂ ਨਾਲ ਲੜਨਾ ਸ਼ੁਰੂ ਕਰ ਦਿੰਦਾ, ਉਹਨਾਂ ਨਾਲ ਝਗੜੇ ਸ਼ੁਰੂ ਕਰ ਦਿੰਦਾ, ਉਹਨਾਂ ਨਾਲ ਲੜਾਈਆਂ ਪੜ੍ਹਾਈਆਂ ਸਭ ਕੁਝ ਹੋਣ ਲੱਗਦਾ. ਦੈਨ for them you did all this, you have earned so much of money, at last the same family you start ignoring them. ਉਹਨਾਂ ਨੂੰ ਇਗਨੋਰ ਕਰਕੇ ਤੁਸੀਂ ਆਪਣੇ ਹੰਕਾਰ ਦੇ ਰਸਤੇ ਤੇ ਤੁਰ ਪੈਂਦੇ ਹੋ. ਸੋ along the way ਜਾਂਦਿਆਂ 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 ਕੀ ਹੁੰਦਾ, ਪੈਸਾ ਬਹੁਤ ਹੋ ਗਿਆ, end of the day you don't have a family. You don't have people who loves you. Everybody hates you. Everybody thinks that you are a competitor to them. ਸਭ ਕੁਝ ਹੋ ਗਿਆ ਜੀ, at last ਬੰਦਾ ਫਿਰ ਰੋਂਦਾ ਪਿੱਟਦਾ ਮਰ ਜਾਂਦਾ. See, this is where we have lost our path. ਆਪਾਂ ਭੁੱਲ ਜਾਂਦੇ ਹਾਂ. ਇਸ ਕਰਕੇ ਮਹਾਰਾਜ ਜੀ ਇੱਕ ਗੱਲ ਕਹਿੰਦੇ ਆ ਨਾ ਇੱਥੇ, ਕਹਿੰਦੇ ਵਾਹਿਗੁਰੂ ਜਪਣਾ ਤੇ ਵੰਡ ਛਕਣਾ. See, you can have how much money you want. The money is not the harm, but the greed, the attachment that you have, that is dangerous. The money itself is not dangerous. ਉਹਦੇ ਵਿੱਚ ਕੋਈ ਗੁਨਾਹ ਨਹੀਂ ਗਾ, ਪਰ how you perceive them, ਉਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਜਾਂਦਾ. ਸੋ ਇਸ ਕਰਕੇ ਮਹਾਰਾਜ ਨੇ ਕਿਹਾ ਇਹ ਰਹਿਤਾ ਹੈ, ਇਹ ਰਹਿਤ ਹੈ. ਜੇ ਇੱਥੇ ਰਹੋਗੇ ਤਾਂ ਤੁਸੀਂ ਖੁਸ਼ ਰਹੋਗੇ. That's why people always say go back to your basics. You must know the cause, the reason you are doing something. When you started something, what was your reason? See, initially a person goes to Gurudwara, his initial ਜਿਹੜੀ ਹੁੰਦੀ ਆ ਉਹ ਕੀ ਹੁੰਦਾ, ਮੈਂ ਸੇਵਾ ਕਰਨੀ ਹੈ, ਮੈਂ ਗੁਰੂ ਦੀ ਖੁਸ਼ੀ ਲੈਣੀ ਹੈ. ਅਲੋਂਗ ਦ ਵੇ ਜਾਂਦਾ 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 ਹੰਕਾਰ ਚੜ ਜਾਂਦਾ, ਫਿਰ ਪ੍ਰਧਾਨ ਬਣ ਜਾਂਦਾ ਗੁਰਦੁਆਰਾ ਦਾ, ਫਿਰ ਇੱਕ ਟਰਸਟੀ ਬਣ ਜਾਂਦਾ, ਫਿਰ ਗੁਰਦੁਆਰੇ ਦਾ ਮਾਲਕ ਬਣ ਕੇ ਬਹਿ ਜਾਂਦਾ. ਸਭ ਕੁਝ ਨਾ, ਆਈ ਮੀਨ ਹੀ ਫੋਰਗੇਟਸ ਦ ਇਨੀਸ਼ੀਅਲ ਇੰਟੈਂਸ਼ਨ ਕੀ ਸੀ ਉਹਦੀ, ਉਹ ਭੁੱਲ ਜਾਂਦੇ. ਸੋ ਮਹਾਰਾਜ ਉਹ ਗੱਲ ਕਹਿ ਰਹੇ ਆ ਵੀ ਉਹ ਗੱਲ ਨਾ ਕਿਤੇ ਭੁੱਲੋ, ਸਿੱਧਕਤਾ ਬਣੇਗਾ. ਓਕੇ, ਹੁਣ ਇੱਕ ਸਿੱਖ ਤੋਂ ਕੀ ਚਾਹੀਦਾ ਹੈ, what is expected from a Sikh? ਪਹਿਲੀ ਗੱਲ ਹੈ ਕਿ ਸਿੱਖ ਹਿਸਟਰੀ ਦੇ ਵਿੱਚ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, why is Sikh history so important? Because ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਸਿੱਖਾਂ ਨੇ ਸਿੱਖੀ ਨੂੰ ਕਿਵੇਂ ਕਮਾਇਆ, ਤੇ ਉਹ ਸਿੱਖੀ ਜਿਹੜੀ ਉਹਨਾਂ ਨੇ ਕਮਾਈ ਆ, was it accepted by the Guru or not accepted by the Guru? Because it is thin line, you know, ਬਹੁਤ thin line ਹੁੰਦੀ ਹੈ ਗੱਲਾਂ ਵਿੱਚ. ਸੋ ਕਈ ਵਾਰੀ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਆਪਾਂ ਗਲਤ ਹੁੰਦੇ ਆ. You never know, it's of thin line. So that's why ਆਪਾਂ ਨੂੰ ਉਹ ਸਾਖੀਆਂ ਪੜ੍ਹਨੀਆਂ ਪੈਂਦੀਆਂ to see whether we are walking on the right path. We have to just check and balance ਦਾ ਵਾਲਾ ਕੰਮ ਹੁੰਦਾ. Now, ਭਾਈ ਗੁਰਦਾਸ ਨੇ ਇੱਕ ਸਿੱਖ ਦੇ ਬਾਰੇ ਨਾ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਫੇਥ ਇੰਨਾ ਜ਼ਿਆਦਾ ਚਾਹੀਦਾ ਹੈ ਕਿ ਜੋ ਗੁਰੂ ਨੇ ਰਸਤਾ ਬਣਾਇਆ ਹੈ ਉਹਦੇ ਉੱਤੇ ਉਹ ਅੱਖਾਂ ਬੰਦ ਕਰਕੇ ਵੀ ਤੁਰਦਾ ਹੈ. He doesn't want to even see the path. He walks. My Guru asked me to walk, I just walk. See, with that, what happens here is your intelligence gets out of the way. Your reasoning gets out of the way. ਉਹ ਸਾਰੀਆਂ ਚੀਜ਼ਾਂ ਪਾਸੇ ਹੋ ਕੇ ਇੱਕ ਫੇਥ ਤੁਹਾਡੇ ਕੋਲ ਰਹਿ ਗਿਆ, ਬਸ ਉਹਨੂੰ ਕਹਿੰਦੇ ਆ ਸਿੱਧ. See, when you start reasoning things, you know, this one can be like that, this one can be like that, this one can, oh, this is a school of thought number 1, school of thought number 2, this is school number 3. ਤੁਸੀਂ ਕੀ ਲੈਣਾ ਭਾਈ? ਤੁਸੀਂ ਆਪਣੀ ਜ਼ਿੰਦਗੀ ਵਿੱਚ ਸਿੱਧਕ ਕਮਾਉਣਾ ਹੈ, ਤੁਸੀਂ ਸਿੱਖ ਬਣਨਾ ਹੈ, that's it. You don't care what the opinions are, what the school of thoughts are, because ਗੁਰੂ ਦਾ ਮਾਰਗ ਤਾਂ ਇੱਕੋ ਹੀ ਹੈ, ਦੋ ਮਾਰਗ ਤਾਂ ਹੈ ਨਹੀਂ. See, you never bring to your mind there is an alternative path of Sikhi. No ਭਾਈ, that's no. ਇੱਕੋ ਹੀ ਪਾਥ ਹੈ, ਇੱਕੋ ਹੀ ਹੈ. ਤੁਰਨ ਵਾਲੇ ਬਹੁਤ ਹੁੰਦੇ ਨੇ, ਕੋਈ ਘੜੀਸ ਕੇ ਤੁਰਦਾ, ਕੋਈ ਸਿੱਧਾ ਤੁਰਦਾ, ਕੋਈ ਘੜੀਸਦਾ ਜਾਂਦਾ, ਕੋਈ ਜਿਹੜਾ ਕਰੋਲ ਕਰਦਾ ਜਾਂਦਾ. ਰਸਤੇ ਦੇ ਵਿੱਚ ਤੁਰਦੇ ਬਹੁਤ ਤਰ੍ਹਾਂ ਦੇ ਲੋਕ ਹੋਣਗੇ, ਪਰ ਰਸਤਾ ਉਹੀ ਹੈ. ਓਕੇ, ਹੁਣ ਜਿਹੜਾ ਫੇਥ ਆ ਨਾ ਗੁਰੂ ਦੇ ਮਾਰਗ ਵਾਲਾ, ਕਹਿੰਦੇ ਉਹਨੂੰ ਮੰਨਣਾ ਕਿ ਮੇਰਾ ਫੇਥ ਮੇਰੇ ਗੁਰੂ ਦਾ ਸਭ ਤੋਂ ਉੱਚਾ ਹੈ.
You see, our Sikhs have made a big mistake. ਆਪਾਂ ਪਤਾ ਕੀ ਕਹਿੰਦੇ ਲੋਕਾਂ ਨੂੰ, ਉਹ our faith, we respect all other faith, we think everybody is equal, our faith is the same. ਹੁਣ ਫਿਰ ਕੀ ਹੁੰਦਾ ਜਦੋਂ ਭਲਕੇ ਤੁਹਾਡਾ ਬੱਚਾ ਕਨਵਰਟ ਹੁੰਦਾ ਹੈ, ਕਹਿੰਦੇ ਮਾਪੇ ਤੂੰ ਮੈਨੂੰ ਦੱਸਿਆ ਸੀ all faith are equal, now I convert, so what? Why are you crying? Why are you objecting? If you say the Sikh faith is equivalent to other faith, then if I go to other faith, so what? I can find God there also, I can find God here also, so what are you going to answer? See, the most important thing is you must always know this, and our faith, Sikh faith, we got all the facts to prove our faith is the most superior faith in the world. Most serious, superior faith. ਇਹਦੇ ਵਰਗਾ faith ਤੁਹਾਨੂੰ ਦੁਨੀਆ 'ਚ ਨਹੀਂ ਮਿਲਦਾ। ਇਹੀ ਇੱਕੋ ਇੱਕ faith ਆ ਅੱਜ ਜਿਹੜਾ ਤੁਹਾਨੂੰ ਰੱਬ ਤੱਕ ਮਿਲਾਉਂਦਾ। That's it. Other faith can never take you to God. I can tell you this today. Never. ਹੁੰਦਾ ਹੀ ਨਹੀਂ। ਬਾਕੀ ਸਾਰੀਆਂ ਪੋਲਿਟਿਕਸ ਚੱਲਦੀਆਂ ਨੇ, ਬਾਕੀ ਸਾਰਾ ਡੋਮੀਨੇਸ਼ਨ ਚੱਲਦੇ ਨੇ, ਉਹ ਸਭ ਕੁਝ ਹੁੰਦਾ ਹੋਰ ਫੇਥ ਦੇ ਵਿੱਚ। ਆਪਣੇ ਫੇਥ ਵਿੱਚ ਬਿਲਕੁਲ ਇਹ ਗੱਲਾਂ ਨਹੀਂ ਹੁੰਦੀਆਂ। ਸਿੱਧਾ ਪੱਧਰਾ ਰਸਤਾ ਹੈ ਤੇ ਆਪਣਾ ਫੇਥ ਸਭ ਤੋਂ ਸਰਵੋਤਮ ਫੇਥ ਹੈ, ਕਿਉਂਕਿ ਇਹਦਾ ਪ੍ਰੂਫ ਕੀ ਹੈ? ਜਿੰਨੇ ਵੀ ਰਿਲੀਜੀਅਸ ਪਰਸਨ ਦੁਨੀਆ ਦੇ ਹੋਏ, ਜਦੋਂ ਕਿਤੇ ਵੀ ਉਹਨਾਂ ਦੀ ਬਿਰਤੀ ਪਰਮਾਤਮਾ ਨਾਲ ਜੁੜੀ ਨਾ, ਉਹਨਾਂ ਨੇ ਇੱਕੋ ਗੱਲ ਕਹੀ, ਇੱਕੋ ਫੇਥ ਆ ਦੁਨੀਆ ਦਾ, ਉਹ ਸਿੱਖ ਧਰਮ ਹੈ। ਇਹ ਗੱਲ ਜਿਹੜੀ ਹੈ ਵੱਡੇ ਤੋਂ ਵੱਡੇ ਬੰਦੇ ਨੇ ਵੀ ਕਹੀ ਆ ਜਿਹੜਾ ਪਰਮਾਤਮਾ ਜੁੜਿਆ ਹੋਇਆ। ਦੇਖੋ ਜਹਾਂਗੀਰ ਦੇ ਟਾਈਮ ਤੇ ਮੀਆਂ ਮੀਰ ਸੀਗਾ। ਹੁਣ ਮੀਆਂ ਮੀਰ ਜਿਹੜਾ ਸੀਗਾ ਉਹਨੂੰ ਜਹਾਂਗੀਰ ਵੀ ਮੱਥਾ ਟੇਕਦਾ ਸੀ, ਸ਼ਾਹਜਹਾਨ ਵੀ ਮੱਥਾ ਟੇਕਦਾ ਰਿਹਾ। ਉਹ ਮੀਆਂ ਮੀਰ ਦਾ ਮੱਥਾ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਝੁਕਦਾ ਸੀਗਾ। ਫਿਰ ਉਹਨੂੰ ਇੱਕ ਦਿਨ ਮੁਸਲਮਾਨਾਂ ਨੇ ਪੁੱਛਿਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਮੱਥਾ ਟੇਕਿਆ ਕਰਦਾ ਸੀਗਾ। ਉਹਨੂੰ ਮੁਸਲਮਾਨਾਂ ਨੇ ਪੁੱਛਿਆ, ਕਹਿੰਦੇ ਤੈਨੂੰ ਤਾਂ ਬਾਦਸ਼ਾਹ ਵੀ ਮੱਥਾ ਟੇਕਦੇ ਨੇ ਤੇ ਤੂੰ ਗੁਰੂ ਨੂੰ ਕਿਉਂ ਮੱਥਾ ਟੇਕਦਾ? He told one thing, ਕਹਿੰਦਾ ਅਸੀਂ ਜੋ ਖੁਦਾ ਦੇ ਬੰਦੇ ਹੁੰਦੇ ਆ ਨਾ, ਜੋ ਸਾਡੀ ਬਿਰਤੀ ਉੱਤੇ ਹੁੰਦੀ ਆ ਨਾ, ਮੈਂ ਸਭ ਤੋਂ ਉੱਤੇ ਜਦੋਂ ਮੈਂ ਅੱਲਾ ਵੱਲ ਧਿਆਨ ਕਰਦਾ ਨਾ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦਿਸਦੇ ਆ ਕਰੋਨ ਤੇ ਬੈਠੇ। ਵੱਡੇ ਤੋਂ ਵੱਡੇ ਬੰਦੇ ਨੇ ਵੀ ਇਹ ਗੱਲ ਤੁਹਾਨੂੰ ਕਹੀ ਹੈ, ਤੁਸੀਂ ਪੜ੍ਹ ਕੇ ਦੇਖ ਲਓ। ਪਰ ਜਿਹੜਾ ਸੱਚਾ ਬੰਦਾ ਉਹਨੇ ਇਹੀ ਗੱਲ ਕਹੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਜਦੋਂ ਉਹਨੂੰ ਔਰੰਗਜ਼ੇਬ ਨੇ ਪੁੱਛਿਆ ਕਿ ਇਸਲਾਮ ਧਰਮ ਵੀ ਹੈ, ਹਿੰਦੂ ਧਰਮ ਵੀ ਹੈ, ਤੁਸੀਂ ਤੀਜਾ ਧਰਮ ਕਿਉਂ ਤੋਰਿਆ? ਜਿਸ ਤੂੰ ਫੇਥ ਸਾਦਾ ਹੈ, ਕਿਉਂ ਇਹ ਚੰਗੇ ਨਹੀਂ ਹੈ? ਗੁਰੂ ਮਹਾਰਾਜ ਨੇ ਉੱਥੇ ਮਿਰਚਾਂ ਜਿਹੜਾ ਆਪਣੇ ਹੁੰਦੇ ਆ ਨਾ, ਕੀ ਆਪਣੇ ਕੀ ਕਹਿੰਦੇ ਉਹਨਾਂ ਨੂੰ, ਕਾਲੀਆਂ ਮਿਰਚਾਂ ਨੂੰ, ਪੈਪਰ। ਸੋ ਉਹਨਾਂ ਨੇ ਪੈਪਰ ਜਿਹੜਾ ਸੀਗਾ 40 ਕਿਲੋ ਓਵਰ ਸਾੜਿਆ। ਗੁਰੂ ਮਹਾਰਾਜ ਨੇ ਕਿਹਾ 3 ਦਿਨਾਂ ਵਾਸਤੇ ਸਾੜੋ। 3 ਦਿਨਾਂ ਦਾ ਸਾੜ ਕੇ ਦਿਨ ਉਹਨੂੰ ਛਾਣ ਕੇ ਉਹਦੇ ਵਿੱਚੋਂ 3 ਪੀਸਸ ਜਿਹੜੇ ਸੀਟ ਸੀਗੇ ਉਹ ਕੱਚੇ ਰਹਿ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਕਹਿੰਦੇ ਦੇਖੋ ਇਹ ਜਿਹੜਾ ਧਰਮ ਹੈ, ਤੁਸੀਂ ਜੇ ਦੋ ਤੋਂ ਇੱਕ ਬਣਾਉਣਾ ਚਾਹੁੰਦੇ ਹੋ, ਕੋਈ ਇਸਲਾਮ ਬਣਾਉਣਾ ਚਾਹੁੰਦਾ ਸੀ ਨਾ ਸਾਰਿਆਂ ਨੂੰ, ਉਹ ਕਹਿੰਦਾ 2 ਤੋਂ 3 ਬਣਨਗੇ, ਇੱਕ ਸਿੱਖ ਧਰਮ ਬਣੇਗਾ। ਪਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਇਹ ਵੀ ਕਿਹਾ, ਜਦੋਂ ਤੱਕ ਸਿੱਖ ਧਰਮ ਰਹੇਗਾ, ਮੁਸਲਮਾਨ ਰਹੇਗਾ, ਹਿੰਦੂ ਰਹੇਗਾ। ਜੇ ਸਿੱਖ ਧਰਮ ਖਤਮ ਹੈ, ਇਹ ਵੀ ਨਹੀਂ ਰਹਿਣੇ। See, now the foundation of faith ਜਿਹੜੀ ਹੈ ਨਾ, ਉਹ ਸਿੱਖ ਧਰਮ। ਸਿੱਖ ਧਰਮ ਇੱਕ ਉਹ ਚੀਜ਼ ਆ, ਇੱਕ ਬੈਂਚਮਾਰਕ ਆ ਦੁਨੀਆ ਦੇ ਰਿਲੀਜਨਸ ਵਾਸਤੇ, ਕਿਉਂਕਿ ਇਹ ਫੇਥ ਦੇ ਵਿੱਚ ਨਾ ਕੋਈ ਪੋਲਿਟਿਕਸ ਨਹੀਂ, ਕੋਈ ਖੇਡ ਨਹੀਂ, ਕੋਈ ਚਤਰਾਈ ਨਹੀਂ। ਇੱਥੇ ਇੱਕੋ ਚੀਜ਼ ਆ, ਆਪਣੇ ਆਪ ਨੂੰ ਮਾਰ ਕੇ ਰੱਬ ਮਿਲਦਾ। ਹੋਰ ਧਰਮਾਂ ਦੇ ਵਿੱਚ ਆਪਣੇ ਆਪ ਨੂੰ ਬਣਾ ਕੇ ਫਿਰ ਆਪਾਂ ਰੱਬ ਬਾਰੇ ਸੋਚਦੇ ਹਾਂ। ਸੋ ਇਹ ਚੀਜ਼ ਜਿਹੜੀ ਹੈ ਆਪਣੇ ਬੱਚਿਆਂ ਨੂੰ ਤੁਹਾਨੂੰ ਦੱਸਣੀ ਪਵੇਗੀ। Respect, yes, you respect other faith, yes, but your faith is the most superior faith ਹੈ। ਇਹਦੇ ਵਰਗਾ faith ਦੁਨੀਆ ਵਿੱਚ ਨਹੀਂ। And the proof is what? How many sacrifices that Sikhs has given, the contribution that Sikhs has given in all the fields in the world. क्यों? Because we are the only one who can put ourselves aside and put our aim. ਆਪਾਂ ਆਪਣੀ ਏਮ ਵੱਲ ਜਾਂਦੇ ਆ, ਆਪਣੇ ਆਪ ਵੱਲ ਨਹੀਂ ਦੇਖਦੇ। ਆਪਾਂ ਨਹੀਂ ਦੇਖਦੇ ਵੀ ਮੈਂ ਰਹਿ ਗਿਆ ਜਾਂ ਨਹੀਂ ਰਹਿ ਗਿਆ। ਇਹ ਚੀਜ਼ ਸਿਰਫ ਆਪਣਾ ਗੁਰੂ ਆਪਾਂ ਨੂੰ ਸਿਖਾਉਂਦਾ ਹੈ। ਸੋ ਅੱਗੇ ਚਲੀਏ। ਸਿੱਖ ਨੂੰ ਕਿਤੇ ਵੀ ਆਪਣੇ ਗੁਰੂ ਤੇ ਡਾਊਟ ਨਹੀਂ ਕਰਨਾ ਚਾਹੀਦਾ। ਕਿਤੇ ਨਹੀਂ ਕਹਿਣਾ ਚਾਹੀਦਾ ਮੇਰੇ ਗੁਰੂ ਨੇ ਇਹ ਨਹੀਂ ਕੀਤਾ ਜੀ, ਕੀਤਾ ਇਹ ਕੀਤਾ। ਐਂਡ ਦ ਅਦਰ ਥਿੰਗ ਇਜ਼ ਦਿਸ, ਜੇ ਕੋਈ ਕਵੇ ਗੁਰੂ ਨੇ ਸ਼ਕਤੀਆਂ ਦਿਖਾਈਆਂ, ਕਰਾਮਾਤਾਂ, ਯੈਸ, ਗੁਰੂ ਹੈਵ ਸ਼ੋਨ ਮਿਰੇਕਲਸ। ਵਾਈ? ਹੀ ਇਜ਼ ਗੋਡ, ਹੀ ਕੈਨ ਸ਼ੋ। It's nothing wrong in showing, but when our Guru shows a karamat, it's for the good of others, not to show that he is greater than other. गुरु दियां करामातां, yes, एक गल तो किदे ना क्या करो, करामात कहर है, यह कहर है। When you do it for yourself, for your ego, वो कहर जरूर है। पर गुरु दी मत जिहड़ी है किदे करामातां नूं ना नहीं करदी। पत्थर रोकिया गुरु ने, करामात नहीं की।
ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਕਾਬਾ ਘੁੰਮ ਗਿਆ, ਦੈਟਸ ਨਾਟ ਅ ਮਿਰੇਕਲ, ਦੈਟਸ ਅ ਮਿਰੇਕਲ। ਸੋ ਇਹ ਜਿਹੜਾ ਹੈ ਮਿਰੇਕਲਸ ਹੈਗੀਆਂ ਨੇ, ਇਹ ਗੱਲਾਂ ਵਿੱਚ ਨਾ ਆਇਆ ਕਰ। ਗੁਰੂ ਮਹਾਰਾਜ ਨੇ ਬਹੁਤ ਮਿਰੇਕਲਸ ਦਿਖਾਈਆਂ ਨੇ। ਗੁਰੂ ਅਮਰਦਾਸ ਮਹਾਰਾਜ ਆਪਣਾ ਗੁੱਠਾ ਲਾ ਕੇ ਮਰੇ ਨੂੰ ਜਿਉਂਦਾ ਕਰ ਦਿੰਦੇ ਸੀਗੇ। ਸੋ ਐਂਡ ਗੁਰੂ ਅਮਰਦਾਸ ਨੇ 22 ਇਅਰਸ ਵਾਸਤੇ ਡੈਥ ਜਿਹੜੀ ਹੈ ਨਾ ਗੋਇੰਦਵਾਲ ਸਾਹਿਬ 'ਚ ਨਹੀਂ ਆਉਣ ਦਿੱਤੀ। ਮਹਾਰਾਜ ਨੇ ਬਚਨ ਕੀਤਾ ਸੀ, ਸਾਡੀ ਗੁਰਿਆਈ ਦੇ ਸਮੇਂ ਮੌਤ ਨਹੀਂ ਆਏਗੀ। ਗੋਇੰਦਵਾਲ ਸਾਹਿਬ didn't have any death in 22 years, ਜੋ ਤੱਕ ਗੁਰੂ ਮਹਾਰਾਜ ਜੀ ਗੁਰੂ ਬਣੇ ਰਹੇ। ਸੋ ਇਹ ਕਰਾਮਾਤ ਨਹੀਂ ਗੀ। ਐਂਡ ਬਿਨਾਂ ਕਰਾਮਾਤਾਂ ਤੋਂ ਕੌਣ ਤੁਹਾਨੂੰ ਮੰਨਦਾ ਹੈ? who will believe you? ਐਂਡ ਉਸ ਤੋਂ ਬਾਅਦ ਵੀ ਕਿੰਨੀਆਂ ਕਰਾਮਾਤਾਂ ਹੋਰ ਸਿੱਖਾਂ ਨੇ ਦਿਖਾਈਆਂ, ਆਪਾਂ ਗਾਜ ਕਰਦੇ ਹਾਂ। ਸੋ you see, the only difference is the sun rises every day, we see the light, but owl ਜਿਹੜੀ ਹੁੰਦੀ ਹੈ, ਉਹ ਜਿਹੜਾ ਹੁੰਦਾ ਉਹ ਕੀ ਕਰਦਾ, ਉੱਲੂ ਜਿਹੜਾ ਹੁੰਦਾ ਉਹ ਅੱਖਾਂ ਬੰਦ ਕਰ ਲੈਂਦਾ। ਉਹ ਪਰਵਾਹੀ ਨਹੀਂ ਕਰਦਾ, ਇਗਨੋਰੈਂਟ ਆ ਨਾ, ਉਹਨੇ ਅੱਖਾਂ ਬੰਦ ਕਰ ਲਈਆਂ, ਕਹਿੰਦੇ ਸੂਰਜ ਨਹੀਂ ਹੈਗਾ, ਸੂਰਜ ਨਹੀਂ ਹੈਗਾ, ਸੂਰਜ ਨਹੀਂ ਹੈਗਾ, ਬਿਕੋਜ਼ the eyes are shut. He should open his eyes and see the suraj, right? So we are ignorant in that way. ਆਪਾਂ ਅੱਖਾਂ ਬੰਦ ਕਰ ਲੈਂਦੇ ਆ ਵੀ ਹਾਂ ਜੀ ਨਹੀਂ ਹੈਗਾ, ਨਹੀਂ ਹੈਗਾ, ਨਹੀਂ ਹੈਗਾ। ਡੋਂਟ, ਉਹ ਟ੍ਰੈਪ ਦੇ ਵਿੱਚ ਨਾ ਫਸਿਆ ਕਰੋ। ਓਕੇ, ਫਿਰ ਨਾਓ ਭਾਈ ਗੁਰਦਾਸ ਜੀ ਨੇ ਕਿਹਾ, ਹੁੰਦੇ ਵੈਰੀ ਗੁੱਡ ਐਗਜ਼ਾਮਪਲਸ। ਆਪਾਂ ਦੋ ਜਿਹੜਾ ਪੌੜੀਆਂ ਦੀ ਵਿਚਾਰ ਕਰਨੀ ਆ। ਪਹਿਲੀ ਹੈ, ਜੋ ਲੱਖ ਤਾਰੇ ਚਮਕਦੇ। ਦੇਖੋ ਨਾ, ਰਾਤ ਹੋਈ ਆ, ਜਦੋਂ ਰਾਤ ਹੁੰਦੀ ਆ ਐਟ ਨਾਈਟ, what do you see in the sky? ਕੀ ਦਿਸਦਾ ਹੈ ਜੀ? ਤਾਰੇ ਦਿਸਦੇ ਨੇ। ਜਿਹੜੇ ਸਟਾਰਸ ਹੁੰਦੇ ਨੇ, ਚੰਦਰਮਾ ਹੁੰਦਾ ਹੈ, ਸਟਾਰਸ ਚਮਕਦੇ ਨੇ, ਰਾਈਟ? ਸੋ ਕਹਿੰਦੇ ਜਿਉਂ ਲੱਖ ਤਾਰੇ ਚਮਕਦੇ, ਲੱਖ ਮੀਨਸ ਹੰਡਰਡਸ ਆਫ ਥਾਊਜ਼ੈਂਡ ਤਾਰੇ ਚਮਕਦੇ ਨੇ, ਨੇੜ ਨਾ ਦਿਸੇ ਰਾਤ ਕਨੇਰੇ। ਕਹਿੰਦੇ ਫਿਰ ਵੀ ਇੰਨੇ ਤਾਰੇ ਚਮਕਦਿਆਂ ਹੋਇਆਂ ਤੁਸੀਂ ਰਾਤ ਨੂੰ ਬਾਹਰ ਜਾਓ, ਜੇ ਇੱਕ ਬੁੱਕ ਨੂੰ ਤੁਸੀਂ ਪੜ੍ਹਨਾ ਚਾਹੋ, ਤੁਹਾਨੂੰ ਕੋਲ ਨਹੀਂ ਪੜ੍ਹਿਆ ਜਾਣਾ। ਯੂ ਕੈਨ ਨਾਟ see hundreds of thousands stars can't give you that brightness that can light up the whole world into a day. It cannot convert night to day, ਭਾਵੇਂ ਲੱਖਾਂ ਹੀ ਤਾਰੇ ਚਮਕਦੇ ਹੋਣ। You got it? ਲੱਖਾਂ ਤਾਰੇ ਚਮਕਦਿਆਂ ਹੋਇਆਂ ਰਾਤ ਨੂੰ ਉਹ ਦਿਨ ਨਹੀਂ ਬਣਾ ਸਕਦੇ। ਤੇ ਫਿਰ ਦੇਖੋ, ਸੂਰਜ ਬੱਦਲ ਛਾਇਆ ਹੋ ਕੇ, ਇਹ ਦੂਜਾ। ਹੁਣ ਪਹਿਲਾ ਐਗਜ਼ਾਮਪਲ ਕੀ ਦਿੱਤਾ? ਕਹਿੰਦੇ ਦੇਖੋ, ਜੇ ਸੂਰਜ ਨਾ ਹੋਵੇ ਨਾ, ਲੱਖਾਂ ਤਾਰੇ ਵੀ ਹੋਣ, ਲੱਖਾਂ ਜਿਹੜੇ ਤਾਰੇ ਕੀ ਆ, ਗਿਆਨ। ਯੂ ਕੈਨ ਅਰਨ ਲੋਟ ਆਫ ਜਿਹੜਾ ਨੌਲੇਜ ਆਫ ਦ ਵਰਲਡ, ਤਰ੍ਹਾਂ ਤਰ੍ਹਾਂ ਦਾ ਨੌਲੇਜ ਸਟਾਰ ਦੀ ਤਰ੍ਹਾਂ ਚਮਕ ਰਿਹਾ ਹੈ, ਪਰ ਦੇਖੋ ਉਹ ਦਿਨ ਨਹੀਂ ਬਣਾ ਸਕਦਾ। ਉਹ ਛੋਟੇ ਛੋਟੇ ਤਾਰਿਆਂ ਵਾਂਗੂ ਚਮਕਦੇ ਨੇ। ਦ ਵਰਲਡ ਮੇ ਹੈਵ ਥਾਊਜ਼ੈਂਡਸ ਆਫ ਪ੍ਰੋਫਿਟਸ, but nobody is like Guru Nanak. Sadguru Nanak ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। Nobody can beat Guru Nanak. There can be hundreds and thousands of prophets in the world, but ਕਹਿੰਦੇ ਸੂਰਜ ਵਰਗਾ, ਗੁਰੂ ਨਾਨਕ ਵਰਗਾ ਕੋਈ ਨਹੀਂ ਹੋ ਸਕਦਾ। ਉਹ ਤਾਰੇ ਚਮਕਦੇ ਨੇ, ਚਾਨਣ ਕੋਈ ਨਹੀਂ ਕਰ ਸਕਦਾ ਦੁਨੀਆ ਤੇ। ਤੇ ਦੂਜਾ ਐਗਜ਼ਾਮਪਲ ਦੇਖ ਲਓ, ਸੂਰਜ ਬੱਦਲ ਛਾਇਆ। ਦੇਖੋ ਕਈ ਵਾਰੀ ਗੁਰੂ ਮਹਾਰਾਜ ਦੀ ਨਿੰਦਿਆ ਲੋਕ ਕਰਦੇ ਨੇ, ਗੁਰੂ ਵਾਸ normal human, he was nothing special, like other people gets light, Guru Nanak got the light when he went to Vain Nadi, he got light and he came back, ਉਹ ਗੱਲਾਂ ਲੋਕ ਕਰਦੇ ਨੇ। ਹੁਣ ਦੇਖੋ ਜਿਹੜਾ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵਿੱਚ ਨਾ, ਇੱਕ ਸੀਗਾ ਆਪਣਾ ਜਿਹੜਾ ਹੈ ਹਿੰਦਾਲੀਆ, ਉਹ ਮਸੰਦ ਸੀਗਾ। ਗਾਂ ਉਹਦਾ ਇੱਕ ਪੁੱਤਰ ਹੋਇਆ। ਉਹਨੇ ਕੀ ਕੀਤਾ, ਉਸਦੇ ਪੁੱਤਰ ਨੇ, ਉਹਦਾ ਜਿਹੜਾ ਪਿਤਾ ਸੀ ਬਹੁਤ ਚੰਗਾ ਸੀਗਾ, ਬਹੁਤ ਗੁਰੂ ਮਹਾਰਾਜ ਦਾ ਸ਼ਰਧਾਲੂ ਸੀਗਾ। ਉਹਦਾ ਪੁੱਤਰ ਜਿਹੜਾ ਅੱਗੇ ਹੋਇਆ ਨਾ, ਉਹਨੇ ਗੁਰੂ ਨਾਨਕ ਦੀ ਜਨਮ ਸਾਖੀ ਜਿਹੜੀ ਹੈ ਨਾ, ਦ ਜਨਮ ਸਾਖੀ that was written on the narration of ਭਾਈ ਬਾਲਾ himself, written by ਭਾਈ ਪੈੜਾ ਜੀ, ਜਿਹੜਾ ਬਿਫੋਰ ਗੁਰੂ ਅੰਗਦ ਦੇਵ ਜੀ। ਸੋ ਉਹ ਸਾਰੀ ਬਣਾਈ ਹੋਈ ਜਨਮ ਸਾਖੀ ਨੂੰ ਉਹ ਹਿੰਦਾਲੀਏ ਨੇ ਕੀ ਕੀਤਾ, ਉਹਦਾ ਇੱਕ ਇੱਕ ਪੇਜ ਪਾੜ ਕੇ ਉਹਨੇ ਨਦੀ ਵਿੱਚ ਸੜ ਦਿੱਤਾ। then he wrote another ਜਨਮ ਸਾਖੀ, another ਜਨਮ ਸਾਖੀ ਉਹਨੇ ਲਿਖੀ। ਉਹਨੇ ਆਪਣੀ ਕੁੱਲ his ਜਨਰੇਸ਼ਨ ਦੀ ਵਡਿਆਈ ਕੀਤੀ ਉਹਦੇ ਵਿੱਚ ਉਹ ਇੱਕ ਹੋਈ। ਦੂਸਰਾ, ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀਗਾ ਬਾਬਾ ਪ੍ਰਿਥੀ ਚੰਦ, ਉਹਦਾ ਅੱਗੇ ਪੁੱਤਰ ਹੋਇਆ ਮਿਹਰਬਾਨ ਨੇ ਵੀ ਇੱਕ ਜਨਮ ਸਾਖੀ ਲਿਖੀ ਆ। what he wrote? now the confusion that comes ਕਿ ਗੁਰੂ ਨਾਨਕ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ April ਵਿਸਾਖ ਨੂੰ ਆ ਜਾਂ ਕੱਤਕ ਨੂੰ ਆ। you have heard this, right? some people say that it's in ਵਿਸਾਖ, but the whole world celebrates in ਜਿਹੜਾ ਹਨ ਕੱਤਕ। ਸੋ ਇਹਦੇ ਵਿੱਚ ਬਹੁਤ ਕਨਫਿਊਜ਼ਨ ਲੋਕਾਂ ਨੇ ਪਾਇਆ। ਇਹ ਪਤਾ ਕਿੱਥੋਂ ਸ਼ੁਰੂ ਹੋਇਆ? ਮਿਹਰਬਾਨ ਦੀ ਜਨਮ ਸਾਖੀ। ਮਿਹਰਬਾਨ ਨੇ ਉਹ ਚੀਜ਼ ਲਿਖੀ, ਗੁਰੂ ਨਾਨਕ ਨੂੰ ਨੀਵਾਂ ਕੀਤਾ। what else he wrote? he wrote ਗੁਰੂ ਨਾਨਕ ਦਾ ਗੁਰੂ ਕਬੀਰ ਸੀਗਾ। have you heard this? ਉਹਨੇ ਲਿਖਿਆ ਉਹਦੀ ਜਨਮ ਸਾਖੀ 'ਚ ਗੁਰੂ ਨਾਨਕ ਦਾ ਗੁਰੂ ਕਬੀਰ ਹੋਇਆ।
ਸੋ ਉਹਨੇ ਇਹ ਸਾਰੇ ਭਰਮ ਭੁਲੇਖੇ ਵਿੱਚ ਪਾ ਦਿੱਤੇ। ਸੋ ਇਹ ਭੁਲੇਖਿਆਂ ਵਿੱਚ ਲੋਕੀ ਪੈ ਕੇ ਐਂਡ ਨਾਓ there are groups in the world who base their whatever arguments based on Mehirban Janam Sakhi. The Mehirban was not even accepted in the Guru's house. He was fighting with Guru Arjan Dev Ji. He was fighting with Guru Hargobind Sahib Ji. And how can we base our history on their writings? Very simple. But see, they are putting this argument to people. Vaisakh, why? Based on Mehirban. So, ਉਹਨਾਂ ਨੂੰ ਪੁੱਛਿਓ ਤਾਂ ਗੁਰੂ ਮਿਹਰਬਾਨ ਆ ਜਾਂ ਗੁਰੂ ਅਰਜਨ ਦੇਵ ਜੀ ਕੌਣ ਆ ਉਹਨਾਂ ਦਾ ਗੁਰੂ? See, these are the things that they come along. But ਦੇਖੋ ਉਹਨਾਂ ਨੇ ਕੋਸ਼ਿਸ਼ ਕੀਤੀ, ਬਹੁਤ ਕੋਸ਼ਿਸ਼ ਹੋਈ, ਗੁਰੂ ਦੀ ਨਿੰਦਿਆ ਕੀਤੀ, ਇਹ ਕੀਤਾ, ਗੁਰੂ ਨੂੰ ਛੋਟਾ ਦਿਖਾਇਆ। Now their aim is what? To show Guru Nanak is a normal human, is not God, not ਪਰਮਾਤਮਾ। ਆਪਾਂ ਕਹਿੰਦੇ ਆਪ ਨਾਰਾਇਣ ਕਲਾਤਾ ਜਗ ਮੈਂ ਪਰਵਰਿਓ, ਕਹਿੰਦੇ ਉਹ ਪਰਮਾਤਮਾ ਆਪ ਧਰਤੀ ਤੇ ਆਇਆ। ਗੁਰਬਾਣੀ ਰਾਈਟਸ ਦਿਸ, ਗੁਰੂ ਨਾਨਕ is the God himself, ਉਹ ਪਾਰ ਬ੍ਰਹਮ ਪਰਮੇਸ਼ਰ ਆਪ। ਪਰ ਦੇ ਆਰ ਟ੍ਰਾਈਂਗ ਟੂ ਸ਼ੋ ਗੁਰੂ ਨਾਨਕ ਇਜ਼ ਐਨ ਹਿਊਮਨ। ਆਪਣਾ ਸਿੱਧਕ ਤੋੜ ਰਹੇ ਆ ਨਾ, ਉਹ ਗੁਰੂ ਨਾਨਕ ਨੂੰ ਇੱਕ ਨਾਰਮਲ ਹਿਊਮਨ ਬਣਾ ਰਹੇ ਨੇ। ਸੋ ਦਿਸ ਇਜ਼ ਐਗਜ਼ਾਮਪਲ। ਸੂਰਜ ਬੱਜਲ ਛਾਇਆ, ਕਹਿੰਦੀ ਸੂਰਜ ਚੜਿਆ ਹੋਵੇ ਥੱਲੇ ਕਲਾਊਡਸ ਆ ਜਾਂਦੇ ਨੇ। ਸੋ ਵਾਟ ਵਿਲ ਹੈਪਨ? ਯੂ ਵਿਲ ਗੈਟ ਅ ਸ਼ੇਡ, ਰਾਈਟ? ਸੋ ਵੇਅਰ ਦ ਬੱਦਲ ਕਮਸ ਯੂ ਵਿਲ ਗੈਟ ਅ ਸ਼ੇਡ ਓਵਰ ਦ ਅਰਥ। ਸੋ ਕਹਿੰਦੇ ਇਹੀ ਜਿਹੜੇ ਲੋਕ ਨੇ ਮਿਹਰਬਾਨ ਵਰਗੇ, ਹਿੰਦਾਲੀਆਂ ਵਰਗੇ, ਇਹ ਬੱਦਲ ਬਣ ਕੇ ਗੁਰੂ ਨਾਨਕ ਵਰਗੇ ਸੂਰਜ ਦੇ ਅੱਗੇ ਆ ਜਾਂਦੇ ਨੇ। ਸੋ ਥੋੜੀ ਜਿਹੀ ਛਾਂ ਕਰ ਦਿੰਦੇ ਨੇ, ਬਟ ਇਟਸ ਨਾਟ ਪਰਮਾਨੈਂਟ। ਹਵਾ ਆਉਂਦੀ ਆ ਫਿਰ ਪਾਸੇ ਹੋ ਜਾਂਦੇ ਨੇ। ਤੇ ਕਹਿੰਦੇ ਰਾਤ ਨਾ ਪੁੱਜੈ ਦੈਟ ਇਜ਼ ਫੇਰੇ, ਕਹਿਣਗੇ ਉਹ ਰਾਤ ਨਹੀਂ ਕਰ ਸਕਦੇ, ਉਹ ਪੂਰਾ ਹਨੇਰਾ ਨਹੀਂ ਕਰ ਸਕਦੇ, ਫਿਰ ਵੀ ਚਾਨਣ ਸੂਰਜ ਤੋਂ ਕਿਤੋਂ ਨਾ ਕਿਤੋਂ ਨਿਕਲਿਆ ਆਉਂਦਾ, ਰਾਈਟ? ਕਿੰਨੇ ਮਰਜ਼ੀ ਬੱਦਲ ਆ ਜਾਣ ਫਿਰ ਵੀ ਚਾਨਣ ਹੋ ਹੀ ਜਾਂਦਾ ਹੈ ਧਰਤੀ ਤੇ ਦਿਨ ਵੇਲੇ। ਸੋ ਇੱਥੇ ਭਾਈ ਗੁਰਦਾਸ ਨੇ ਇਹ ਐਗਜ਼ਾਮਪਲ ਆਪਾਂ ਨੂੰ ਦੇਖੋ, ਕਿੰਨੇ ਦੋ ਸੋਹਣੇ ਐਗਜ਼ਾਮਪਲ ਨੇ। ਰਾਤ ਨੂੰ ਤਾਰੇ ਦਿਨ ਨਹੀਂ ਬਣਾ ਸਕਦੇ, ਦਿਨ ਚੜਿਆ ਹੋਵੇ ਉਹਨੂੰ ਰਾਤ ਨਹੀਂ ਕੋਈ ਬਣਾ ਸਕਦਾ। ਗੁਰੂ ਨਾਨਕ ਦੇ ਮਾਰਗ ਨੂੰ ਕੋਈ ਖਤਮ ਨਹੀਂ ਕਰ ਸਕਦਾ। ਤੇ ਜੇ ਕੋਈ ਕਵੇ ਰਾਤ ਨੂੰ ਤਾਰੇ ਚਮਕਦੇ ਨੇ, ਉਹ ਦਿਨ ਨਹੀਂ ਬਣਾ ਸਕਦੇ। ਦੇ ਕੈਨ ਨੈਵਰ ਬਿਕਮ ਗੋਡ ਬਿਕੋਜ਼ ਗੋਡ ਇਜ਼ ਓਨਲੀ ਵਨ। ਸੋ ਓਕੇ, ਅੱਗੇ ਚਲੀਏ। ਇਹਦੇ ਵਿੱਚ ਭਾਈ ਗੁਰਦਾਸ ਨੂੰ ਅਗਲਾ ਐਗਜ਼ਾਮਪਲ ਵੀ ਬੜਾ ਸੋਹਣਾ ਹੈ। ਕਹਿੰਦੇ ਜੇ ਗੁਰੂ ਸੰਗ ਵਰਤਦਾ, ਜੇ ਗੁਰੂ ਕੋਈ ਟੈਸਟ ਕਰਦਾ ਆਪਣੇ ਸਿੱਖ ਨੂੰ, ਕੋਈ ਟੈਸਟ, ਜਿਵੇਂ ਭਾਈ ਮੰਝ ਦੀ ਸਾਖੀ ਆਪਾਂ ਸੁਣੀ ਸੀਗੀ ਨਾ, ਭਾਈ ਮੰਝ ਨੂੰ ਮਹਾਰਾਜ ਨੇ ਕਿਵੇਂ ਟੈਸਟ ਕੀਤਾ। ਤੋ ਕਹਿੰਦੇ ਦੁਬਦਾ ਚੇਤਨਾ ਸਿੱਖਾਂ ਕੇਰੇ, ਪਰ ਸਿੱਖਾਂ ਦੇ ਮਨ ਵਿੱਚ ਕਿਤੇ ਵੀ ਦੁਬਦਾ ਨਹੀਂ ਆਉਂਦੀ, ਕਿਤੇ ਵੀ ਮਹਾਰਾਜ ਤੇ ਸ਼ੱਕ ਨਹੀਂ ਆਉਂਦਾ। ਉਹ ਨਹੀਂ ਕਿਤੇ ਵੀ ਸੋਚਦੇ ਮਹਾਰਾਜ ਮੇਰਾ ਬੁਰਾ ਕਰ ਰਹੇ ਨੇ, ਮਹਾਰਾਜ ਇਜ਼ ਟ੍ਰਾਈਂਗ ਟੂ ਪੁੱਟ ਮੀ ਡਾਊਨ, ਯੂ ਨੋ, ਮਹਾਰਾਜ ਇਜ਼ ਟ੍ਰਾਈਂਗ ਟੂ ਸ਼ੋ ਦੈਟ ਹੀ ਇਜ਼ ਸਟਰੋਂਗਰ ਦੈਨ ਮੀ। ਇਹ ਗੱਲ ਕਿਤੇ ਵੀ ਉਹਨਾਂ ਦੇ ਮਨ 'ਚ ਨਹੀਂ ਆਉਂਦੀ, ਉਹ ਕਿਤੇ ਵੀ ਗੁਰੂ ਨੂੰ ਤੇ ਦੁਬਦਾ ਨਹੀਂ ਕਰਦੇ। ਕਹਿੰਦੇ 6 ਰੁੱਤੀ ਇੱਕ ਸੂਝ ਹੈ, 6 ਰੁੱਤਾਂ, 6 ਸੀਜ਼ਨ ਆਪਾਂ ਮੰਨਦੇ ਹਾਂ, ਪਰ ਇੰਗਲਿਸ਼ ਵਿੱਚ 4 ਹੁੰਦੀਆਂ ਨੇ। ਲੋਕੀ ਜਿਹੜੇ ਉਹ 4 ਮੰਨਦੇ ਨੇ, ਪਰ ਇਨ ਬਿਟਵੀਨ ਵਾਲੀ ਰੁੱਤ ਨਹੀਂ ਮੰਨਦੇ, ਇੰਡੀਆ ਵਿੱਚ ਮੰਨੀ ਜਾਂਦੀ, ਇਸ ਕਰਕੇ 6 ਹੋ ਜਾਂਦੇ ਨੇ। ਕਹਿੰਦੇ 6 ਰੁੱਤੀ ਇੱਕ ਸੂਝ ਹੈ, 6 ਰੁੱਤਾਂ ਦੇ ਵਿੱਚ ਕੰਸਿਸਟੈਂਟਲੀ ਇੱਕੋ ਸੂਰਜ ਹੁੰਦਾ ਹੈ। ਦੈਟਸ ਓਨਲੀ ਵਨ ਸੂਰਜ, ਵਨ ਸਨ ਦੈਟ ਸ਼ਾਈਨਸ ਇਨ ਆਲ ਦ 6 ਸੀਜ਼ਨਸ। ਇੱਕੇ ਸੂਰਜ ਹੁੰਦਾ ਹੈ। ਸੀਜ਼ਨ ਭਾਵੇਂ ਜਿਹੜੀ ਹਨ ਵਿੰਟਰ ਹੋਵੇ, ਆਟਮ ਹੋਵੇ, ਸਪਰਿੰਗ ਹੋਵੇ, ਜੋ ਮਰਜ਼ੀ ਹੋਵੇ, ਓਕੇ। ਸੋ ਕਹਿੰਦੇ ਘੁੱਗੂ ਬੂਝ ਨਾ ਸੂਝੇ ਹੇਰੇ, ਪਰ ਔਲ ਨੂੰ ਕੌਣ ਦੱਸੇ? ਉਹ ਘੁੱਗੂ ਜਿਹੜਾ ਅੱਖਾਂ ਬੰਦ ਕਰਕੇ ਬੈਠਾ, ਉਹਨੂੰ ਕੀ ਪਤਾ ਗੁਰੂ ਦਾ ਜਿਹੜਾ ਪ੍ਰਤਾਪ ਕਿੱਥੇ? ਉਹਨੂੰ ਤਾਂ ਉਹ ਸੂਰਜ ਦਾ ਵੀ ਨਹੀਂ ਪਤਾ। ਹੀ ਡਸਨਟ ਨੋ ਦ ਸਨ ਜਿਹੜਾ ਹਨ ਉਹ ਐਗਜ਼ਿਸਟ ਹੁੰਦਾ ਹੈ ਕਿ ਨਹੀਂ ਹੁੰਦਾ। ਦੈਟਸ ਵਾਈ ਸਮ ਪੀਪਲ ਡਸਨਟ ਈਵਨ ਨੋ ਗੁਰੂ ਨਾਨਕ ਐਗਜ਼ਿਸਟ ਬਿਕੋਜ਼ ਅੱਖਾਂ ਬੰਦ ਕਰਕੇ ਬੈਠੇ ਨੇ। ਨਾਓ ਰਿਮੈਂਬਰ ਵਨ ਥਿੰਗ, ਗੁਰੂ ਮਹਾਰਾਜ ਦਾ ਜਿਹੜਾ ਹਿਸਟਰੀ ਹੈ ਨਾ, ਗੁਰੂ ਨਾਨਕ ਸਾਹਿਬ ਦੀ ਸਾਰੀ ਹਿਸਟਰੀ ਪੜ੍ਹੋ। ਮਹਾਰਾਜ ਨੇ ਕ੍ਰਿਸਚਨਸ ਦੇ ਨਾਲ ਵੀ ਗੱਲ ਕੀਤੀ, ਮੁਸਲਿਮਸ ਨਾਲ ਗੱਲ ਕੀਤੀ। ਮਹਾਰਾਜ ਨੇ ਜਿਹੜੇ ਹਿੰਦੂ ਨੇ ਉਹਨਾਂ ਨਾਲ, 6 ਜਿਹੜੇ ਭੇਖ ਨੇ ਉਹਨਾਂ ਦੇ ਨਾਲ, ਸਾਰਾ ਯੋਗੀਆਂ ਦੇ ਨਾਲ, ਸਾਰਿਆਂ ਨਾਲ ਕੀਤੀ। ਨੋ ਬੋਡੀ ਜਿਹੜਾ ਹਨ ਕੈਨ ਵਿਨ ਗੁਰੂ ਨਾਨਕ। ਐਟ ਲਾਸਟ ਉਹਨਾਂ ਨੇ ਗੁਰੂ ਨਾਨਕ ਨੂੰ ਮੱਥਾ ਟੇਕਿਆ। ਨਾਓ ਵਾਟ ਡੂ ਯੂ ਫਾਈਂਡ ਫਰੋਮ ਹੇਅਰ? ਗੁਰੂ ਨਾਨਕ ਸਭ ਤੋਂ ਸਰਵੋਤਮ ਹੈ, ਗੁਰੂ ਨਾਨਕ ਨੂੰ ਕੋਈ ਹਰਾ ਨਹੀਂ ਸਕਿਆ। Nobody could defeat ਗੁਰੂ ਨਾਨਕ। ਜਿੰਨੇ ਵੀ ਹੋਏ ਮੱਕੇ ਗਏ, ਉਹਨਾਂ ਨੇ ਵੀ ਮੱਥਾ ਟੇਕਿਆ ਗੁਰੂ ਨਾਨਕ ਨੂੰ। ਮਹਾਰਾਜ ਮਦੀਨੇ ਜਾਂਦੇ ਨੇ, ਜਿੱਥੇ ਜਿਹੜੀ ਹਨ ਗ੍ਰੇਵਯਾਰਡ ਹੈ, ਜਿੱਥੇ ਗ੍ਰੇਵ ਹੈ ਮੁਹੰਮਦ ਦੀ, ਜੋ ਈਵਨ ਦੈਟ ਮੁਹੰਮਦ ਦੀ ਜਿਹੜੀ ਗ੍ਰੇਵ ਸੀਗੀ ਨਾ, ਕਹਿੰਦੇ ਉਹਨੇ ਵੀ ਮੱਥਾ ਟੇਕਿਆ ਗੁਰੂ ਨਾਨਕ ਨੂੰ। ਸੋ ਯੂ ਮਸਟ ਸੀ ਦਿਸ। ਇਹ ਸਾਰੀ ਜਿਹੜੀ ਹੈ ਦੇਖੋ, ਅੱਜ ਜੇ ਜਿਹੜਾ ਸਿੱਖਾਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਨੂੰ ਕੋਈ ਜਿੱਤ ਨਹੀਂ ਸਕੇ, ਨਾ ਕੋਈ ਜਿੱਤ ਸਕੇਗਾ, ਕਿਉਂਕਿ ਉਹ ਪਰਮਾਤਮਾ ਨੇ। ਪ੍ਰੋਫਿਟਸ ਆਏ ਨੇ, ਰੱਬ ਇੱਕ ਵਾਰੀ ਆਇਆ, ਗੁਰੂ ਨਾਨਕ, ਉਹ ਗੁਰੂ ਨਾਨਕ ਬਣ ਕੇ ਆਇਆ। ਓਕੇ, ਸੋ ਹੁਣ ਅੱਗੇ ਦੇਖੋ, ਅੱਗੇ ਹੋਰ ਇੱਕ ਐਗਜ਼ਾਮਪਲ ਇਹ ਆਉਂਦਾ ਹੈ। ਕਹਿੰਦੇ ਚੰਦਰ ਮੁਖੀ, ਸੂਰਜ ਮੁਖੀ ਕਵਲ ਹੈ। ਹੁਣ 2 ਤਰ੍ਹਾਂ ਦੇ ਕਵਲ ਮੰਨੇ ਨੇ।
एक तो वो है जरा लोटस है ਜਾਂ सूरजमुखी, ਉਹਨੂੰ सूरजमुखी क्यों कहते, वो खिड़दा है सूरज ਨੂੰ देख के, है ना। लोटस फ्लावर वो खिड़दा है जो सूरज चढ़दा है, जो सूरज डुबदा वो बंद हो जाता। एक चंद्रमुखी है, चंद्रमुखी ਜਾਂ ਨੀਲੋਫਾ, ਜਿਹੜਾ ਨੀਲੋਫਾ ਜਾਂ ਵਾਟਰ ਲੀਲੀ ਕਹਿ ਲਈਏ, ਉਹ ਕੀ ਕਰਦਾ ਹੈ, ਸਵੇਰ ਨੂੰ ਬੰਦ ਹੁੰਦਾ ਹੈ, ਜਦੋਂ ਚੰਦਰਮਾ ਚੜ੍ਹਦਾ ਉਦੋਂ ਖਿੜਦਾ। ਸੋ ਦੇ ਆਰ ਟੂ ਟਾਈਪਸ, ਇੱਕ ਰਾਤ ਨੂੰ ਖਿੜਦਾ, ਇੱਕ ਦਿਨ ਨੂੰ ਖਿੜਦਾ। ਸੋ ਚੰਦਰਮੁਖੀ, ਸੂਰਜਮੁਖੀ ਕਵਲ ਹੈ, ਭਵਰ ਮਿਲਨ ਚੌਫੇਰੇ, ਉਹਨਾਂ ਦੇ ਆਲੇ ਦੁਆਲੇ ਬੀ ਘੁੰਮਦੇ ਫਿਰਦੇ ਨੇ। ਸੋ ਬੀ ਜਦੋਂ ਦੇਖਦਾ ਹੈ ਕਵਲ ਫੁੱਲ ਖੁੱਲਾ, ਉਹਦੇ 'ਚ ਜਾ ਕੇ ਵੜ ਕੇ ਰਸ ਲੈ ਲੈਂਦਾ। ਜਦੋਂ ਰਾਤ ਨੂੰ ਇਹ ਵਾਟਰ ਲੀਲੀ ਖੁੱਲਦਾ, ਉਹਦੇ ਵਿੱਚ ਬਹਿ ਕੇ ਜਾ ਕੇ ਰਸ ਲੈ ਲੈਂਦਾ। ਹੁਣ ਬੀ ਨੂੰ ਕੋਈ ਪਰਵਾਹ ਨਹੀਂ, ਉਹ ਲੋਟਸ ਆ ਜਾਂ ਨੀਲੋਫਾ ਹੈ, ਉਹਨੂੰ ਕੋਈ ਪਰਵਾਹ ਨਹੀਂ। ਉਹਨਾਂ ਨੇ ਦੋਵਾਂ ਤੋਂ ਰਸ ਲੈਣਾ ਹੈ। ਕਿ ਕਹਿੰਦੇ शिव सगत की को लंघ के, ਹੁਣ शिव सगत की है, शिव मीन्स परमात्मा, सकत मीन्स माया, ਜਾਂ ਇਹਦੇ ਹੋਰ ਵੀ ਅਰਥ ਜਿਹੜਾ ਜਾਂ ਇਨਫਿਨਿਟ ਹੈ ਉਹ शिव है, ਜਿਹੜਾ फाइनाइट है ਉਹ ਜਿਹੜਾ ਹੈ शक्ति है। सो शक्ति, शिव ਤੇ शक्ति ਇਹ ਦੋ ਚੀਜ਼ਾਂ ਨੇ, ਇੱਕ ਈਸ਼ਵਰ ਹੈ, ਇੱਕ ਮਾਇਆ ਹੈ। नो माया ਆਪਾਂ ਨੂੰ ਦਿਸਦੀ ਹੈ, ਈਸ਼ਵਰ ਦਿਸਦਾ ਨਹੀਂ। नो बट ईश्वर इज द ओनर ऑफ द वर्ल्ड, परमात्मा इज अबव दैट। सो ये दो चीज़ां ने संसार दे विच होंदियां। चलो ਉਹਦੇ ਆਪਾਂ ਛੱਡੀਏ। ਹੁਣ ਇੱਕ ਫਾਰਮੂਲਸ ਹੈ, ਇੱਕ ਫਾਰਮ ਵਾਲੀ ਮਾਇਆ ਹੈ। ਕਹਿੰਦੇ ਸਾਧ ਸੰਗਤ ਜਾਏ ਮਿਲਣ ਸਵੇਰੇ। ਹੁਣ ਗੁਰਸਿੱਖ ਉਹ ਬੀ ਜਿਵੇਂ ਰਾਤ ਦਿਨੇ ਉਹਨੂੰ ਕੋਈ ਪਰਵਾਹ ਨਹੀਂ, ਲੋਟਸ ਹੋਵੇ, ਨੀਲੋਫਾ ਹੋਵੇ, ਕੁਝ ਹੋਵੇ, ਉਹ ਬੀ ਨੇ ਆਪਣਾ ਰਸ ਲੈਣਾ। ਕਹਿੰਦੇ ਸੰਗਤਾਂ ਨੇ ਗੁਰਬਾਣੀ ਦਾ ਰਸ ਲੈਂਦੀਆਂ, ਸਵੇਰੇ ਵੀ ਗੁਰਦੁਆਰੇ ਜਾਂਦੀਆਂ ਨੇ, ਸ਼ਾਮ ਨੂੰ ਵੀ ਜਾਂਦੀਆਂ ਨੇ, ਹਰ ਵੇਲੇ ਜਾਂਦੀਆਂ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ। That means they are not bothered ਦੇ ਇਹ ਇਲਾਕੇ ਦਾ ਗੁਰਦੁਆਰਾ ਹੈ, ਉਹ ਇਲਾਕੇ ਦਾ ਗੁਰਦੁਆਰਾ ਹੈ, ਇਹ ਗਰੁੱਪ ਦਾ ਗੁਰਦੁਆਰਾ ਹੈ, ਉਹ ਗਰੁੱਪ ਦਾ ਗੁਰਦੁਆਰਾ ਹੈ। ਆਪਾਂ ਨੂੰ ਤਾਂ ਬੜਾ ਹੁੰਦਾ ਨਾ ਵੀ ਆਹ ਗੁਰਦੁਆਰੇ ਨਹੀਂ ਜਾਣਾ, ਆਹ ਗੁਰਦੁਆਰੇ ਜਾਣਾ, ਇਹ ਗੁਰਦੁਆਰਾ ਸਾਡਾ ਨਹੀਂ ਜੀ, ਉਹ ਸਾਡਾ ਹੈ, this kind of things ਉਹਨਾਂ ਵਿੱਚ ਨਹੀਂ ਹੁੰਦਾ। ਉਹ ਕੀ ਕਰਦੇ ਨੇ, ਗੁਰੂ ਨੂੰ ਮਿਲਣ ਵਾਸਤੇ ਜਾਂਦੇ ਨੇ। For them the guru is everything। ਇਹ ਚੀਜ਼ਾਂ ਉਹਨਾਂ ਵਾਸਤੇ ਕੋਈ ਮਾਇਨਾ ਨਹੀਂ ਰੱਖਦੀਆਂ। ਸੋ ਦੇਖੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਪੈਰੀ ਪਵਣਾ ਭਲੇ ਭਲੇਰੇ, ਪੈਰੀ ਪੈਣਾ। ਕਹਿੰਦੇ ਸਾਰਿਆਂ ਦਾ ਗੁਰਸਿੱਖ ਪੈਰੀ ਪੈਂਦਾ, ਭਾਵੇਂ ਚੰਗਾ ਕੋਈ ਹੋਵੇ ਮਾੜਾ ਹੋਵੇ, ਡਸਨਟ ਮੈਟਰ ਟੂ ਹਿਮ, ਉਹ ਪੈਰੀ ਸਾਰਿਆਂ ਦੇ ਪੈਂਦਾ ਗੁਰੂ ਦੀ ਨਿਮਰਤਾ ਕਰਕੇ। ਸੋ ਅੱਗੇ ਕਹਿੰਦੇ ਦੇਖੋ ਹੁਣ ਸਿੱਧਕ ਨੂੰ ਐਕਸਪ੍ਰੈਸ ਜਾਂ ਸਿੱਧਕ ਨੂੰ ਦਿਖਾਉਣਾ ਕਿਵੇਂ ਹੈ। ਕਹਿੰਦੇ ਭਾਈ ਗੁਰਦਾਸ ਨੇ ਆਪਣੇ ਕਵਿਤ ਵਿੱਚ ਲਿਖਿਆ ਕਿ ਸਿੱਖ ਜਿਹੜਾ ਹੈ ਹਮੇਸ਼ਾ ਹੀ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਰਸਤੇ ਤੇ ਤੁਰਦਾ ਹੀ ਜਾਵੇ, ਉਹ ਕਿਤੇ ਪਿੱਛੇ ਨਾ ਹਟੇ। ਉਹਨੂੰ ਹਟਾਉਣ ਵਾਲੇ ਬਥੇਰੇ ਆਉਣਗੇ, ਪਰ ਸਿੱਖ ਨੂੰ ਨਹੀਂ ਹਟਣਾ ਚਾਹੀਦਾ। ਫਿਰ ਦ ਸਿੱਖ ਜਿਹੜਾ ਹੈ ਉਹਦੇ ਕੋਲ ਇੱਕੇ ਡਿਊਟੀ ਹੈ, ਉਹ ਕੀ ਹੈ, ਗੁਰੂ ਦੀ ਆਗਿਆ ਨੂੰ ਮੰਨਣਾ। ਦੈਟਸ ਆਲ, ਬਾਕੀ ਦੀਆਂ ਗੱਲਾਂ ਛੱਡਣੀਆਂ ਹੈ। ਫਿਰ ਅਟੈਂਟਿਵਲੀ ਉਹਨੇ ਹਰ ਇੱਕ ਚੀਜ਼ ਨੂੰ ਬੜੇ ਚੌਕਸ, ਬੜੇ ਕੌਨਸ਼ੀਅਸਲੀ ਕਹਿੰਦੇ ਉਹਨੇ ਗੁਰੂ ਦੇ ਰਸਤੇ ਤੇ ਤੁਰਨਾ ਹੈ। ਉਹਨੇ ਆਲੇ ਦੁਆਲੇ ਪਿੱਛੇ ਜਿਹੜਾ ਪਾਸੇ ਪਾਸੇ ਨਹੀਂ ਜਾਣਾ। ਉਹਦਾ ਏਮ ਸਿੱਧਾ ਹੀ ਆ, ਮੇਰਾ ਗੁਰੂ ਹੈ। ਸੋ ਆਪਣਾ ਏਮ ਉਹ ਸਿੱਧਾ ਰੱਖਦਾ ਹੈ। ਜਿਵੇਂ ਨਾ ਗੁਰੂ ਨਾਨਕ, ਆਪਾਂ ਪਿਛਲੇ ਹਫ਼ਤੇ ਵੀ ਸਾਖੀ ਵਿਚਾਰੀ, ਜਦੋਂ ਗੁਰੂ ਨਾਨਕ ਨੇ ਧਾਨਕ ਦਾ ਰੂਪ ਧਾਰ ਲਿਆ ਸੀ ਨਾ, ਮਹਾਰਾਜ ਨੇ ਇੱਕ ਖੰਟਰ ਦਾ ਰੂਪ ਧਾਰ ਕੇ ਕੁੱਤੇ ਪਿੱਛੇ ਲਾ ਲਏ ਸੀਗੇ। ਸੋ ਲੋਕ ਜਿਹੜੇ ਹਨ ਮਹਾਰਾਜ ਪਿੱਛੇ ਉਹ ਡੰਡੇ ਮਾਰਦੇ ਸੀ, ਗੁਰੂ ਨਾਨਕ ਸਾਹਿਬ ਜੀ ਪੱਥਰ ਮਾਰਦੇ ਸੀਗੇ। ਉਹ ਰਸਤੇ ਵਿੱਚ ਜਾਂਦਿਆਂ ਹੋਇਆਂ ਗੁਰੂ ਨਾਨਕ ਨੇ ਜਿਹੜਾ ਹਨ ਪਹਿਲਾਂ ਜਿਹੜਾ ਹੈ ਮਹਾਰਾਜ ਨੇ ਸਿਲਵਰ ਦਿਖਾ ਦਿੱਤਾ, ਪੱਥਰਾਂ ਨੂੰ ਸਿਲਵਰ ਬਣਾ ਦਿੱਤਾ। ਲੋਕ ਕਰੀ ਮੇਰੇ ਵਰਗੇ ਲਾਲਚੀ ਸੀਗੇ, ਉਹ ਸਿਲਵਰ ਚੱਕ ਕੇ ਬਹਿ ਗਏ। ਕਈ ਅੱਗੇ ਗਏ, ਸਿਲਵਰ ਤੋਂ ਲੰਘ ਗਏ, ਮਹਾਰਾਜ ਨੇ ਗੋਲ ਦਿਖਾਤਾ। ਕਈ ਗੋਲ ਤੇ ਜਾ ਕੇ ਟਹਿ ਪਏ ਵਿਚਾਰੇ। ਮਹਾਰਾਜ ਨੇ ਅੱਗੇ ਜਾ ਕੇ ਡਾਇਮੰਡ ਛੱਡ ਦਿੱਤੇ, ਕਈ ਡਾਇਮੰਡ ਤੇ ਟਹਿ ਪਏ। ਦੇਖੋ ਰਸਤੇ ਦੇ ਵਿੱਚ ਮਹਾਰਾਜ ਨੇ ਬਹੁਤ ਕੁਝ ਦਿਖਾਇਆ। ਕਈ ਮੇਰੇ ਵਰਗੇ ਪਿੱਛੇ ਹੀ ਰਹਿ ਗਏ, ਲਾਲਚ ਵੀ ਆ ਮਿਲ ਗਿਆ, ਹੁਣ ਘਰ ਨੂੰ ਚੱਲੀਏ, ਵੀ ਆਰ ਵੈਲ ਟੂ ਡੂ ਨਾਓ। ਬਟ ਜਿਹੜੇ ਸੱਚੇ ਸਿੱਖ ਸੀ ਉਹ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਨਹੀਂ ਦੇਖਿਆ, ਉਹ ਅੱਗੇ ਗੁਰੂ ਨਾਨਕ ਨਾਲ ਤੁਰਦੇ ਗਏ। ਸੋ ਦੇ ਵਾਂਟ ਦ ਥਿੰਗ, ਉਹਨਾਂ ਦਾ ਸਿੱਧਕ ਪੱਕਾ ਰਹਿ ਗਿਆ। ਫਿਰ ਕਹਿੰਦੇ ਗੁਰੂ ਮਹਾਰਾਜ ਦਾ ਗੋਲ ਜਿਹੜਾ ਹੈ ਕਿ ਪਰਮਾਤਮਾ ਨਾਲ ਇੱਕ ਹੋਣਾ, ਗੁਰੂ ਨਾਨਕ ਨੂੰ ਸਭ ਕੁਝ ਜਾਣਨਾ ਹੈ ਆਪਾਂ, ਹਾਂਜੀ ਉਹ ਕਰਨਾ। ਫਿਰ ਜਿਹੜਾ ਹਨ ਆਪਣੇ ਆਪ ਤੋਂ ਕੁਝ ਵੀ ਕੁਰਬਾਨ ਕਰ ਦੇਣਾ, ਵਿਲਿੰਗ ਟੂ ਸੈਕਰੀਫਾਈਸ ਐਵਰੀਥਿੰਗ ਦੈਟ ਯੂ ਹੈਵ ਫॉर द ਗੁਰੂਸ ਪਾਥ। ਓਕੇ, ਸੋ ਆ ਦੇਖੋ ਨਾ, ਇਹ ਪਾਥ ਤੇ ਚੱਲਣ ਵਾਲੀ ਗੱਲ ਹੈ। ਭਾਈ ਗੁਰਦਾਸ ਇੱਥੇ ਦੱਸਦੇ ਆ ਨਾ, ਜੈਸੇ ਏਕ ਚੀਟੀ ਪਾਛੈ ਕੋਟ ਚਿੱਟੀ, ਜਿਹੜਾ ਚੀਟੀ ਚੱਲੀ ਜਾਤ। ਕਹਿੰਦੇ ਇੱਕ ਕੀੜੀ ਹੁੰਦੀ ਆ ਨਾ, ਇੱਕ ਐਂਟ, ਜਿਹੜੀ ਐਂਟ ਹੁੰਦੀ ਆ ਨਾ ਕੀੜੀ, ਉਹ ਇੱਕ ਚੱਲਦੀ ਆ, ਉਹਦੇ ਪਿੱਛੇ ਪਿੱਛੇ ਸਾਰੀਆਂ ਹੀ ਕੀੜੀਆਂ ਤੁਰੀਆਂ ਜਾਂਦੀਆਂ। ਵੀ ਅਸੀਂ ਤਾਂ ਲਾਈਨ ਬਣਦੀਆਂ ਐ, ਲਾਈਨ ਵਿੱਚ ਸਿੱਧੀਆਂ ਤੁਰੀਆਂ ਜਾਂਦੀਆਂ ਹੁੰਦੀਆਂ। ਫਿਰ ਕਹਿੰਦੇ ਏਕ ਟੱਗ ਪੱਗ ਡਗ ਮਗ ਸਾਵਧਾਨ ਹੈ। ਹੁਣ ਇਹ ਅੱਖਰ ਜਿਹੜਾ ਸਾਵਧਾਨ ਆ ਨਾ, ਇਹਨੂੰ ਨੋਟ ਕਰਿਓ। ਕਹਿੰਦੇ ਦੇਖੋ ਚੀਟੀ ਜਿਹੜੀਆਂ ਕੀੜੀਆਂ ਆ, ਇੱਕ ਵੀ ਕੀੜੀ ਇੱਧਰ ਉੱਧਰ ਨਹੀਂ ਹੁੰਦੀ, ਉਹ ਪਿੱਛੇ ਹੀ ਜਾਂਦੀ ਆ, ਸਟ੍ਰੇਟ ਲਾਈਨ ਦੇ ਵਿੱਚ ਐਨ ਤੁਰੀ ਜਾਂਦੀ ਹੈ। ਤੇ ਕਹਿੰਦੇ ਉਹ ਸਾਵਧਾਨ ਹੈ। ਸਾਵਧਾਨ ਮੀਨਸ ਅਟੈਂਟਿਵਲੀ ਉਹ ਚੱਲਦੀਆਂ। ਹੁਣ ਦੂਜਾ ਗੁਣ ਦੇਖਿਓ, ਜੈਸੇ ਕੁੰਜ ਪਾਂਤ ਭਲੀ ਭਾਂਤ ਜਾਂ ਸ਼ਾਂਤ ਸਹਿਜ ਮੈਂ। ਕਹਿਣ ਲੱਗੇ ਜੋ ਕੁੰਜਾਂ ਜਿਹੜੀਆਂ ਹੁੰਦੀਆਂ ਨਾ, ਕੁੰਜਾਂ ਜਿਹੜੀਆਂ ਕ੍ਰੇਨਸ ਜਿਹੜੀਆਂ ਹੁੰਦੀਆਂ, ਜਦੋਂ ਉੜਦੀਆਂ ਤੁਸੀਂ ਦੇਖਿਆ ਉਹਦੇ ਪਿੱਛੇ ਪਿੱਛੇ ਚਿੱਟੀਆਂ ਸਾਰੀਆਂ ਹੀ ਨਾਲ ਜਾਂਦੀਆਂ ਨੇ।
सो एक लाइन बन के उड़दियां है आकाश में, भावें आकाश विच रोड है नहीं, रस्ता है नहीं, वो आकाश खुला ही है ना, जिवें धरती ते तां रोड बने हुए ने, उत्ते है नहीं, पर वो की करदे हैं एक चीज़ नूं देख के वो पिछे 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 जांदियां ने सारियां। हुण इत्थे भाई गुरदास जी उड्डत काश चारी आगे आगवान है, कहते देखो वो चिड़ी ने अपनी लीडर बना ली तो वो पिछे चलदियां ने, वो फिर इधर उधर नहीं जांदियां, दे आर अबाइडिंग, वो अबाइड करदियां ने अपने लीडर नूं। सो इत्थे लीडरशिप आ गई। ओके हुण अगे देखो, कहते जैसे मिर्ग माल चाल चलत टलत न है। हुण मिर्ग होंदे ने डियर, डियर चलदा ਉਹਦੇ ਪਿੱਛੇ डियर ਸਾਰੇ ਤੁਰੇ ਫਿਰਦੇ ਹੁੰਦੇ ਨੇ, ਇੱਕ ਝੁੰਡ ਇਕੱਠਾ ਹੀ ਹੁੰਦਾ ਹੈ, ਇੱਕ ਜਾਂਦਾ ਹੁੰਦਾ ਉਹਦੇ ਪਿੱਛੇ ਪਿੱਛੇ ਚੱਲਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਜੱਤਰ ਕੱਤਰ ਅਗਰ ਭਾਗੀ ਰਮਤ ਤਤ ਧਿਆਨ ਹੈ। ਉਹ ਅਗਰ ਜਿਹੜਾ ਹਨ ਕਹਿੰਦੇ ਜੱਤਰ ਤਤਰ ਜਿਵੇਂ ਕਿਵੇਂ ਵੀ ਕਹਿੰਦੇ ਕੀ ਕਰਦਾ ਹੈ, ਅਗਰ ਭਾਗੀ ਉਹ ਅਗਰ ਵਾਲੇ ਬੰਦੇ ਨੂੰ ਦੇਖਦੇ, ਉਹਦਾ ਧਿਆਨ ਅੱਗੇ ਵਾਲੇ ਤੇ ਹੁੰਦਾ ਹੈ। ਆਪਾਂ ਕੀ ਕਰਦੇ ਜ਼ਿੰਦਗੀ 'ਚ, ਆਪਾਂ ਪਿੱਛੇ ਵਾਲੇ ਨੂੰ ਦੇਖਦੇ ਰਹਿੰਦੇ ਹਾਂ। See, always you always want to see the person who is lesser than you, who is least than you। ਆਪਾਂ ਪਿੱਛੇ ਦੇ ਆ ਬੰਦਾ ਘੱਟ ਆ, ਮੇਰਾ ਫਿਰ ਵੀ ਠੀਕ ਆ। ਆਪਣਾ ਕੰਪੈਰੀਜ਼ਨ ਕਿਹਦੇ ਨਾਲ ਹੁੰਦਾ ਹਮੇਸ਼ਾ? ਨੀਵੇਂ ਨਾਲ, ਰਾਈਟ। ਜੇ ਆਪਾਂ ਵਡਿਆਈ ਵੀ ਲੈਣੀ ਆ, ਆਪਾਂ ਕਿਸੇ ਨੂੰ ਨੀਵਾਂ ਕਰਕੇ ਫਿਰ ਵਡਿਆਈ ਲੈਂਦੇ, ਦੇਖ ਉਹਦਾ ਆਇਆ ਦੇ ਆਈ ਬੈਟਰ। See, whenever we want ਵਡਿਆਈ we put someone down to show that we are greater than him। ਪਰ ਇੱਥੇ ਦੇਖੋ ਕਹਿੰਦੇ ਜੱਤਰ ਕੱਤਰ ਅਗਰ ਭਾਗ ਤੇ ਰਮਤ ਤਤ ਧਿਆਨ ਹੈ, ਉਹਨਾਂ ਦਾ ਧਿਆਨ ਅੱਗੇ ਵੱਲ ਹੁੰਦਾ ਹੈ। ਫਿਰ ਦੇਖੋ ਚਿੱਟੀ ਖੱਗ ਮਿਰਗ, ਆ ਤਿੰਨ ਐਗਜ਼ਾਮਪਲ ਦਿੱਤੇ ਸੀ ਨਾ, ਕੀੜੀਆਂ ਦਾ, ਉਹ ਕ੍ਰੇਨਸ ਦਾ, ਤੇ ਅੱਗੇ ਆ ਗਿਆ ਡੀਅਰ ਦਾ। ਕਹਿੰਦੇ ਤਿੰਨ, ਚਿੱਟੀ ਖੱਗ ਮਿਰਗ ਸਨਮੁਖ ਪਾਛੇ ਲੱਗੇ ਜਾਹੇ। ਕਹਿੰਦੇ ਉਹ ਲੱਗੇ, ਉਹ ਆਪਣੇ ਲੀਡਰ ਨੂੰ ਮੰਨਦੀਆਂ ਨੇ, ਅਟੈਂਟਿਵਲੀ ਧਿਆਨ ਦੇ ਨਾਲ ਜਾਂਦੀਆਂ ਨੇ, ਉਹ ਆਪਣੇ ਲੀਡਰ ਨੂੰ ਮੰਨਦੀਆਂ ਨੇ। ਫਿਰ ਕਹਿੰਦੇ ਜਿਹੜੇ ਪ੍ਰਾਣੀ ਗੁਰਪੰਥ ਛੱਡ ਚਲਤ ਅਗਿਆਨ ਹੈ, ਪਰ ਕਹਿੰਦੇ ਬੰਦੇ ਨਹੀਂ ਐਂ ਕਰਦੇ। ਗੁਰੂ ਨਾਨਕ ਮੂਹਰੇ ਤੁਰਿਆ ਜਾਵੇ ਹੋਏ ਸਾਰੇ ਆਏ ਹੋ ਜਾਂਦੇ ਨੇ। I think this way is better lah. No, maybe this one is better lah. This their feel is looks more greener. I think ah चीज ठीक है। गुरु ने क्या नहीं करना, I think the Guru doesn't know lah. That one 500 years ago lah. No, I know better now. You know with I can Google one. Google ਰੱਬ ਬਣਾਇਆ ਨਾ ਆਪਾਂ। ਸੋ ਓਕੇ ਗੂਗਲ ਕਰਕੇ ਵੀ ਆਹ ਕੱਲ ਤਾਂ ਠੀਕ ਆ, ਆਪਾਂ ਨੈਵੀਗੇਟ ਕਰਕੇ। ਹੁਣ ਤੁਸੀਂ ਇਮੇਜਿਨ ਕਰੋ ਤੁਹਾਡੇ ਹੱਥ ਵਿੱਚ ਗੂਗਲ ਮੈਪ ਹੋਵੇ, ਤੁਹਾਡੇ ਹੱਥ ਵਿੱਚ ਮੈਪਸ ਹੋਵੇ, ਤੇ ਤੁਹਾਨੂੰ ਗੁਰੂ ਕਹੇ ਇੱਧਰ ਨੂੰ ਜਾਣਾ, ਤੁਸੀਂ ਕਿਹਨੂੰ ਫੋਲੋ ਕਰੋਗੇ? I can say 99% ਆਪਾਂ ਗੂਗਲ ਨੂੰ ਫੋਲੋ ਕਰਾਂਗੇ। ਇਹ ਆਪਣੀ ਇੰਟੈਲੀਜੈਂਸ, ਇਹ ਆਪਣੀ ਸਿੱਖੀ ਅੱਜ। ਯੂ ਨੋ ਦਿਸ ਇਜ਼ ਹਾਊ ਵੀ ਪਰਸੀਵ ਥਿੰਗਸ। ਵੀ ਆਪਣੇ ਖਿਆਲ ਵੀ ਗੁਰੂ ਗਲਤ ਹੋ ਸਕਦਾ ਹੈ, ਮੇਰਾ ਗੂਗਲ ਗਲਤ ਨਹੀਂ ਹੋ ਸਕਦਾ, ਰਾਈਟ। ਸੋ ਦਿਸ ਇਜ਼ ਵਾਟ ਵੀ ਡੂ। ਤੇ ਕਹਿੰਦੇ ਇੱਥੇ ਪ੍ਰਾਣੀ ਗੁਰਪੰਥ ਛੱਡ ਚਲਤ ਅਗਿਆਨ ਹੈ, ਪਰ ਇਹ ਅਗਿਆਨਤਾ ਹੈ। ਦਿਸ ਇਜ਼ ਆਵਰ ਇਗਨੋਰੈਂਸ। ਜਦੋਂ ਆਪਾਂ ਆਪਣੀ ਇੰਟੈਲੀਜੈਂਸ ਵਰਤਦੇ ਹਾਂ, ਵੀ ਫੋਰਗੇਟ ਵਨ ਥਿੰਗ, ਜਿਹਨੇ ਬਣਾਇਆ ਹੈ ਉਹ ਤਾਂ ਗੁਰੂ ਨਾਨਕ ਹੈ। ਸੋ ਹਾਊ ਕੁਡ ਗੂਗਲ ਨੋ ਬੈਟਰ? So now there are two things here, one who made, one who follows whatever is there. That means if you follow Guru Nanak, you are always ahead of time. When you follow any other people, ਜੇ ਦੁਨੀਆ ਦੇ ਬੰਦਿਆਂ ਨੂੰ ਆਪਾਂ ਫੋਲੋ, we are already going backwards, because ਉਹ ਬਣੀ ਹੋਈ ਚੀਜ਼ ਨੂੰ ਸਟੱਡੀ ਕਰਦੇ ਨੇ। Now look at science. Science studies whatever is there, but Guru is ahead of that. ਗੁਰੂ ਤਾਂ ਅੱਗੇ ਲੰਘ ਗਿਆ, ਇਹ ਤਾਂ ਪਿੱਛੇ ਵਾਲੀਆਂ ਚੀਜ਼ਾਂ ਨੂੰ ਹਜੇ ਖੋਜੀ ਜਾਂਦੇ ਨੇ। ਗੁਰੂ ਨੇ ਤਾਂ ਅੱਗੇ ਜਾ ਕੇ ਹੋਰ ਬਹੁਤ ਕੁਝ ਦਿਖਾ ਦੇਣਾ ਹੈ। ਸੋ ਦੈਟਸ ਵਾਈ ਗੁਰੂ ਨਾਨਕ ਕੁਡ ਸ਼ੋ ਦਸਤਗੀਰ ਉਹਦੇ ਪੁੱਤਰ ਨੂੰ ਸੱਤ ਪਤਾਲ ਸੱਤ ਆਕਾਸ਼, ਉਹ ਕਹਿੰਦਾ ਸੀ ਹੈਗੇ ਆ। ਗੁਰੂ ਮਹਾਰਾਜ ਸ਼ੋ them thousands of them। ਉੱਥੇ ਤੱਕ ਤਾਂ ਕੁਰਾਨ ਵੀ ਨਹੀਂ ਪਹੁੰਚੀ। ਕੁਰਾਨ 'ਚ ਲਿਖਿਆ ਸੱਤ ਆਕਾਸ਼ ਸੱਤ ਪਤਾਲ ਆ, ਕੁਰਾਨ ਵਿੱਚ ਲਿਖਿਆ। ਗੁਰੂ ਨਾਨਕ ਨੇ hundreds thousands ਜਿਹੜੇ ਹਨ ਆਕਾਸ਼ ਦਿਖਾਤੇ, ਪਤਾਲ ਦਿਖਾ ਦਿੱਤੇ। ਗੁਰੂ ਇਜ਼ ਮਚ ਮੋਰ ਅਹੇਡ ਆਫ ਦੈਟ। ਸੋ ਦੈਟਸ ਵਾਈ ਇੱਥੇ ਆਪਾਂ ਭੁਲੇਖਾ ਖਾ ਲੈਂਦੇ ਹਾਂ। ਸੋ ਇਹਨਾਂ ਤੋਂ ਐਗਜ਼ਾਮਪਲ ਲੈ ਲਈਏ। ਭਾਈ ਗੁਰਦਾਸ ਜੀ ਕਹਿੰਦੇ ਹੁਣ ਦੇਖੋ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ। ਕਹਿਣਗੇ ਇੱਕੋ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹਨ ਬਚਨ ਹਨ। ਕਹਿੰਦੇ ਜੋ ਗੁਰੂ ਦੱਸਦਾ ਹੈ ਨਾ ਰਸਤਾ, ਕਹਿੰਦੇ ਉਹੀ ਰਸਤਾ ਮੁਰੀਦਾਂ ਨੂੰ ਲੈਣਾ ਚਾਹੀਦਾ। ਜੋ ਗੁਰੂ ਦੱਸਦਾ ਹੈ ਉਹਨੂੰ ਫੋਲੋ ਕਰੋ, ਬਾਕੀਆਂ ਨੂੰ ਛੱਡੋ। ਫਿਰ ਦੇਖੋ ਹੁਣ ਜ਼ਿੰਦਗੀ ਜਿਹੜੀ ਹੈ ਮੋਸਟ ਪ੍ਰੈਸ਼ੀਅਸ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖਿਆ, ਕਹਿੰਦੇ ਇਹ ਲਾਈਫ ਟਾਈਮ ਆ ਮੋਸਟ ਪ੍ਰੈਸ਼ੀਅਸ ਹੈ। Your money is not precious. Your whatever you have, your wealth is not precious. Your family is not precious. Your whatever you have is not precious other than your life. Because with your life, everything else becomes precious. With take your life away, nothing remains precious. So ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਕਹਿੰਦੇ ਸਭ ਤੋਂ ਦੁਰਲਭ ਕੀ ਹੈ? ਮਾਨੁਖ ਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ। ਨਾਓ ਭਾਈ ਨੰਦ ਲਾਲ ਜੀ ਕੀ ਕਹਿੰਦੇ ਨੇ?
कहते ऐसे गुरु वास्ते कहते सद जा फिदाए यख सर मोए तो मैं कुनंद। कहते हे गुरु महाराज, हे गुरु गोबिंद सिंह, कहते तेरे एक वाल तो, तेरे एक रोम तो कहते मैं हजारां वाली मर मर के जमा, मर मर के तेरे ते कुर्बान होवां फॉर योर वन है। देखो जिन्हों दिस पिया ना, जिन्हें देख लिया वो अख दे नाल गुरु नूं भी गुरु की है, वो कहता मैं अपनी जान नूं एक बारी नहीं, दो बारी नहीं, थाउजेंड्स वारी। ते कौन कह रहा? भाई नंद लाल। एंड भाई नंद लाल वॉज नॉट अ सिंपल गाय, इन्ना वड्डा विद्वान सी, स्कॉलर सीगा वो, किन्नियां बोलियां वो पढ़दा सीगा, किन्ने उन्हें ग्रंथ पढ़े, किन्ना ज्ञान। इवन बहादुर शाह औरंगजेब अपने दरबार विच उहनूं रखदा सीगा, कुरान तां उहदे फिंगर टिप्स ते सीगी। सो इउं करके यही जिहा बंदा गुरु गोबिंद सिंह नूं कह रहा है, कहंदे तेरे एक वाल, तेरे एक रोम तो मैं हजारां वारी कुर्बान हूं। इट्स अ वेरी बिग थिंग है ना। जिन्हें सब कुछ पढ़िया, सब कुछ देखिया, दुनिया का राज देखिया, उन्हें गुरु गोबिंद सिंह नूं इह गल कही। सो इफ यू डोंट ट्रस्ट एनी अदर थिंग, ट्रस्ट भाई नंद लाल जी, इन्होंने तो अखां नाल देखिया है ना। भाई ट्रस्ट भाई गुरदास जी हैव स्टेड विद द गुरु, दे न्यू। फिर देखो हुण देखो एक एग्जाम्पल ए, कहते दीपक जले पतंग वंश फिर देखना हटा है। देखो ना पतंगा जिहड़ा हुंदा है ना, पतंगा जिहड़ा है वो की हुंदा है, एक मौत हुंदा है। मौत पता है ना, जो आपां मींह पैंदा होवे बाहर, तुसीं बत्ती जगाई होवे, उहदे आले दुआले के घुम्मण लग जांदे ने। ओके, सो उन भमक्कड़ भी कहते हैं, पंजाबी च भमक्कड़ कह दिंदे हैं जी। सो देखो ना, तुसीं उहनूं खत्म करना होवे किवें करदे? तुसीं एक जिहड़ा हाँ कैंडल जगा दो, एक दीवा बाल दो, की हुंदा वो बेचारे उत्थे आके उहदे च सड़ जांदे ने। हैव यू सीन दिस? द ओनली वे टू गेट रिड ऑफ देम इज दिस, लाइट अप अ लैंप जां एक कैंडल लैंप कर लो। की हुंदा है? कहंदा वो आके सड़दा है ना। सी हाँ, एक पतंगा जांदा वो सड़ के मर जांदा है, दूजा पतंगा जिहड़ा बैठा है उहने देख लिया ये सड़ रहा है, ਉਹਦੀ सारी फैमिली सड़ गई, वो फिर भी जाके सड़ गई। ही न्यू दैट वो अग विच जाके मैं सड़ना है, ਉਹਦੇ ਅੱਖਾਂ ਦੇ ਸਾਹਮਣੇ ਸਾਰੇ ਸੜ ਗਏ, ਉਹ ਜਾके फिर भी सड़दा है। ओके है, नोट दिस। कहंदे दीपक जले पतंग वंश फिर देख ना हटा है, कहंदे फिर देख के हटदा नहीं, फिर भी जांदा। ओके, दूजा जल विचों फड़ कढी है, किनू? मच्छी नू, फिश। कहंदे मच्छ नेहो ना घटा है, मच्छी जिहड़ी है पानी नाल प्रेम करदी है, ਉਹਨੂੰ ਪਾਣੀ ਤੋਂ ਕੱਢ ਦਿੱਤਾ, ਵਿਚਾਰੀ ਤੜਫ ਤੜਫ ਕੇ ਮਰਦੀ ਹੈ। ਪਾਣੀ ਤੋਂ ਉਹਨੇ ਆਪਣਾ ਪ੍ਰੇਮ ਨਹੀਂ ਛੱਡਿਆ, ਉਹ ਪਾਣੀ ਵਿੱਚ ਰਹਿੰਦੀ ਹੋਈ ਵਿਚਾਰੀ, ਉਹਨੇ ਪਾਣੀ ਨਾਲ ਪ੍ਰੇਮ ਕੀਤਾ, ਉਹਨੂੰ ਕੱਢਿਆ, ਪਾਣੀ ਨੇ ਉਹਦੀ ਮਦਦ ਨਹੀਂ ਕੀਤੀ। ਦ ਪਾਣੀ ਡਿਡਨਟ ਹੈਲਪ ਹਿਮ, ਉਹਨੇ ਹੈਲਪ ਨਹੀਂ ਕੀਤਾ ਮੱਛੀ ਨੂੰ, ਵਿਚਾਰੀ ਨੂੰ, ਉਹਨੂੰ ਕੱਢ ਦਿੱਤਾ ਵਿਚਾਰੀ ਨੂੰ, ਉਹ ਤੜਫ ਤੜਫ ਕੇ ਉਹਦੇ ਪ੍ਰੇਮ ਵਿੱਚ ਮਰ ਗਈ, ਪਰ ਪਾਣੀ ਨੇ ਕੁਝ ਨਹੀਂ ਕੀਤਾ ਉਹਦੇ ਵਾਸਤੇ। ਓਕੇ ਆ, ਨੋਟ ਦਿਸ। ਦੂਜੀ ਗੱਲ, ਮੱਛੀ ਨੂੰ ਫਿਰ ਰਿੰਨ ਕੇ ਬਣਾ ਕੇ ਤੜਕਾ ਲਾ ਕੇ ਬੰਦਾ ਖਾ ਲੈਂਦਾ। ਜਿਹੜਾ ਬੰਦਾ ਮੱਛੀ ਖਾਂਦਾ ਉਹਨੂੰ ਇਹ ਗੱਲ ਦਾ ਪਤਾ ਹੋਗਾ ਨਾ, ਜੋ ਮੱਛੀ ਖਾ ਲਈਏ ਫਿਰ ਪਿਆਸ ਬਹੁਤ ਲੱਗਦੀ ਹੈ, ਯੂ ਫੀਲ ਟਰਸਟੀ, ਬਹੁਤ ਪਾਣੀ ਪੀਣ ਨੂੰ ਜੀ ਕਰਦਾ ਹੈ। ਕਹਿੰਦੇ ਮੱਛੀ ਨੇ ਜਿਹੜਾ ਸਾੜ ਦਿੱਤੀ, ਭੁੱਜ ਗਈ, ਉਹ ਭੁੰਨ ਦਿੱਤੀ, ਚਿੱਥ ਕੇ ਖਾ ਵੀ ਲਈ, ਢਿੱਡ 'ਚ ਜਾ ਕੇ ਫਿਰ ਵੀ ਪਾਣੀ ਲੱਭਦੀ ਹੈ ਵਿਚਾਰੀ। ਉਹਨੇ ਆਪਣਾ ਪਾਣੀ ਨਾਲ ਪ੍ਰੇਮ ਫਿਰ ਵੀ ਨਾ ਛੱਡਿਆ। ਫਿਰ ਦੇਖੋ ਦੂਜਾ ਕੰਡੇ ਹੇੜੇ ਮਿਰਗ ਜਿਉਂ। ਕੰਡਾ ਹੇੜਾ ਜਿਹੜਾ ਹੈ ਨਾ, ਇਹ ਗਰੰਟ ਕਾਲਿੰਗ ਹੈ, ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਗਰੰਟ ਕਾਲਿੰਗ। ਗਰੰਟ ਕਾਲਿੰਗ ਹੁੰਦਾ ਹੈ ਜਿਹੜੇ ਹੰਟਰ ਲੋਕ ਆ ਨਾ, ਜਦੋਂ ਡੀਅਰ ਨੂੰ ਸੱਦਣਾ ਹੋਵੇ ਨਾ, ਉਹ ਕੰਡੇ ਹੇੜੇ ਦਾ ਸ਼ਬਦ ਦਾ ਉਹ ਵਿਸਲ ਜੀ ਹੁੰਦੀ ਆ, ਉਹ ਵਜਾਉਂਦੇ ਨੇ। ਅੱਜ ਕੱਲ੍ਹ ਇਲੈਕਟ੍ਰੋਨਿਕਸ ਵਾਲੀਆਂ ਬਣ ਚੁੱਕੀਆਂ ਨੇ, ਉਹ ਵਜਾਉਂਦੇ ਨੇ, ਉਹ ਡੀਅਰਸ ਆ ਕੇ ਇਕੱਠੇ ਹੁੰਦੇ ਨੇ। ਬਟ ਦੈਨ ਕੀ ਹੁੰਦਾ ਹੈ, ਸੁਣ ਨਾਦ ਪਲਟੇ, ਕੀ ਹੁੰਦਾ ਹੈ, ਉਹ ਤੁਸੀਂ ਉਹ ਵਜਾਓ, ਉਹ ਡੀਅਰ ਇੱਥੇ ਆ ਨਾ, ਉਹ ਐਨ ਉਹ ਆਵਾਜ਼ ਕੋਲ ਜਾਏਗਾ ਜਿੱਥੇ ਉਹ ਆਵਾਜ਼ ਉਹਨੂੰ ਜ਼ਿਆਦਾ ਸੁਣੇ, ਜਿੱਥੇ ਡਾਇਰੈਕਟਲੀ ਆਵਾਜ਼ ਆਉਂਦੀ ਹੋਵੇ। ਸੋ ਕੀ ਹੁੰਦਾ ਹੈ ਜੀ, ਹੰਟਰ ਫਿਰ ਜਾ ਕੇ ਉਹਦੀ ਗੋਲੀ ਮਾਰਦੇ ਨੇ, ਪਰ ਡੀਅਰ ਫਿਰ ਵੀ ਆਉਂਦਾ। ਇੱਕ ਡੀਅਰ ਨਹੀਂ, ਦੂਜਾ ਫੇਰ ਆਉਂਦਾ ਉੱਥੇ, ਉਹਨੂੰ ਪਤਾ ਮੈਂ ਮਰਨਾ ਹੈ, ਬਟ ਹੀ ਡਜ਼ਨਟ ਕੇਅਰ ਵੀ ਮੈਂ ਇਹ ਸੁਣ ਲਈ ਹੈ, ਆਈ ਲਾਈਕ ਦ ਵੋਇਸ, ਆ ਮੇਰੀ ਇਹੀ ਆ, ਮੇਰੀ ਆਵਾਜ਼ ਹੀ ਮੇਰੀ ਜ਼ਿੰਦਗੀ ਆ, ਉਹਨੇ ਆ ਕੇ ਉੱਥੇ ਮਰਨਾ ਹੀ ਆ ਵਿਚਾਰੇ ਨੇ, ਉਹਨੂੰ ਪਤਾ ਵੀ ਆ ਮਰਦਾ। ਸੀ ਈਵਨ ਅ ਸਿੰਪਲ ਐਨੀਮਲ ਜਿਹੜਾ ਹੈ ਨਾ, ਜਿਹੜਾ ਕਿਤੇ ਉਹ ABC ਨਹੀਂ ਪੜਿਆ, ਉਹਨੂੰ ਵੀ ਪਤਾ ਹੈ ਪ੍ਰੇਮ ਕਿਵੇਂ ਨਿਭਾਉਣਾ, ਉਹਨੇ ਫਿਰ ਵੀ ਆਪਣਾ ਪ੍ਰੇਮ ਨਿਭਾ ਦਿੱਤਾ। ਹੁਣ ਦੇਖੋ ਅੱਗੇ, ਭਵਰੇ ਵਾਸ ਵਿਨਾਸ਼ ਹੈ ਫੜ ਕਵਲ ਸੰਗਟੈ। ਹੁਣ ਜਿਹੜਾ ਭਵਰਾ ਹੈ ਉਹ ਆਉਂਦਾ ਹੈ ਵਿਚਾਰਾ ਲੈਣ ਵਾਸਤੇ, ਉਹਦੇ ਸਟੈਂਪਸ ਜਿਹੜੇ ਹੁੰਦੇ ਆ ਨਾ, ਸਟੈਂਪਸ ਤੇ ਜਾ ਕੇ ਉਹ ਰਸ ਲੈਂਦਾ ਹੈ, ਉਹ ਆ ਕੇ ਬਹਿ ਜਾਂਦਾ, ਉਹਨੂੰ ਪਤਾ ਫੁੱਲ ਬੰਦ ਹੋ ਰਿਹਾ ਹੈ, ਵਿਚਾਰਾ ਫਿਰ ਵੀ ਬੈਠਾ ਰਹਿੰਦਾ, ਉਹ ਕਹਿੰਦਾ ਮੈਂ ਰਸ ਲੈਣਾ ਹੈ, ਉਹ ਫੁੱਲ ਬੰਦ ਹੋ ਜਾਂਦਾ, ਉਹਨੂੰ ਘੁੱਟ ਕੇ ਮਾਰ ਦਿੰਦਾ, ਹੀ ਡਾਈਜ਼, ਬਟ ਉਹ ਰਸ ਨਹੀਂ ਛੱਡਦਾ। ਦੇਖੋ ਉਹ ਉਹਨੂੰ ਪਤਾ ਹੈ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਰਸ ਹੈ, ਉਹ ਰਸ ਨੂੰ ਨਹੀਂ ਛੱਡਦਾ। ਕਹਿੰਦਾ ਜੋ ਮਰਜ਼ੀ ਹੋਵੇ, ਵਿਦਆਊਟ ਦਿਸ ਰਸ ਮਾਈ ਲਾਈਫ ਇਜ਼ ਯੂਸਲੈਸ, ਮੈਂ ਲਾਈਫ ਰੱਖ ਕੇ ਕਰਨੀ ਕੀ ਆ, ਮੇਰੀ ਲਾਈਫ ਇਹਦੇ ਵਾਸਤੇ ਆ। ਉਹਨੂੰ ਪਤਾ ਲੱਗ ਗਿਆ।
ओके हुण देखो अगे गुरमुख सुख फल पिरम रस। देखो गुरमुख भी अपने प्यारे दा प्रेम दा रस वो लव जिहड़ा है ना गुरु वास्ते वो रखते ने। ते फिर कहते बहुत बंधन कट है वो सारे बंधन कट देंदे ने, किसी की परवाह नहीं वो करते। जे लोग कहे ना तू पग रखी है जी, किसी की पग नहीं है इत्थे, नो यू लुक ऑड दिस वन, वो नहीं परवाह करते। इट डजंट मैटर, उन्होंने पीयर प्रैशर नहीं हुंदा, वो परवाह ही नहीं करते। कहते मेरे गुरु का प्रेम रस है, आई हैव टू गो। जो कहते हैं पीयर प्रैशर हुंदा है, तुसीं मांस नहीं खांदे जी, मुर्गा खाया करो डिनर ते जाके, हुण तुसीं की करना है, वो पीयर प्रैशर आ। और पीयर प्रैशर की है जी, तुसीं पींदे नहीं जी, हाँ जी थोड़ा बहुता पी लिया करो। यू थिंक पीपल नेवर ड्रिंक मीन्स कैनॉट, यू नो। ਆਪਾਂ ਉਹ ਗੱਲਾਂ ਵਿੱਚ ਆ ਕੇ ਕਈ ਲੋਕ ਪੀਣ ਲੱਗ ਜਾਂਦੇ ਨੇ, ਫਿਰ ਕਹਿੰਦੇ ਜੀ ਹੁਣ ਡਰਿੰਕਿੰਗ ਕਰ ਲਈ, ਹੁਣ ਸਮੋਕਿੰਗ ਵੀ ਕਰ ਲਓ। ਫਿਰ ਜਿਹੜਾ ਲੋਕਾਂ ਦੇ ਚਾਲ ਬਾਲ ਦੇਖ ਕੇ ਲੋਕ ਨੱਚਦੇ ਨੇ, ਆਪਾਂ ਵੀ ਜਾ ਕੇ ਨੱਚੀਏ। ਦੇਖੋ ਨੱਚਦੇ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਕ ਤਾਂ ਗੁਲਾਮ ਹੁੰਦੇ ਨੇ, ਸਲੇਵ ਪੀਪਲ ਨੱਚਦੇ ਨੇ। ਇੱਕ ਜਿਹੜੇ ਹਨ ਹਿਜੜੇ, ਨੋ ਮੇਲ ਨੋ ਫੀਮੇਲ ਹਿਜੜੇ ਜਿਹੜੇ ਹੁੰਦੇ ਨੇ ਉਹ ਨੱਚਦੇ ਨੇ। ਤੀਜੇ ਪ੍ਰੋਸਟੀਟਿਊਟਸ ਨੱਚਦੀਆਂ ਨੇ। ਸੋ ਗੁਰਮਤ ਵਿੱਚ ਲਿਖਿਆ ਇਹ ਤਿੰਨ ਤਰ੍ਹਾਂ ਦੇ ਬੰਦੇ ਨੱਚਦੇ ਨੇ। ਸੋ ਆਪਾਂ ਨੂੰ ਪੀਅਰ ਪ੍ਰੈਸ਼ਰ ਆ ਜੀ, ਉਹ ਨੱਚ ਰਹੇ ਆਪਾਂ ਵੀ ਨੱਚੀਏ, ਆਪਾਂ ਇਹ ਕਰੀਏ ਜੀ, ਲੋਕ ਇਹ ਕਰਦੇ ਨੇ ਆਪਾਂ ਵੀ ਕਰੀਏ। ਇਹ ਪੀਅਰ ਪ੍ਰੈਸ਼ਰ ਕਰਕੇ ਆਪਾਂ ਆਪਣਾ ਧਰਮ ਛੱਡ ਜਾਂਦੇ ਹਾਂ। ਬਿਕੋਜ਼ ਵੀ ਫੀਲ ਦ ਪ੍ਰੈਸ਼ਰ। ਉਹਨੇ ਡਿਨਰ ਕੀਤਾ ਮੈਂ ਵੀ ਕਰਨਾ, ਉਹਨੇ ਇਹ ਕੀਤਾ ਮੈਂ ਵੀ ਕਰਨਾ ਹੈ। ਸੋ ਬੱਚਿਆਂ ਨੂੰ ਇਹ ਪੀਅਰ ਪ੍ਰੈਸ਼ਰ, ਆਪਾਂ ਨੂੰ ਇਹ ਪੀਅਰ ਪ੍ਰੈਸ਼ਰ ਸਾਰਿਆਂ ਨੂੰ ਹੁੰਦਾ ਹੈ। ਪਰ ਕਹਿੰਦੇ ਜਿਹੜਾ ਸਿੱਖ ਹੁੰਦਾ ਨਾ ਉਹ ਸਾਰੇ ਬੰਧਨ ਕੱਟ ਦਿੰਦਾ ਹੈ। ਆਈ ਐਮ ਨਾਟ ਸਪੋਜ਼ ਟੂ ਡੂ ਦਿਸ। ਮੇਰੇ ਗੁਰੂ ਨਾਨਕ ਨੇ ਕਿਤੇ ਭੰਗੜਾ ਨਹੀਂ ਪਾਇਆ, ਮੇਰੇ ਗੁਰੂ ਨਾਨਕ ਨੇ ਕਿਤੇ ਮਾਸ ਨਹੀਂ ਖਾਧਾ, ਮੇਰੇ ਗੁਰੂ ਨਾਨਕ ਨੇ ਕਿਤੇ ਇਹਨ ਚੀਜ਼ਾਂ ਨੂੰ ਮੈਂ ਕਿਹਾ ਵੀ ਨਹੀਂ ਕਰਨਾ, ਨਹੀਂ ਕਰਨਾ। ਦੈਟਸ ਇਟ, ਗੱਲ ਮੁੱਕ ਗਈ। ਸੋ ਦੇਖ ਬਹੁਤ ਬੰਧਨ ਕੱਟ ਹੈ। ਫਿਰ ਕਹਿੰਦੇ ਧੰਨ ਧੰਨ ਗੁਰ ਸਿੱਖ ਵੰਸ਼ ਹੈ। ਕਹਿੰਦੇ ਧੰਨ ਧੰਨ ਹੈ ਗੁਰੂ ਸਿੱਖਾਂ ਦੀ ਵੰਸ਼, ਉਹਨਾਂ ਦਾ ਜਨਰੇਸ਼ਨ। ਕਿਉਂ? ਗੁਰਮਤ ਨਿਤ ਖੱਟਾ ਹੈ, ਉਹ ਗੁਰਮਤ ਦਾ ਖਜ਼ਾਨਾ ਖੱਟਦੇ। They earn the treasure of ਗੁਰਸਿੱਖੀ, they earn the treasure of ਗੁਰਮੁਖਤਾਈ। ਉਹ ਖੱਟਦੇ ਨੇ, ਉਹਨਾਂ ਨੂੰ ਉਹਨਾਂ ਦੇ ਨਾਲ ਪ੍ਰੇਮ ਹੋ ਜਾਂਦਾ। ਕਹਿੰਦੇ ਦੇਖੋ ਨਾ ਇਹ ਜਾਨਵਰ ਨੇ, ਇਹ ਵੀ ਆਪਣਾ ਨਿਭਾ ਕੇ, ਆਪਾਂ ਫੇਲ ਹੋ ਜਾਂਦੇ ਹਾਂ। ਓਕੇ ਦੇਖੋ ਸਿਦਕ ਕੀ ਹੈ? ਨੋ ਐਕਸਪੈਕਟੇਸ਼ਨ ਜਸਟ ਫੇਥ। ਇਹੀ ਚੀਜ਼ ਹੈ, ਕੁਝ ਵੀ ਵਾਪਸ ਆਪਾਂ ਨਹੀਂ ਮੰਗਣਾ, ਹੋਣਾ ਚਾਹੀਦਾ ਇਹ ਭਰੋਸਾ ਆਪਾਂ ਨੂੰ। ਦੈਟਸ ਇਟ, ਉਹੀ ਸਿਦਕ ਹੈ। ਹੁਣ ਦੇਖੋ ਜਿਹੜਾ ਫੇਥ ਹੈ ਨਾ ਇਹ ਕਿਵੇਂ ਹੈ? ਮਹਾਰਾਜ ਦੀ ਬਾਣੀ ਦੱਸਦੀ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਆਪਾਂ ਨੂੰ ਜਦੋਂ ਆਪਾਂ ਭਰੋਸਾ ਕਿਹਦੇ ਤੇ ਰੱਖਦਾ, ਇੱਕ ਗੁਰੂ ਹੁੰਦਾ ਹੈ, ਇੱਕ ਆਪਾਂ ਨੂੰ ਵੈਲਥੀ ਮੈਨ ਦਿਸਦਾ ਹੈ, ਇੱਕ ਦਾਤੋ ਤੰਸਰੀ ਦਿਸਦਾ ਹੈ, ਇੱਕ ਆਪਾਂ ਨੂੰ ਦਿਸਦਾ ਹੈ ਰਾਜੇ ਲੋਕ ਦਿਸਦੇ ਨੇ, ਇੱਕ ਲੋਕ ਇਨਫਲੂਐਂਸ਼ੀਅਲ ਬੰਦੇ ਦਿਸਦੇ ਨੇ। ਆਪਾਂ ਕੀ ਕਰਦੇ ਹਾਂ ਜੀ? ਆਪਾਂ ਗੁਰੂ ਨੂੰ ਛੱਡ ਕੇ ਇਹਨਾਂ ਦੇ ਮੂਹਰੇ ਜਾ ਕੇ ਹੱਥ ਜੋੜਦੇ ਨੇ, ਭਾਈ ਮੈਨੂੰ ਦੇ ਦੇ ਕੁਛ, ਹਾਂਜੀ ਦਿਸ ਇਜ਼ ਮਾਈ ਪੇਨ ਪਲੀਜ਼ ਰਿਲੀਜ਼ ਮੀ ਫਰੋਮ ਦਿਸ। ਗੁਰਦੁਆਰੇ ਮੱਥਾ ਨਹੀਂ ਟੇਕਣਾ, ਇਹਨਾਂ ਨੂੰ ਜਾ ਕੇ ਮੱਥਾ ਟੇਕਦੇ ਨੇ। ਇਹ ਬੰਦਿਆਂ ਵਾਸਤੇ ਕੀ ਹੈ? ਮਹਾਰਾਜ ਕਹਿੰਦੇ ਜਿਸ ਮਾਨੁਖ ਪੈ ਕਰੋ ਬੇਨਤੀ ਮੈਂ ਸੋ ਆਪਣਾ ਦੁੱਖ ਰੋਇਆ। ਕਹਿੰਦੇ ਉਹਦੇ ਕੋਲ ਕੀ ਦੁੱਖ ਰੋਣਾ ਜਿਹੜੇ ਬੰਦੇ ਕੋਲ ਆਪਣੇ ਇੰਨੇ ਦੁੱਖ ਪਏ ਨੇ, ਉਹਨਾਂ ਕੋਲ ਕੀ ਦੁੱਖ ਰੋਣਾ ਤੁਸੀਂ ਜਾ ਕੇ? ਉਹਦਾ ਤਾਂ ਆਪ ਦੁੱਖਾਂ ਦਾ ਭਰਿਆ ਪਿਆ ਉਹ। ਵਾਟ ਡੂ ਯੂ ਐਕਸਪੈਕਟ? ਸੀ ਵੀ ਐਕਸਪੈਕਟ ਪੀਪਲ ਦੋਜ਼ ਵੀ ਆਵਰ ਐਕਸਪੈਕਟੇਸ਼ਨਸ ਆਰ ਔਨ ਦੋਜ਼ ਹੂ ਹੈਵ देयर ਓਨ ਪ੍ਰੋਬਲਮਸ ਟੂ ਸੋਲਵ। ਡੂ ਯੂ ਥਿੰਕ ਦੇ ਆਰ ਗੋਇੰ ਟੂ ਸੋਲਵ ਯੋਰ ਪ੍ਰੋਬਲਮਸ? ਸੋ ਇੱਥੇ ਮਹਾਰਾਜ ਦੀ ਬਾਣੀ ਹੈ ਇਹ। ਸੋ ਮਹਾਰਾਜ ਦਾ ਹੁਕਮ ਹੈ। ਫਿਰ ਕਹਿੰਦੇ ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕੱਟੇ। ਕਹਿੰਦੇ ਗੁਰੂ ਤੋਂ ਬਿਨਾ ਤੁਹਾਡਾ ਦੁੱਖ ਕੋਈ ਨਹੀਂ ਕੱਟਦਾ, ਕੋਈ ਨਹੀਂ ਕੱਟ ਸਕਦਾ ਤੁਹਾਡਾ ਦੁੱਖ। ਇੱਕ ਗੁਰੂ ਹੈ, ਗੁਰੂ ਮਹਾਰਾਜ ਤੇ ਭਰੋਸਾ ਰੱਖੋ। ਕੈਂਸਰ ਵੀ ਚਲੀ ਜਾਂਦੀ ਹੈ, ਇਸ ਵਰਗੇ ਰੋਗ ਵੀ ਨਹੀਂ ਰਹਿੰਦੇ, ਸਭ ਕੁਝ ਚਲਾ ਜਾਂਦਾ ਜੇ ਗੁਰੂ ਤੇ ਫੇਥ ਆ ਜਾਵੇ, ਗੁਰੂ ਤੇ ਭਰੋਸਾ ਆ ਜਾਵੇ। ਗੁਰੂ ਕੀ ਨਹੀਂ ਕਰ ਸਕਦਾ? ਮਰੇ ਹੋਇਆਂ ਨੂੰ ਜਿਉਂਦਾ ਕਰ ਸਕਦਾ ਹੈ, ਹੋਰ ਕੀ ਕਰਨਾ? ਤੋ ਫਿਰ ਦੇਖੋ ਮੁਰਦੇ ਵਾਂਗ ਮੁਰੀਦ ਹੋਏ, ਮਰੇ ਵਰਗੇ ਡੈਡ ਬੋਡੀ ਵਰਗਾ ਕਹਿੰਦੇ ਮੁਰੀਦ ਸਟੂਡੈਂਟ ਚਾਹੀਦਾ ਹੈ, ਡਿਸਾਈਪਲ ਚਾਹੀਦਾ ਹੈ। ਕਹਿੰਦੇ ਕਰ ਸਿੱਧਕ ਸਬੂਰੀ, ਜਿਹਨੇ ਸਿਰਫ ਸਿੱਧਕ ਕੀਤਾ ਹੈ ਆਪਣਾ ਪੇਸ਼ਨ ਰੱਖ। ਫਿਰ ਦੇਖੋ ਹੁਣ ਆਪਾਂ ਵਿਚਾਰ ਕਰਨੀ ਹੈ, ਸਾਖੀ ਨੰਬਰ 1 ਹੈ ਸਿੱਖਾਂ ਦੀ ਸਿੱਧਕ ਜਿਹੜੀ ਹੈ ਨਾ। ਹੁਣ ਔਰਤ ਜਿਹੜੀ ਹੈ ਨਾ, ਦੁਨੀਆ ਨੇ ਇਹਨੂੰ ਕਮਜ਼ੋਰ ਮੰਨਿਆ। everyone knows, everyone proves in the world that a woman is weak। ਕਹਿੰਦੇ ਜਦੋਂ ਵੀ ਫੇਲ ਹੁੰਦਾ ਹੈ, ਵੂਮਨ ਪਹਿਲਾਂ ਫੇਲ ਹੁੰਦੀ ਹੈ, ਔਰਤ ਪਹਿਲਾਂ ਫੇਲ ਹੁੰਦੀ ਹੈ। ਲੋਕੀ ਗੱਲਾਂ ਤਾਂ ਬਥੇਰੀਆਂ ਕਰ ਲੈਂਦੇ ਨਾ, ਇਕੋ ਜੈਂਡਰ ਜਿਹੜਾ ਹੁੰਦਾ ਹੈ ਇਹ ਆ ਜੀ, ਵੀ ਆ ਇਕੁਅਲ। ਪਰ ਜਦੋਂ ਕਹਿੰਦੇ ਆ ਨਾ, ਤੁਹਾਨੂੰ ਪਤਾ ਜਦੋਂ ਆਪਾਂ ਕਹਿੰਦੇ ਆ ਨਾ, ਜਦੋਂ ਪਾਕਿੰਗ ਅੱਜ ਕੱਲ੍ਹ ਵੂਮਨ ਪਾਕਿੰਗਸ ਬਣਾਈਆਂ, ਇਹਦਾ ਮਤਲਬ ਕੀ ਹੈ? ਜੇ ਪ੍ਰੈਗਨੈਂਟ ਵੂਮਨ ਦੀ ਪਾਕਿੰਗ ਹੋਵੇ, ਬੱਚਿਆਂ ਵਾਲੀ ਪਾਕਿੰਗ ਹੋਵੇ, ਓਕੇ ਆਈ ਐਗਰੀ। ਬਟ ਵੂਮਨ ਪਾਕਿੰਗ ਦੇ ਵਿੱਚ ਮੈਨੂੰ ਲੱਗਦਾ ਇੱਕ ਔਰਤ ਨੂੰ ਬਹੁਤ ਕਮਜ਼ੋਰ ਮੰਨਿਆ ਵੀ ਇਹ ਕਮਜ਼ੋਰ ਜਾਤੀ ਹੈ, ਇਹਦੇ ਵਾਸਤੇ ਨੇੜੇ ਨੇੜੇ ਰੱਖੋ ਪਾਕਿੰਗ ਇਹਨਾਂ ਦੀਆਂ। ਦੇ ਕੈਨੋਟ ਵਾਕ, ਯੂ ਨੋ, ਦੇ ਆਰ ਵੈਰੀ ਵੀਕ, ਯੂ ਨੋ। ਅਸਲ ਵਿੱਚ ਉਹ ਕੋਈ ਐਡਵਾਂਟੇਜ ਨਹੀਂ ਤੁਹਾਨੂੰ ਦੇ ਰਹੇ, ਉਹ ਤੁਹਾਨੂੰ ਕਮਜ਼ੋਰ ਦਿਖਾ ਰਹੇ ਨੇ ਵੀ ਤੁਸੀਂ ਬਹੁਤ ਕਮਜ਼ੋਰ ਆ, ਤੁਹਾਡੇ ਕੋਲ 2 ਬੈਗ ਨਹੀਂ ਚੱਕੇ ਜਾਣੇ ਸ਼ਾਪਿੰਗ ਵਾਲੇ।
नो सो दिस इज वेयर दे पुट यू डाउन ਅਸਲ ਵਿੱਚ। ਸੋ ਕੀ ਹੁੰਦਾ ਹੈ, ਕਹਿੰਦੇ ਵੂਮਨ ਨੂੰ ਜਾਂ ਹਮੇਸ਼ਾ ਔਰਤਾਂ ਨੂੰ ਨੀਚ ਦਿਖਾਇਆ ਲੋਕਾਂ ਨੇ। ਬਟ ਦਿਸ ਸਾਖੀ ਹੀਅਰ ਦਿਸ ਹੈ ਜੇ ਜਦੋਂ ਗੁਰੂ ਨਾਨਕ ਨੇ ਕਿਹਾ ਨਾ ਭੰਡ ਜਨਮਿਆ ਭੰਡ ਨਮਿਆ ਨਾ, ਸੋ ਇੱਕ ਸਾਰਾ ਸ਼ਲੋਕ ਜਿਹੜਾ ਮਹਾਰਾਜ ਨੇ ਪੌੜੀ ਉਚਾਰੀ ਨਾ ਉਹਦਾ ਦੇਖ ਲਓ। ਦੇਖੋ ਕੀ ਹੋਇਆ, ਕਹਿੰਦੇ ਗਵਰਨਰ ਆਫ ਲਾਹੌਰ ਜਿਹੜਾ ਸੀਗਾ ਨਾ 1748 ਦੇ ਵਿੱਚ ਜਿਹੜਾ ਹੈ ਮੀਰ ਮੰਨੂ ਬਣਿਆ। ਮੀਰ ਮੰਨੂ ਵਾਸ ਦ ਗਵਰਨਰ ਆਫ ਲਾਹੌਰ। ਓਕੇ ਚਲੋ ਉਹ ਸਾਖੀ ਆਪਾਂ ਉਹਦਾ ਹਿਸਟਰੀ ਰਾਜ ਦੀ ਛੱਡੀਏ। ਕਹਿੰਦੇ ਉਹਨੇ ਕੀ ਕੀਤਾ ਨਾ, ਮੀਰ ਮੰਨੂ ਕਹਿੰਦਾ ਮੈਂ ਸਿੱਖਾਂ ਨੂੰ ਖਤਮ ਕਰ ਦੇਣਾ, ਆਈ ਵੋਂਟ ਲੈਟ ਈਵਨ ਵਨ ਸਿੱਖ ਸਰਵਾਈਵ। ਹੀ ਟਾਰਗੇਟਡ ਦੈਟ 1748 ਦੀ ਗੱਲ ਹੈ। ਉਹਨੇ ਕੀ ਕੀਤਾ, ਘਰ ਘਰ ਸਰਚ ਕਰਕੇ ਉਸ ਵੇਲੇ ਸਿੱਖਾਂ ਨੇ ਕੀ ਕੀਤਾ, ਜਿਹੜੇ ਬੰਦੇ ਸੀ ਨਾ ਮਰਦ ਸੀਗੇ ਉਹ ਸਾਰੇ ਜੰਗਲਾਂ ਨੂੰ ਚਲੇ ਗਏ, ਬਿਕਾਜ਼ ਉਹਨਾਂ ਨੂੰ ਪਕੜ ਕੇ ਮਾਰਨ ਲੱਗੇ ਸੀਗੇ। ਸੋ ਦ ਸਿੱਖ ਵਾਟ ਦੇ ਡਿਡ, ਦੇ ਵੈਂਟ ਇਨਟੂ ਜੰਗਲਸ ਬਟ ਦੇਅਰ ਫੈਮਿਲੀ ਵਾਸ ਲੈਫਟ ਬਿਹਾਈਂਡ। ਉਹਨਾਂ ਦੇ ਫੈਮਲੀਆਂ ਪਿੱਛੇ ਰਹਿ ਗਈਆਂ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਘਰ ਵਾਲੀਆਂ, ਉਹਨਾਂ ਦੀਆਂ ਮਾਵਾਂ ਪਿੱਛੇ ਰਹਿ ਗਈਆਂ। ਸੋ ਕੀ ਹੋਇਆ, ਮੀਰ ਮੰਨੂ ਨੇ ਘਰ ਘਰ ਜਾ ਕੇ ਸਰਚ ਕੀਤੀ। ਘਰ ਘਰ ਦੇ ਵਿੱਚੋਂ ਜਾ ਕੇ ਉਹਨਾਂ ਨੇ ਬੱਚੇ ਤੇ ਮਾਈਆਂ ਨੂੰ, ਔਰਤਾਂ ਨੂੰ ਬਾਹਰ ਕੱਢਿਆ, ਉਹਨਾਂ ਦੇ ਘਰ ਲੁੱਟ ਲਏ। ਘਰ ਲੁੱਟ ਕੇ ਉਹਨਾਂ ਦੇ ਘਰ ਸਾੜ ਦਿੱਤੇ ਵੀ ਉਹਨਾਂ ਦਾ ਕੋਈ ਨਾ ਘਰ ਰਵੇ। ਉਹਨਾਂ ਨੂੰ ਫਿਰ ਹੱਥ ਬੰਨ੍ਹ ਕੇ ਘੋੜੇ ਦੇ ਪਿੱਛੇ ਦੇ ਆਸਕ ਦੇਮ ਟੂ ਵਾਕ। ਕਈ ਬੱਚੇ ਮਾਵਾਂ ਕੋਲ 2-2 ਮਹੀਨੇ, 1-1 ਮਹੀਨੇ ਦਾ ਬੱਚਾ ਵੀ ਉਹਨਾਂ ਦੇ ਕੋਲ ਸੀਗਾ। ਦੇ ਆਸਕ ਦੇਮ ਟੂ ਵਾਕ, ਜਿਹੜਾ ਹਨ ਟੈਂਸ ਆਫ ਮਾਈਲਸ ਤੁਰ ਕੇ ਲਾਹੌਰ ਜੇਲ੍ਹ ਵੱਲ ਉਹ ਤੁਰ ਕੇ ਲੈ ਕੇ ਗਏ। ਰਸਤੇ ਦੇ ਵਿੱਚ ਜਿਹੜੀਆਂ ਬੁੱਢੀਆਂ ਮਾਵਾਂ ਸੀ ਵਿਚਾਰੀਆਂ, ਪਾਣੀ ਤਾਂ ਕੋਈ ਦੇਣਾ ਸੀ ਉਹਨਾਂ ਨੇ, ਉਹ ਵਿਚਾਰੀਆਂ ਜਿਹੜੀਆਂ ਹਨ ਉਹ ਜਿਹੜਾ ਹਨ ਉਸ ਵੇਲੇ ਜੇਠ ਹਾੜ ਦਾ ਮਹੀਨਾ ਸੀ, ਬਹੁਤ ਗਰਮੀ ਸੀਗੀ, ਵਿਚਾਰੀਆਂ ਰਸਤੇ 'ਚ ਮਰ ਗਈਆਂ। ਕਈ ਜਿਹੜੀਆਂ ਸਿੰਘਣੀਆਂ ਸੀਗੀਆਂ ਉਹ ਲੜਦੀਆਂ ਸੀਗੀਆਂ, ਲੜ ਕੇ ਉੱਥੇ ਸ਼ਹੀਦ ਹੋ ਗਈਆਂ। ਜਿਹੜੀਆਂ ਬੱਚੀਆਂ ਉਹ ਪਹੁੰਚੀਆਂ ਲਾਹੌਰ ਜੇਲ੍ਹ ਦੇ ਵਿੱਚ। ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਤੇ ਉਹਨਾਂ ਨੂੰ ਬੰਦ ਕਰ ਦਿੱਤਾ ਕਈ ਦਿਨਾਂ ਵਾਸਤੇ। ਫॉर ਮੈਨੀ ਡੇਜ਼ ਨੋ ਫੂਡ ਨੋ ਵਾਟਰ। The only thing was ask them, ਉਹ ਪਤਾ ਕੀ ਕਹਿੰਦੇ ਸੀ ਤੁਹਾਨੂੰ ਸ਼ਰਤ ਕੀ ਆ, convert into Islam, we will get you married to another Muslim guy, you can stay happily, we will sustain your life, whatever you need we'll give you, but you have to convert। ਇਹ ਸਿੰਘਣੀਆਂ ਕਹਿੰਦੀਆਂ ਅਸੀਂ ਕਨਵਰਟ ਨਹੀਂ ਹੋਣਾ ਇਸਲਾਮ ਦੇ ਵਿੱਚ, ਅਸੀਂ ਨਹੀਂ ਹੋਣਾ, ਅਸੀਂ ਆਪਣਾ ਧਰਮ ਨਹੀਂ ਛੱਡਣਾ। you know what they made them to do? ਇਹਨਾਂ ਨੇ ਕੀ ਕੀਤਾ, ਉਸ ਵੇਲੇ ਬੱਚੇ ਨੇ ਛੋਟੇ, ਵੱਡੇ ਨੂੰ ਖਾਣਾ ਨਾ ਮਿਲੇ ਨਾ ਸਰ ਜਾਂਦਾ ਹੈ, ਬੱਚਾ ਤਾਂ ਰੋਂਦਾ ਨਾ ਵਿਚਾਰਾ, ਭੁੱਖ ਲੱਗੀ ਹੈ, ਮਦਰ ਉਹਨੂੰ ਬ੍ਰੈਸਟ ਫੀਡ ਕਰਦੀ ਹੈ, ਬਟ ਮਦਰ ਇਜ਼ ਨਾਟ ਈਟਿੰਗ ਐਨੀਥਿੰਗ, ਨਾਟ ਡਰਿੰਕਿੰਗ, ਉਹਨੂੰ ਦੁੱਧ ਕਿੱਥੋਂ ਆਊਗਾ ਵਿਚਾਰੀ ਨੂੰ। ਸੋ ਬੱਚੇ ਵਿਚਾਰੇ ਰੋ ਰਹੇ ਨੇ। ਮਾਤਾ ਪਤਾ ਕੀ ਕਰਦੀਆਂ ਹੈ, ਉਹ ਲੋੜੀਆਂ ਸੁਣਾਉਂਦੀਆਂ। ਜੇ ਬੱਚਿਆਂ ਨੂੰ ਲੋੜੀਆਂ ਸੁਣਾਈਦੀਆਂ ਨਾ, ਉਹ ਗੁਰਬਾਣੀ ਦੀਆਂ ਲੋੜੀਆਂ ਬੱਚਿਆਂ ਨੂੰ ਸੁਲਾ ਕੇ ਥਾਪ ਕੇ ਉਹਨਾਂ ਨੂੰ ਸੁਣਾਉਂਦੀਆਂ ਨੇ, ਦਿਨ ਰਾਤ ਉਹਨਾਂ ਨੂੰ ਬਾਣੀ ਪੜਾਉਂਦੀਆਂ ਨੇ। ਫਿਰ ਕੀ ਹੋਇਆ ਜੀ, ਉਹਨਾਂ ਦੇ ਸਾਹਮਣੇ ਲਿਆ ਕੇ ਚੱਕੀ ਰੱਖ ਦਿੱਤੀ। ਦੇ ਵਰ ਆਸਕਡ ਟੂ ਗ੍ਰਾਈਂਡ 46.8 ਕਿਲੋਗ੍ਰਾਮ ਪਰ ਡੇ। ਵੀਟ ਜਿਹੜੀ ਹੁੰਦੀ ਆ, ਹੱਥਾਂ ਦੇ ਨਾਲ 2 ਜਿਹੜੇ ਪੀਸ ਹੁੰਦੇ ਨੇ ਆਪਣੇ ਸਟੋਨਸ ਦੇ, ਉਹਨਾਂ ਨੂੰ ਰਗੜ ਕੇ ਉਹਨਾਂ ਨੇ 46.8 ਕਿਲੋਸ ਦਾ ਆਟਾ ਬਣਾਉਣਾ ਹੈ। ਐਂਡ ਦੇ ਵਰ ਓਨਲੀ ਗਿਵਨ ਹਾਫ ਕੱਪ ਆਫ ਵਾਟਰ, ਹਾਫ ਬ੍ਰੈਡ, ਬਸ ਉਹੀ ਸੀ ਪਰ ਡੇ। ਹਾਫ ਕੱਪ ਆਫ ਵਾਟਰ, ਹਾਫ ਬ੍ਰੈਡ, ਬਸ ਉਹੀ ਮਿਲਦਾ ਸੀ ਦਿਨ 'ਚ। ਫਿਰ ਵੀ ਮਾਵਾਂ ਵਿਚਾਰੀਆਂ ਕਹਿੰਦੇ ਅਸੀਂ ਨਹੀਂ ਹੋਣਾ। ਅਰਦਾਸ ਹਰ ਰੋਜ਼ ਕਰਦੀਆਂ, ਮਹਾਰਾਜ 4 ਦਿਨ ਪੈਰ ਦਿਨ ਦੇ ਖੁਸ਼ੀਆਂ ਨਾਲ ਬਤੀਤ ਹੋਏ, ਮਹਾਰਾਜ ਤੁਹਾਡੇ ਚਰਨਾਂ 'ਚ ਰਾਤ ਨੂੰ ਵੀ ਬਤੀਤ ਕਰਾ ਦਿਓ। ਫਿਰ ਵੀ ਸ਼ੁਕਰਾਨੇ ਦੀ ਅਰਦਾਸ ਨੇ ਨੈਵਰ ਕੰਪਲੀਟ, ਫਿਰ ਵੀ ਜਿਹੜਾ ਖੁਸ਼ ਹੋ ਕੇ ਰਹਿੰਦੀਆਂ ਨੇ। ਫਿਰ ਕੀ ਹੋਇਆ, ਉਸ ਵੇਲੇ ਜਿਹੜਾ ਹੈ ਆਪਣੇ ਆਪ ਦੇ ਵਿੱਚ ਗੱਲਾਂ ਕਰਦੀਆਂ ਨੇ। ਗੁਰੂ ਅਰਜਨ ਦੇਵ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਕਹਿੰਦੇ ਮਹਾਰਾਜ ਤਾਂ ਇੰਨੇ ਦੁੱਖ ਸਹਾਰੇ ਆ, ਆਪਾਂ ਤਾਂ ਫਿਰ ਵੀ ਕੁਛ ਨਹੀਂ ਸਹਾਰ ਰਹੀਆਂ। ਮਹਾਰਾਜ ਨੇ ਤਾਂ ਏਡੇ ਏਡੇ ਦੁੱਖ ਸਹਾਰ ਲਏ, ਫਿਰ ਵੀ ਜਿਹੜਾ ਹਨ ਮਹਾਰਾਜ ਦੇ ਜਿਹੜੇ ਸੈਕਰੀਫਾਈਸਸ ਨੂੰ ਵੱਡਾ ਮੰਨਦੀਆਂ ਨੇ। ਹੁਣ ਦੇਖੋ, ਕਹਿੰਦੇ ਮੀਰ ਮੰਨੂ ਨੇ ਇੱਕ ਦਿਨ ਆ ਕੇ ਕਿਹਾ ਉਹਨਾਂ ਨੂੰ, ਕਹਿੰਦੇ ਤੁਹਾਡੇ ਪਤੀ ਤਾਂ ਮਰ ਗਏ, ਖਾਲਸਾ ਕਿੱਥੇ ਰਹਿ ਗਿਆ, ਖਤਮ ਹੋ ਗਿਆ, ਕੋਈ ਨਹੀਂ ਰਿਹਾ। ਕਹਿੰਦੇ ਤੁਸੀਂ ਆਪਣੀ ਜਵਾਨੀ ਕਿਉਂ ਖਤਮ ਕਰ ਰਹੀਆਂ ਹੋ, ਮੈਂ ਤੁਹਾਨੂੰ ਵਿਆਹ ਦਿੰਦਾ ਹੈ ਚੰਗੀ ਤਰ੍ਹਾਂ, 1-2 ਮੈਂ ਵੀ ਵਿਆਹ ਲਾਂਗਾ। ਕਹਿੰਦਾ ਵੀ ਤੁਸੀਂ ਸੁਖੀ ਰਹੋਗੀਆਂ, ਤੁਸੀਂ ਇਸਲਾਮ ਵਿੱਚ ਆ ਜਾਓ, ਤੁਹਾਨੂੰ ਸਭ ਕੁਝ ਦਿੱਤਾ ਜਾਏਗਾ। ਤੇ ਪਰ ਉਹ ਮਾਈਆਂ ਪਤਾ ਕੀ ਕਹਿੰਦੀਆਂ, ਉਹਨਾਂ ਦਾ ਜਵਾਬ ਸੁਣਨ ਵਾਲਾ ਸੀਗਾ। ਉਹਨਾਂ ਨੇ ਕਿਹਾ, ਕਹਿੰਦੇ ਮੀਰ ਮੰਨੂ ਤੂੰ ਗਲਤ ਹੈ, ਕਹਿੰਦੇ ਅਸੀਂ ਦੁੱਖ ਸਹਾਰਦੀਆਂ ਨੇ, ਅਸੀਂ ਜ਼ਿੰਦਗੀ ਵਿੱਚ ਕੋਈ ਰਿਵਾਰਡ ਨਹੀਂ ਲੈਣੀ, ਅਸੀਂ ਕੋਈ ਫਲ ਨਹੀਂ ਲੈਣਾ, ਸਾਨੂੰ ਖੁਸ਼ੀ ਨਹੀਂ ਚਾਹੀਦੀ, ਸਾਨੂੰ ਸਿਰਫ ਇੱਕੋ ਗੱਲ ਚਾਹੀਦੀ ਹੈ। ਸਾਡੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਅਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਹੈ, ਅਸੀਂ ਉਹ ਅੰਮ੍ਰਿਤ ਦੀ ਨੂੰ ਜਿਹੜਾ ਹੈ ਛਕਿਆ ਹੋਇਆ, ਅਸੀਂ ਸਿਰ ਦੇ ਕੇ ਲਿਆਏ ਅੰਮ੍ਰਿਤ। ਕਹਿੰਦੇ ਅਸੀਂ ਸਿਰ ਦੇਤਾ ਸੀ ਤਾਂ ਹੀ ਅੰਮ੍ਰਿਤ ਮਿਲਿਆ ਨਾ। ਸੀ ਦਾ ਓਨਲੀ ਕੰਡੀਸ਼ਨ ਜਿਹੜੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕੀ ਹੁੰਦੀ ਹੈ, ਯੋਰ ਹੇਟ ਇਜ਼ ਬਿਲੋਂਗਸ ਟੂ ਦ ਗੁਰੂ, ਦੈਨ ਯੂ ਆਰ ਗਿਵਨ ਦ ਅੰਮ੍ਰਿਤ। ਕਹਿੰਦੀ ਅਸੀਂ ਸਿਰ ਤਾਂ ਪਹਿਲਾਂ ਹੀ ਗੁਰੂ ਨੂੰ ਦੇ ਦਿੱਤਾ, ਅਸੀਂ ਤਾਂ ਪਹਿਲਾਂ ਹੀ ਮਰਿਆ, ਪਹਿਲਾਂ ਮਰਨ ਕਬੂਲ ਨਾ, ਗੱਲ ਇਹ ਆ। ਸੋ ਕਹਿੰਦੇ ਸਿਰ ਤਾਂ ਪਹਿਲਾਂ ਹੀ ਦਿੱਤਾ ਹੋਇਆ, ਤੂੰ ਕੀ ਗੱਲ ਕਰਦਾ ਹੈ ਮੌਤ ਦੀ। ਕਹਿੰਦੇ ਸਾਨੂੰ ਭਾਵੇਂ ਤੂੰ ਕਿੰਨਾ ਮਰਜ਼ੀ ਕਰ ਲਾ, ਅਸੀਂ ਆਪਣਾ ਧਰਮ ਨਹੀਂ ਛੱਡਦੀਆਂ,
ਤੇ ਕਹਿੰਦੇ ਜਿਹੜਾ ਇਸਲਾਮ ਹੈ ਭਾਵੇਂ ਜੋ ਮਰਜ਼ੀ ਤੂੰ ਸਾਨੂੰ ਦੇ ਦੇ, ਪਰ ਸਾਨੂੰ ਆਪਣੀ ਸਿੱਖੀ ਚਾਹੀਦੀ ਹੈ, ਉਹਦੇ ਬਦਲੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਸਿੱਖੀ ਦੇ ਬਦਲੇ ਸਾਨੂੰ ਕੁਝ ਨਹੀਂ ਚਾਹੀਦਾ। ਤੂੰ ਭਾਵੇਂ ਅਸੀਂ ਜਿਉਂਦਿਆਂ ਰਹੀਏ ਚਾਹੇ ਅਸੀਂ ਮਰੀਏ, doesn't matter. See, they didn't even decide that they should live or they should die. You see, if you do, sometimes you say, I better die. What you are deciding it. ਉਹਨਾਂ ਨੇ ਇਹ ਵੀ ਨਹੀਂ ਡਿਸਾਈਡ ਕੀਤਾ, ਕਹਿੰਦੇ ਗੁਰੂ ਨੇ ਮਹਾਰਾਜ ਨੇ ਜਿਉਂਦਾ ਰੱਖਣਾ ਰੱਖ ਲੈਣ, ਗੁਰੂ ਨੇ ਮਾਰਨਾ ਮਾਰ ਦੇਣ, ਸਾਨੂੰ ਕੋਈ ਪਰਵਾਹ ਨਹੀਂ ਹੈ। ਅਸੀਂ ਤਾਂ ਸਿੱਖੀ ਕਮਾਉਣੀ ਆ, ਆਪਣਾ ਤਾਂ ਉਹੀ ਹੈ, ਤੇ ਆਪਣਾ ਗੁਰੂ ਤੋਂ ਬੇਮੁਖ ਨਹੀਂ ਹੋਣਾ। We don't want to show our back to our Guru. ਫਿਰ ਕੀ ਹੋਇਆ ਜੀ, ਉਹਨਾਂ ਨੇ ਹੱਦ ਕਰ ਦਿੱਤੀ। ਉਹਨਾਂ ਦੇ ਬੱਚੇ ਚੁੱਕ ਕੇ ਨਾ ਗੋਦੀਆਂ ਵਿੱਚੋਂ ਜਾਂ ਚੁੱਕ ਕੇ ਉਹਨਾਂ ਨੂੰ ਉੱਤੇ ਸੱਟਿਆ, ਥੱਲੇ ਆਪਣਾ ਸਪੀਅਰ ਰੱਖ ਦਿੱਤਾ, ਉਹ ਬੱਚਾ ਆ ਕੇ ਸਪੀਅਰ ਦੇ ਵਿੱਚ ਡਿੱਗਦਾ ਹੈ। ਕਈ ਬੱਚਿਆਂ ਨੂੰ ਸੱਟ ਕੇ ਪੈਰਾਂ ਨਾਲ ਮਿੱਧ ਕੇ ਮਾਰਿਆ ਉਹਨਾਂ ਦੇ ਅੱਖਾਂ ਦੇ ਸਾਹਮਣੇ, ਯੂ ਨੋ। ਸੋ ਐਂਡ ਨੋਟ ਈਵਨ ਦੈਟ, ਫਿਰ ਉਹਨਾਂ ਨੂੰ ਉਹਨਾਂ ਦੇ ਬਾਹਾਂ ਤੋਂ ਖਿੱਚ ਕੇ ਜਿਹੜਾ ਹਨ, ਕਈਆਂ ਦੀਆਂ ਬਾਹਾਂ ਕੱਢ ਦਿੱਤੀਆਂ, ਕਿਹਨਾਂ ਲੱਤਾਂ ਕੱਢ ਦਿੱਤੀਆਂ, ਬੱਚਿਆਂ ਨੂੰ ਐਂ ਖੜ ਕੇ ਪਾੜ ਦਿੱਤਾ, ਬਹੁਤ ਕੁਝ ਕੀਤਾ, ਮਾਵਾਂ ਦੇ ਸਾਹਮਣੇ ਕੀਤਾ। ਫਿਰ ਵੀ ਮਾਵਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਰਹੀਆਂ, ਉਹਨਾਂ ਨੂੰ ਕੋਈ ਪੀੜ, ਬਿਕੋਜ਼ ਦ ਮੋਸਟ ਦੁੱਖ ਕਿਸੇ ਮਾਂ ਨੂੰ ਦੇਣਾ ਹੋਵੇ ਤੇ ਬੱਚੇ ਨੂੰ ਮਾਰੋ ਨਾ। ਸੋ ਉਹ ਵੀ ਦੁੱਖ ਉਹਨੇ ਦੇਖ ਲਿਆ। ਦੇਖੋ ਆਪਾਂ ਕਹਿੰਦੇ ਨਾ ਲੇਡੀਜ਼ ਕਮਜ਼ੋਰ ਨੇ, ਆਹ ਦੇਖੋ ਇੰਨਾ ਦੁੱਖ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਹੀਆਂ ਨੇ, ਟੌਰਚਰ ਕੀਤਾ। ਮੀਰ ਮਨੂੰ ਫਿਰ ਵੀ ਗਾਲਾਂ ਨਹੀਂ ਕੱਢ ਰਹੀਆਂ, ਫਿਰ ਵੀ ਵਾਹਿਗੁਰੂ ਵਾਹਿਗੁਰੂ ਕਰ ਰਹੀਆਂ ਨੇ। ਫਿਰ ਜਿਹੜਾ ਹਨ ਉਹਨਾਂ ਨੇ ਸਭ ਕੁਝ ਕੀਤਾ, ਫਿਰ ਵੀ ਮਾਵਾਂ ਨਾ ਮੰਨੀਆਂ ਤੇ ਕੀ ਕੀਤਾ, ਬੱਚਿਆਂ ਨੂੰ ਪਾੜ ਕੇ ਉਹਨਾਂ ਦੇ ਅੰਦਰਾਂ ਜਿਹੜੀਆਂ ਸੀ ਨਾ ਲੀਵਰ ਹਾਰਟ, ਉਹਨਾਂ ਦੇ ਮੂੰਹ ਵਿੱਚ ਆ ਕੇ ਪਾਉਂਦੇ। ਇਹ ਵੀ ਨਹੀਂ ਮਾਵਾਂ ਡੋਲੀਆਂ, ਫਿਰ ਕੀ ਕੀਤਾ, ਉਹਨਾਂ ਦੇ ਅੰਗਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ। ਮਾਵਾਂ ਦੇ ਕਿਤੇ ਲੱਤ ਹੈ, ਕਿਤੇ ਕੀ ਹੈ, ਉਹ ਹਾਰ ਬਣਾ ਕੇ ਉਹਨਾਂ ਦੇ ਗਲਾਂ ਵਿੱਚ ਪਾਤੇ। ਫਿਰ ਵੀ ਮਾਵਾਂ ਨਹੀਂ ਡੋਲੀ, ਫਿਰ ਵੀ ਕਹਿੰਦੀਆਂ ਨਹੀਂ। ਫਿਰ ਵੀ ਸਤਿਗੁਰੂ ਅੱਗੇ ਅਰਦਾਸ ਆ, ਮਹਾਰਾਜ ਇਹ ਜਿਹੜਾ ਤੁਸੀਂ ਚੰਗਾ ਕੀਤਾ। ਦੇਖੋ ਮਾਂ ਕਹਿੰਦੀ ਆਪਣੇ ਬੱਚੇ ਨੂੰ ਮਰਵਾ ਕੇ, ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਤੁਸੀਂ ਚੰਗਾ ਹੀ ਕੀਤਾ, ਇਹਨਾਂ ਨੂੰ ਨਹੀਂ ਹਟਾਇਆ। ਯੂ ਨੋ ਵਾਈ, ਜੇ ਬੱਚੇ ਵੱਡੇ ਹੋ ਜਾਂਦੇ, ਜੇ ਸਿੱਖੀ ਦੇ ਰਸਤੇ ਤੋਂ ਨਿਕਲ ਜਾਂਦੇ, ਤਾਂ ਸਾਡੀ ਵੂਮ ਜਿਹੜੀ ਸੀ ਨਾ, ਸਾਡੀ ਕੁੱਖ ਨੂੰ ਦਾਗ ਲੱਗ ਜਾਣਾ ਸੀ। ਮਹਾਰਾਜ ਤੁਸੀਂ ਇਹਨਾਂ ਨੂੰ ਸ਼ਹੀਦਾਂ ਵਿੱਚ ਰਲਾ ਲਿਆ, ਤੁਸੀਂ ਇਹਨਾਂ ਨੂੰ ਸ਼ਹੀਦੀ ਦਾ ਮਾਣ ਦਿੱਤਾ। ਮਹਾਰਾਜ ਸ਼ੁਕਰਾਨਾ ਹੈ ਤੇਰਾ, ਸ਼ੁਕਰਾਨਾ ਹੈ ਨਾ, ਦਿਸ ਇਜ਼ ਦ ਬਿਗ ਥਿੰਗ ਆ। ਫਿਰ ਵੀ ਸ਼ੁਕਰਾਨਾ ਕੀਤਾ ਕਿ ਪਾਤਸ਼ਾਹ ਤੂੰ ਸਾਨੂੰ ਕਿਤੇ ਬਦਨਾਮ ਨਹੀਂ ਕੀਤਾ, ਸਾਨੂੰ ਅੱਜ ਤੁਸੀਂ ਮਾਣ ਦਿੱਤਾ। ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕਰ ਲਿਆ ਆਪਣੇ ਪੰਥ ਵਾਸਤੇ। ਦੇਖੋ ਨਾ, ਫਿਰ ਜਿਹੜਾ ਹੈ ਉਹ ਫਿਰ ਵੀ ਨਾ ਹਟਿਆ, ਉਹਨੇ ਬੜਾ ਕੁਛ ਕੀਤਾ। ਅਖੀਰ ਕਰ ਦੇਖੋ ਉਸ ਵੇਲੇ ਦੀ ਇੱਕ ਕਹਾਵਤ ਹੈ, ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਕਹਿੰਦੇ ਮੰਨੂ ਤੂੰ ਜਿੰਨਾ ਸਾਨੂੰ ਵੱਢੇਗਾ ਨਾ, ਅਸੀਂ ਉਨੇ ਜ਼ਿਆਦੇ ਹੋਵਾਂਗੇ। ਦੇਖੋ ਗੁਰੂ ਤੇ ਭਰੋਸਾ ਕਿੱਡੀ ਵੱਡੀ ਚੀਜ਼। ਕਹਿੰਦੇ ਤੂੰ ਜਿੰਨਾ ਸਾਨੂੰ ਵੱਢੇਗਾ ਅਸੀਂ ਉਨਾ ਜ਼ਿਆਦੇ ਹੋਰ ਹੋਵਾਂਗੇ। ਇਤਿਹਾਸ ਨੇ ਲਿਖਿਆ 300 ਬੱਚਾ ਮਾਰਿਆ ਉਹਨਾਂ ਨੇ, 300 ਬੱਚਿਆਂ ਨੂੰ ਮਾਰ ਕੇ ਉਹਨਾਂ ਨੇ ਇਸ ਤਰ੍ਹਾਂ ਜਾਂ ਕੋ ਕੇ ਮਾਰਿਆ। ਤੇ ਫਿਰ ਵੀ ਇਹ ਸਿੰਘ ਨੇ ਨਾ ਮੰਨੀਆਂ, ਇਹਨਾਂ ਨੂੰ ਨਾ ਚਾਬੁਕ ਮਾਰ ਕੇ, ਕੋਰੜੇ ਮਾਰ ਕੇ, ਮਾਰ ਕੇ ਇਹਨਾਂ ਦੀ ਸਕਿਨ ਸਾਰੀ ਲਾ ਦਿੱਤੀ ਸੀ, ਮਾਰ ਕੇ ਇਹਨਾਂ ਨੂੰ ਐਂ ਤਰਫਾ ਕੇ ਮਾਰ। ਦੇਖੋ ਉਹਨਾਂ ਨੇ ਫਿਰ ਵੀ ਆਪਣਾ ਧਰਮ। ਨਾਓ ਲੈਟਸ ਗੋ। ਦੇਖੋ ਇਹ ਸਾਰਾ ਇੱਕ ਸਮਰੀ ਹੈ, ਆਪਣੇ ਅਖੀਰਲੇ ਦਮ ਤੱਕ ਉਹਨਾਂ ਨੇ ਸਿੱਖੀ ਨੂੰ ਨਹੀਂ ਛੱਡਿਆ। ਐਂਡ ਦ ਮੋਸਟ ਇੰਪੋਰਟੈਂਟ ਥਿੰਗ, ਮੀਰ ਮਨੂੰ ਨੂੰ ਮਾੜਾ ਨਹੀਂ ਕਿਹਾ ਉਹਨਾਂ ਨੇ। ਉਹ ਜਿਹੜੇ ਲੋਕ ਮਾਰ ਰਹੇ ਨੇ ਉਹਨਾਂ ਨੂੰ ਮਾੜਾ ਨਹੀਂ ਕਿਹਾ, ਸ਼ੁਕਰਾਨਾ ਗੁਰੂ ਦਾ ਕੀਤਾ ਕਿ ਭਾਣੇ ਵਿੱਚ ਰੱਖਿਆ। ਦਿਸ ਇਜ਼ ਸਿੱਖੀ। ਸਿੱਖੀ ਡਸਨਟ ਮੀਨ ਯੂ ਹੈਵ ਟੂ ਗੋ ਅਗੇਂਸਟ ਦ ਪੀਪਲ ਹੂ ਆਰ ਅਗੇਂਸਟ ਯੂ। ਨੋ, ਉਹ ਮਾਰ ਰਹੇ ਨੇ, ਪਰ ਇਹਨਾਂ ਨੂੰ ਕੀ ਦਿਸ ਰਿਹਾ ਹੈ ਕਿ ਸਾਡਾ ਗੁਰੂ ਸਾਨੂੰ ਕਬੂਲ ਕਰ ਰਿਹਾ ਹੈ। ਇਹ ਗੁਰੂ ਦਾ ਪਿਆਰ ਹੈ। ਗੁਰੂ ਨੇ ਸਾਨੂੰ ਆਪਣੀ ਸੇਵਾ ਵਿੱਚ ਲਾ ਲਿਆ, ਗੁਰੂ ਨੇ ਇਹ ਝੂਠਾ ਸਰੀਰ ਆਪਣੇ ਚਰਨਾਂ ਵਿੱਚ ਲਾ ਲਿਆ। ਸੋ ਫॉर देम ਇਜ਼ ਟੋਟਲੀ ਡਿਫਰੈਂਟ, ਯੂ ਨੋ, ਆਊਟ ਆਫ ਮਾਈਂਡ ਦੀਆਂ ਗੱਲਾਂ ਨੇ ਇਹ। ਫਿਰ ਦੇਖੋ ਆਪਾਂ ਇੱਥੇ ਰਿਫਲੈਕਸ਼ਨ ਪਹਿਲੀ ਸਾਖੀ ਦਾ, ਕਹਿੰਦੇ ਦੇਖੋ ਕਿੰਨਾ ਪ੍ਰੈਸ਼ਰ, ਕਿੰਨਾ ਦੁੱਖ ਸੀ ਉਹਨਾਂ ਨੂੰ। ਉਹਨਾਂ ਨੇ ਆਪਣੀ ਸਿੱਖੀ ਨੂੰ ਫਿਰ ਵੀ ਦੂਰ ਨਹੀਂ ਕੀਤਾ, ਪਰ ਅੱਜ ਆਪਾਂ ਕੀ ਕਰਦੇ, ਛੋਟੀਆਂ ਗੱਲਾਂ ਕਰਕੇ ਆਪਾਂ ਸਿੱਖੀ ਛੱਡ ਦਿੰਦੇ। ਵੀ ਲੀਵ ਆਵਰ ਸਿੱਖੀ ਬਿਹਾਈਂਡ। ਹਾਂ, ਛੋਟੀਆਂ ਗੱਲਾਂ ਕਰਕੇ ਨਾ ਉਹ ਤਾਂ ਅੱਡਾ ਵੱਡਾ ਕੰਮ ਕੀਤਾ, ਤਾਂ ਵੀ ਨਹੀਂ ਉਹ ਡੋਲੀਆਂ। ਫਿਰ ਕਹਿੰਦੇ ਦੇਖੋ ਇੱਕ ਵੀ ਕਨਵਰਟ ਨਹੀਂ ਹੋਈ, ਦ ਫੇਲੀਅਰ ਰੇਟ ਇਜ਼ 0, ਇੱਕ ਵੀ ਕਨਵਰਟ ਨਹੀਂ ਹੋਈ। ਤੇ ਉਹਨਾਂ ਨੇ ਦੇਖਾ ਜਿਹੜਾ ਹਨ ਅੱਜ ਕੱਲ੍ਹ ਕੌਣ ਜਿਹੜੇ ਹਨ ਲੋਕੀ ਕਨਵਰਟ ਹੋ ਰਹੇ ਨੇ, ਕੋਈ ਇਸਲਾਮ 'ਚ ਵੜਦਾ, ਕੋਈ ਕ੍ਰਿਸਚਨ 'ਚ ਵੜਦਾ। ਕਿਉਂ? ਉਹ $100 ਮਹੀਨੇ ਦਾ ਦੇ ਦਿੰਦੇ ਨੇ ਘਰ ਨੂੰ, ਕੋਈ ਰਾਸ਼ਨ ਲਿਆ ਕੇ ਦੇ ਦਿੰਦਾ ਹੈ, ਕੋਈ ਬੱਚੇ ਦੀ ਪੜ੍ਹਾਈ ਕਰਾ ਦਿੰਦਾ ਹੈ, ਉਹ ਕਨਵਰਟ ਹੋ ਜਾਂਦੇ। ਦੇਖੋ ਕਿੰਨੀਆਂ ਛੋਟੀਆਂ ਗੱਲਾਂ, ਪਰ ਇਹਨਾਂ ਨੇ ਤਾਂ ਮੌਤ ਨੂੰ ਕਬੂਲ ਕਰ ਲਿਆ। ਫਿਰ ਦੇਖੋ ਕਈ ਵਾਰੀ ਜਿਹੜਾ ਹੈ ਨਾ ਆਪਾਂ ਦੇਖਦੇ ਹਾਂ ਨਾ ਆਪਣੇ ਬੱਚਿਆਂ ਨੂੰ, ਆਪਾਂ ਕਹਿੰਦੇ ਹਾਂ ਗੁਰਮਤ ਦੇ ਰਾਤੇ, ਡੋਂਟ ਰੀਡ ਬਾਣੀ ਟੁਡੇ, ਡੋਂਟ ਗੋ ਫॉर ਕਲਾਸ ਟੁਡੇ, ਯੂ ਨੋ, ਬਿਕੋਜ਼ ਯੂ ਹੈਵ ਐਗਜ਼ਾਮ ਟੁਮਾਰੋ। ਦੇਖੋ ਇੱਕ ਕੌਸ ਵਾਸਤੇ ਇੱਕ ਐਗਜ਼ਾਮ ਕਰਕੇ ਆਪਾਂ ਬੱਚਿਆਂ ਨੂੰ ਗੁਰੂ ਦੇ ਰਸਤੇ ਤੋਂ ਰੋਕ ਦਿੰਦੇ ਆ।
ਆਪਾਂ ਕਹਿੰਦੇ ਨਹੀਂ ਟਿਊਸ਼ਨ ਇਜ਼ ਮੋਰ ਇੰਪੋਰਟੈਂਟ ਫॉर ਯੂ ਦ ਐਗਜ਼ਾਮ। ਭਾਈ ਐਗਜ਼ਾਮ ਪੜ੍ਹਾਈ ਦੇ ਪਾਸ ਕਰਕੇ ਜੇ ਜੀਵਨ ਵਿੱਚ ਫੇਲ ਹੋਣਾ ਫਿਰ ਫਾਇਦਾ ਕੀ ਹੋਇਆ? ਸੀ ਆਵਰ ਪ੍ਰਾਇੋਰਟੀਜ਼ ਆਰ ਆਲ ਰੋਂਗ ਯੂ ਨੋ। ਜਿਹੜੀਆਂ ਗੁਰਮਤਿ ਦੀ ਪੜ੍ਹਾਈ ਆ ਦਿਸ ਇਜ਼ ਦ ਪ੍ਰਾਇੋਰਟੀ ਆ ਬਿਕੋਜ਼ ਦ ਬੱਚਾ ਹੂ ਹੈਜ਼ ਦਿਸ ਪੜ੍ਹਾਈ ਹੀ ਵਿਲ ਨੈਵਰ ਫੇਲ ਇਨ ਹਿਸ ਲਾਈਫ ਐਂਡ ਹੀ ਵਿਲ ਬੀ ਐਨ ਐਸੈਟ ਟੂ ਦ ਵਰਲਡ। ਹੀ ਇਜ਼ ਦ ਵਨ ਹੂ ਕੈਨ ਡੂ ਸਮ ਗੁੱਡ ਥਿੰਗਸ ਟੂ ਦ ਵਰਲਡ। ਜਿਹਦੇ ਕੋਲ ਗੁਰੂ ਦੀ ਸਿੱਖਿਆ ਹੈ ਆਪਾਂ ਉੱਥੋਂ ਰੋਕ ਕੇ ਬੱਚੇ ਨੂੰ ਟਿਊਸ਼ਨ ਭੇਜਦੇ ਹਾਂ। ਆਪਾਂ ਇੱਥੋਂ ਰੋਕ ਕੇ ਬੱਚੇ ਨੂੰ ਕਹਿੰਦੇ ਤੂੰ ਪੜ੍ਹਾਈ ਕਰ, ਕੋਈ ਨਹੀਂ ਨਾ ਜਾਈ, ਅੱਜ ਪਾਠ ਨਾ ਕਰੀ, ਸਵੇਰੇ ਉੱਠ ਕੇ ਕੋਈ ਨਹੀਂ ਤੂੰ ਥੱਕ ਜਾਊਗਾ, ਤੇਰਾ ਐਗਜ਼ਾਮ ਆ ਅੱਜ। ਸਭ ਤੋਂ ਵੱਡਾ ਐਗਜ਼ਾਮ ਤਾਂ ਜੀਵਨ ਦਾ ਹੈ ਭਾਈ। ਵੈਨ ਯੂ ਫੇਲ ਹੇਅਰ ਯੂ ਕੈਨੋਟ ਪਾਸ ਐਨੀਵੇਅਰ। ਸੋ ਇਹ ਗੱਲਾਂ ਦੇ ਕਰਕੇ ਆਪਾਂ ਦੇਖੋ ਆਪਣੇ ਪ੍ਰਾਇੋਰਟੀਜ਼ ਕਿਵੇਂ ਆਪਾਂ ਘਟਾ ਲੀਆਂ। ਹੁਣ ਦੇਖੋ ਅੱਗੇ ਮਦਰਸ ਨੇ ਆਪਣੀ ਸਿੱਖੀ ਰੱਖੀ ਪਰ ਆਪਣੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ। ਪਰ ਦੇਖੋ ਅੱਜ ਕੱਲ੍ਹ ਮਾਵਾਂ ਬੱਚਿਆਂ ਦਾ ਮੋਹ ਕਰਕੇ ਉਹ ਬੱਚਿਆਂ ਨੂੰ ਸਿੱਖੀ ਤੋਂ ਵੀ ਕੱਢ ਦਿੰਦੀਆਂ ਨੇ। ਬੱਚੇ ਦਾ ਮੋਹ ਹੈ, ਕੁਆਲਿਟੀ ਨਹੀਂ ਰਹੀ, ਕੁਆਂਟੀਟੀ ਰਹਿ ਗਈ। ਆਪਾਂ ਨੂੰ ਬੱਚਾ ਪਿਆਰਾ ਹੈ, ਬੱਚੇ ਦੇ ਕੁਆਲਿਟੀਜ਼ ਨਹੀਂ ਬੱਚੇ ਪਿਆਰੇ। ਵੀ ਡੋਂਟ ਕੇਅਰ ਦ ਬੱਚਾ ਡੂ ਵਾਟ। ਆਪਾਂ ਨੂੰ ਬੱਚਾ ਹੀ ਚਾਹੀਦਾ ਫਿਜ਼ੀਕਲੀ, ਉਹਦੀ ਸਕਿਨ ਚਾਹੀਦੀ ਆ, ਉਹਦਾ ਸਿਰ ਚਾਹੀਦਾ, ਉਹਦੀਆਂ ਲੱਤਾਂ ਚਾਹੀਦੀਆਂ, ਉਹੀ ਕੁਝ ਚਾਹੀਦਾ ਆਪਾਂ। ਉਹਦੇ ਵਿੱਚ ਭਾਵੇਂ ਜ਼ੀਰੋ ਕੁਆਲਿਟੀਜ਼ ਵੀ ਹੋਣ। ਦਿਸ ਇਜ਼ ਵੇਅਰ ਵੀ ਗੋ ਰੋਂਗ। ਫੇਰ ਕੀ ਹੋਇਆ? ਕਹਿੰਦੇ ਦੇਖੋ ਨਾ when you show your children that for you ਸਿੱਖੀ is paramount, ਉਹ ਬੱਚਾ ਮਜਾਲਾ ਕੁਝ ਕਰਕੇ ਦਿਖਾਵੇ। you put your foot down, tell the ਬੱਚਾ you ਸਿੱਖੀ or no ਸਿੱਖੀ, that's it, you make your decision। ਸੀ ਜਦੋਂ ਆਪਾਂ ਆਪਣੇ ਮੋਹ ਵਿੱਚ ਚਲੇ ਜਾਂਦੇ ਆ ਨਾ ਫਿਰ ਸਭ ਕੁਝ ਖਰਾਬ ਕਰ ਲੈਂਦੇ ਆਪਾਂ। ਫਿਰ one step ਕਰ ਦੇਣਾ ਸਭ ਕੁਝ ਚਲੇ। ਐਂਡ ਆਈ ਕੈਨ ਟੈਲ ਯੂ ਜੋ ਬੰਦਾ ਡਿੱਗਦਾ ਨਾ ਬਹੁਤ ਛੱਤੀ ਡਿੱਗਦਾ, ਚੜ੍ਹਨਾ ਬਹੁਤ ਔਖਾ ਹੈ। ਅੱਜ ਬੱਚਾ ਇੱਕ ਗਲਤੀ ਕਰੇਗਾ, ਤੁਸੀਂ ਉਹਨੂੰ ਐਕਸੈਪਟ ਕਰ ਲਿਆ, ਉਹ ਦੂਜੀ ਕਰੇਗਾ, ਤੀਜੀ ਕਰੇਗਾ, ਚੌਥੀ ਕਰੇਗਾ, ਬਿਕੋਜ਼ ਹੀ ਨੋ ਯੂ ਗੋਇੰ ਟੂ ਐਕਸੈਪਟ, ਬਿਕੋਜ਼ ਹੀ ਨੋ ਯੋਰ ਕਮਜ਼ੋਰੀ ਇਜ਼ ਵਾਟ? ਅਟੈਚਮੈਂਟ। ਹੀ ਸਟੱਡੀਡ ਯੂ more than you have studied your children, they have studied you as parents। ਬੱਚੇ ਇਹੀ ਕਰਦੇ ਨੇ, ਉਹ ਤੁਹਾਨੂੰ ਸਟੱਡੀ ਕਰ ਰਹੇ ਨੇ। ਸੋ ਓਕੇ ਹੁਣ ਦੇਖੋ ਦੂਜੀ ਸਾਖੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਲੈਟ ਮੀ ਟੈਲ ਯੂ, ਬਾਬਾ ਬੰਦਾ ਸਿੰਘ ਬਹਾਦਰ ਵਾਸ ਸੋ ਪਾਵਰਫੁਲ। ਉਹਦੇ ਵਿੱਚ ਇੰਨੀਆਂ ਸ਼ਕਤੀਆਂ ਸੀਗੀਆਂ। ਈਵਨ ਬਿਫੋਰ ਹੀ ਟੁਕ ਅੰਮ੍ਰਿਤ, he was already like ਸ਼ਕਤੀਮਾਨ। he can just from very far away he can just lift the ਮੰਜਾ up, he can do things। ਮੀਂਹ ਨਹੀਂ ਆਉਂਦਾ ਮੀਂਹ ਪਾ ਦਿੰਦਾ ਸੀਗਾ। he had all these powers, you know। ਅਖੀਰ ਕਰ ਜਦੋਂ ਗੁਰੂ ਗੋਬਿੰਦ ਸਿੰਘ ਜਾ ਕੇ ਉਹਦੇ ਮੰਜੇ ਤੇ ਬਹਿ ਗਏ ਨਾ, ਉਹਨੇ ਜ਼ੋਰ ਲਾ ਕੇ ਕੀਤਾ, ਨਹੀਂ ਹੋਇਆ, ਆ ਕੇ ਮਹਾਰਾਜ ਦੇ ਚਰਨੀ ਪੈ ਗਿਆ। ਮਹਾਰਾਜ ਨੇ ਪੁੱਛਿਆ ਤੂੰ ਕੌਣ ਹੈ? ਉਹ ਕਹਿੰਦਾ ਮੈਂ ਤੇਰਾ ਬੰਦਾ। ਗੁਰੂ ਗੋਬਿੰਦ ਸਿੰਘ ਜੇ ਬੰਦਾ, ਬੰਦਿਆਂ ਵਾਲੇ ਕੰਮ ਕਰ। ਤੇ ਉਹਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਨਾ। ਕਹਿੰਦੇ ਇਹਦੇ 'ਚ ਇੰਨੀ ਸ਼ਕਤੀ ਸੀ ਨਾ, ਇੱਕ ਵਾਰੀ ਇਹ ਪਕੜਿਆ ਗਿਆ ਸੀ, ਇਹਨੂੰ ਨਾ ਕੇਜ ਵਿੱਚ ਪਾ ਲਿਆ ਸੀਗਾ, ਬਹੁਤ ਵੱਡਾ ਕੇਜ, ਜਿਵੇਂ ਤੁਸੀਂ ਕੇਜ ਦੇਖਦੇ ਹੋ ਨਾ ਇੱਥੇ ਫੋਟੋ 'ਚ, ਬਹੁਤ ਵੱਡਾ ਕੇਜ। ਕਹਿੰਦੇ ਇਹੋ ਜਿਹੇ ਕੇਜ ਵਿੱਚ ਪਾ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ, ਉਹ ਕੇਜ ਨੂੰ ਲੈ ਕੇ ਉੱਡ ਗਿਆ ਸੀਗਾ। ਸੋ ਮਚ ਪਾਵਰਸ ਇਹਦੇ ਵਿੱਚ ਸੀਗੇ, ਬਹੁਤ ਪਾਵਰਫੁਲ ਬੰਦਾ ਸੀ ਇਹ। ਐਂਡ ਦੈਨ ਹਿਸ ਸਿੱਖੀ ਜਿਹੜੀ ਸੀਗੀ ਨਾ ਗੁਰੂ ਗੋਬਿੰਦ ਸਿੰਘ ਵਾਸਤੇ ਨਾ ਹਮੇਸ਼ਾ ਕੁਰਬਾਨ ਹੁੰਦਾ ਸੀ। ਹੀ ਡਿਡਨਟ ਕੇਅਰ ਅਬਾਊਟ ਐਨੀਥਿੰਗ। ਬਟ ਐਟ ਲਾਸਟ ਜਦੋਂ ਕੀ ਹੋਇਆ, ਪੰਥ ਵਿੱਚ ਰੌਲਾ ਪੈ ਗਿਆ, ਦੋ ਫਾੜ ਹੋ ਗਿਆ, ਤੇ ਹੀ ਵਾਸ ਥਿੰਕਿੰਗ ਦੈਟ ਮੇਰੇ ਹੁੰਦਿਆਂ ਹੋਇਆਂ ਲੋਕਾਂ ਨੇ ਦੋ ਫਾੜ ਹੋ ਜਾਣਾ ਹੈ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਾ ਪਾੜ ਜਾਵੇ। ਸੋ ਹੀ ਲੈਫਟ ਇਟ। ਇਹ ਆਪਣੇ ਆਪ ਨੂੰ ਇਹਨੇ ਅਰੈਸਟ ਕਰਾ ਲਿਆ। ਇਸੇ ਟਾਈਮ ਸਿਸ ਅਪ ਸੀ ਫਰੋਮ 1708 ਦੇ ਵਿੱਚ ਇਹਨੇ ਜਿਹੜਾ 1708 ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਨੰਦੇੜ ਤੋਂ ਤੋਰਿਆ। 1716 ਤੱਕ ਇਹਨੇ ਸਾਰੇ ਸ਼ਹਿਰ ਜਿੱਤ ਲਏ ਸੀਗੇ ਪੰਜਾਬ ਦੇ। ਇਹਨੇ ਸਰਹੰਦ ਨੂੰ ਵੀ ਜਿੱਤ ਲਿਆ ਸੀਗਾ। ਵਜ਼ੀਰ ਖਾਨ ਨੂੰ ਪੁੱਠਾ ਕਰਕੇ ਟੰਗ ਦਿੱਤਾ ਸੀ, ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀਗਾ। ਆਈ ਕੈਨ ਟੈਲ ਯੂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਉਂਦਾ ਸੀ ਨਾ, ਕਹਿੰਦੇ ਲੋਕਾਂ ਦੇ ਪੈਰ ਹਿੱਲ ਜਾਂਦੇ ਸੀ, ਕਈਆਂ ਦਾ ਪਿਸ਼ਾਬ ਨਿਕਲ ਜਾਂਦਾ ਸੀ ਸਾਹਮਣੇ ਤੋਂ। ਐਡਾ ਤਕੜਾ ਬੰਦਾ ਸੀ, ਬਹੁਤ ਜ਼ਿਆਦਾ। ਸੋ ਪਰ ਜਦੋਂ ਇਹਨੇ ਦੇਖਿਆ ਵੀ ਸਿੱਖੀ ਵਿੱਚ ਦੋ ਫਾੜ ਹੋ ਰਿਹਾ ਹੈ ਸਿੱਖੀ ਵਿੱਚ, ਤਾਂ ਇਹਨੇ ਆਪਣੇ ਆਪ ਨੂੰ ਕੁਰਬਾਨ ਕਰਤਾ। ਕਹਿੰਦਾ ਵੀ ਛੱਡੋ। ਜਦੋਂ ਇਹ ਅਰੈਸਟ ਹੋਇਆ ਨਾ, ਸੋ ਅਰੈਸਟ ਜਦੋਂ ਹੋਇਆ, ਇਹਨੂੰ ਮੁਗਲ ਲੈ ਕੇ ਆਏ ਫਰੋਮ ਜਿਹੜਾ ਹਨ ਦਿੱਲੀ ਨੂੰ। ਜਦੋਂ ਲੈ ਕੇ ਆਉਂਦੇ ਸੀ ਰਸਤੇ ਦੇ ਵਿੱਚ ਇਹਨਾਂ ਨੇ ਕੀ ਕੀਤਾ, ਪਿੰਡਾਂ ਵਿੱਚ ਜਾ ਜਾ ਕੇ ਸਿੱਖਾਂ ਨੂੰ ਮਾਰਿਆ। ਟੂ ਸ਼ੋ ਦ ਨੰਬਰਸ ਵਰ ਬਿਗ, ਪਰ ਐਕਚੁਅਲੀ ਕੋਈ ਬਿਗ ਨਹੀਂ ਸੀਗਾ। ਜਿਹੜਾ ਹੈ ਇਹਨਾਂ ਨੂੰ ਜਿਹੜਾ ਹਨ ਜਿਹੜਾ ਪਕੜਿਆ, ਸਿਰਫ 4-5 ਬੰਦੇ ਸੀਗੇ ਜਿਹੜੇ ਪਕੜੇ ਆ। ਪਰ ਉਹਨਾਂ ਨੇ ਰਸਤੇ 'ਚ ਜਾਂਦੇ ਆ ਪਿੰਡਾਂ ਨੂੰ ਮਾਰ ਮਾਰ ਕੇ ਸਿੱਖਾਂ ਨੂੰ ਕੀ ਕੀਤਾ ਇਹਨਾਂ ਨੇ। 26 ਫਰਵਰੀ 1716 ਦੇ ਵਿੱਚ ਦਿੱਲੀ ਵਿੱਚ ਮਾਰਚ ਹੋਇਆ ਬਹੁਤ ਵੱਡਾ। ਉਹਦੇ ਵਿੱਚ ਕਿਵੇਂ ਮਾਰਚ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਤੇ ਬਿਠਾਇਆ। ਓਕੇ, ਡੂ ਯੂ ਨੋ ਜਿਹੜਾ ਹਾਥੀ ਤੇ ਜਦੋਂ ਬਿਠਾਇਆ, ਉਹਨਾਂ ਨੂੰ ਇੱਕ ਮੌਕਿੰਗ ਕਰਕੇ ਉਹਨਾਂ ਨੇ ਮਖੌਲ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦਾ। ਫਿਰ ਉਹਦੇ ਨਾਲ ਜਿਹੜਾ ਹੈ ਕੀ ਸੀਗਾ, ਫਰਕਸ਼ੀਅਰ ਜਿਹੜਾ ਸੀਗਾ, ਇਹ ਗ੍ਰੈਂਡਸਨ ਸੀਗਾ ਬਹਾਦਰ ਸ਼ਾਹ ਦਾ। ਹੁਣ ਫਰਕਸ਼ੀਅਰ ਨੇ ਕੀ ਕੀਤਾ, ਇਹਨੇ ਆਪਣਾ ਮਿਨਿਸਟਰ ਜਿਹੜਾ ਮੁਹੰਮਦ ਅਮੀਨ ਆ ਨਾ, ਇਹਨੂੰ ਕਹਿ ਕੇ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਆ, ਇਹਦਾ ਜਲੂਸ ਕਢਾਉਣਾ। ਆਪਾਂ ਕਹਿੰਦੇ ਜਲੂਸ ਕਢਾਉਣਾ, ਕਹਿੰਦੇ ਇਹਦਾ ਜਲੂਸ ਕੱਢਣਾ ਆਪਾਂ।
ਤੇ ਕੀ ਹੋਇਆ ਕਹਿੰਦੇ ਉਸ ਵੇਲੇ 746 ਜਿਹੜੇ ਸੀ ਨਾ ਉਹ ਹੱਥ ਬੰਨੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੁਰੇ ਆਉਂਦੇ ਹਾਥੀ ਦੇ ਪਿੱਛੇ। ਉਹਨਾਂ ਦੇ ਪਿੱਛੇ ਕੀ ਆ 2000 ਸਿੱਖਾਂ ਦੇ ਸਿਰ ਹੇਠਾਂ ਔਨ ਸਪੀਅਰਸ 2000 ਉਹ ਮੁਗਲ ਫੌਜ 2000 ਹਿੱਟਸ ਲੈ ਕੇ ਉਹ ਮਾਰਚ ਕਰਦੀ ਆ ਰਹੀ ਹੈ। ਉਹਨਾਂ ਦੇ ਨਾਲ ਜਿਹੜਾ ਆਪਣੇ ਕੱਟ ਲੋਟਸ ਹੁੰਦੇ ਨਾ ਜਿਹੜੇ ਵੱਡੇ ਵੱਡੇ ਗੱਡੇ ਹੁੰਦੇ ਨੇ 700 ਗੱਡੇ ਸਿਰਫ ਸਿੱਖਾਂ ਦੇ ਸਿਰਾਂ ਦੇ। ਕੈਨ ਯੂ ਇਮੇਜਿਨ ਹਾਊ ਮਨੀ 1000 ਪੀਪਲਸ ਵਿਲ ਕਿਲ ਡਿਊਰਿੰਗ ਦੈਟ ਟਾਈਮ। 700 ਗੱਡੇ ਸਿਰਾਂ ਦੇ ਭਰੇ ਓਨਲੀ ਦ ਹੀਟ ਨੋ ਬੋਡੀਜ਼ ਆ ਗੱਡੇ ਭਰੇ ਉਹ ਆ ਰਹੇ ਨੇ ਦਿੱਲੀ ਦੇ ਵਿੱਚ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਵੇਲੇ ਜਿਹੜੇ ਸਿੱਖ ਨਾਲ ਆਏ ਆ ਨਾ ਉਹਨਾਂ ਨੂੰ ਕਿਹਾ 740 ਨੂੰ ਕਹਿੰਦੇ ਤੁਹਾਡੇ ਕੋਲ ਦੋ ਚੋਇਸ ਆ, ਇਸਲਾਮ ਕਬੂਲ ਕਰੋ ਚਾਹੇ ਮੌਤ ਚਾਹੇ ਤੁਹਾਨੂੰ ਮਾਰਿਆ ਜਾਏਗਾ। ਉਹ ਕਹਿੰਦੇ ਸਾਨੂੰ ਮਰਨਾ ਕਬੂਲ ਹੈ। ਹਰ ਰੋਜ਼ ਐਵਰੀ ਡੇ 100 ਸਿੱਖ ਜਿਹੜਾ ਸੀਗਾ ਉਹਦਾ ਸਿਰ ਕੱਟਿਆ ਜਾਂਦਾ ਸੀਗਾ। ਐਂਡ ਅੰਗਰੇਜ਼ਾਂ ਨੇ ਲਿਖਿਆ, ਮੁਸਲਮਾਨ ਇਤਿਹਾਸਕਾਰਾਂ ਨੇ ਲਿਖਿਆ, ਕਹਿੰਦਾ ਦੇਖ ਕੇ ਹੈਰਾਨਗੀ ਹੁੰਦੀ ਸੀਗੀ ਸਿੱਖ ਖੜੇ ਹੁੰਦੇ ਸੀ ਨਾ ਲਾਈਨ ਦੇ ਵਿੱਚ, ਉਹ ਪਤਾ ਉਹ ਮਾਰਨ ਵਾਲੇ ਐਕਸੀਕਿਊਟਰ ਨੂੰ ਕੀ ਕਹਿੰਦੇ ਸੀਗੇ, ਮੁਕਤੀ ਦਾਤਾ। ਕਹਿੰਦੇ ਮੁਕਤੀ ਦਾਤਾ ਮੈਨੂੰ ਪਹਿਲਾਂ ਮਾਰ, ਮੈਨੂੰ ਪਹਿਲਾਂ ਮਾਰ, ਇਹਨੂੰ ਛੱਡ, ਮੈਨੂੰ ਪਹਿਲਾਂ ਮਾਰ। ਉਹ ਕਹਿੰਦੇ ਹੈਰਾਨਗੀ ਸੀਗੀ, ਇਹ ਭੱਜ ਭੱਜ ਕੇ ਮਰਨ ਨੂੰ ਤਿਆਰ ਸੀਗੇ। ਦੇ ਨੈਵਰ ਵੈਂਟ ਬੈਕ ਅਮੰਗ ਦ 740 ਨਾਟ ਈਵਨ ਵਨ ਕਨਵਰਟਡ। ਸਾਰਿਆਂ ਨੇ ਜਿਹੜਾ ਹਨ ਭੱਜ ਭੱਜ ਕੇ ਜਿਹੜਾ ਕਰਦੇ ਸੀਗੇ ਵੀ ਮੈਨੂੰ ਪਹਿਲਾਂ ਅੱਜ ਮਾਰ ਦੇ, ਮੈਨੂੰ ਭਲਕੇ ਨਾ ਮਾਰੀ, ਮੈਨੂੰ ਅੱਜ ਮਾਰ ਦੇ, ਤੂੰ ਪਿੱਛੇ ਹਟ, ਮੈਂ ਜਾਂਦਾ ਹਾਂ। ਇਸ ਤਰ੍ਹਾਂ ਦੀਆਂ ਲੜਾਈਆਂ ਸਿੱਖਾਂ ਵਿੱਚ ਹੋਇਆ ਕਰਦੀਆਂ ਸੀਗੀਆਂ। ਸੋ ਮਚ ਸੈਕਰੀਫਾਈਸ ਜਿਹੜਾ ਹੈ 7 ਦਿਨਾਂ ਵਿੱਚ 700 ਸਿੱਖ ਮਾਰ ਦਿੱਤਾ ਸੀ ਉਹਨਾਂ ਨੇ, ਸ਼ਹੀਦ ਕਰ ਦਿੱਤਾ ਸੀਗਾ, ਸਿਰ ਵੱਢ ਦਿੱਤੇ ਸੀਗੇ। ਫਿਰ 9 ਜੂਨ ਜਿਹੜਾ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਆਏ ਮਰੋਲੀ ਉਹ ਥਾਂ ਅਜੇ ਵੀ ਹੈ ਦਿੱਲੀ ਦੇ ਵਿੱਚ ਹੈ ਮਰੋਲੀ। ਉਹ ਸੜਕ ਵੀ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਸੀਗਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਬਿਠਾ ਕੇ ਫਰਕਸ਼ਰ ਉਹਦੇ ਸਾਹਮਣੇ ਬਹਿ ਕੇ ਉਹਨੂੰ ਪੁੱਛਦਾ ਹੈ, ਕਹਿੰਦਾ ਕਹੀ ਜੀ ਮੌਤ ਤੂੰ ਚਾਹੁੰਦਾ ਹੈ? ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ, ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕੋ ਗੱਲ ਕਹੀ, ਕਹਿੰਦੇ ਫਰਕਸ਼ਰ ਜਿਹੀ ਜੀ ਮੌਤ ਤੂੰ ਆਪਣੇ ਵਾਸਤੇ ਚਾਹੁੰਦਾ ਨਾ ਉਹ ਮੈਨੂੰ ਦੇ ਦੇ। ਜਿਹੜਾ ਹੈ ਉਹ ਜਿਹੜਾ ਡੈਥ ਮੈਨੂੰ ਵੈਸਾ ਦੇ ਜਿਹੇ ਜਿਹਾ ਤੂੰ ਆਪਣੇ ਵਾਸਤੇ ਚਾਹੁੰਦਾ ਹਾਂ। ਬਸ ਉਹਨਾਂ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਚੁੱਪ ਕਰ ਗਿਆ, ਫਿਰ ਨਹੀਂ ਬੋਲਿਆ। ਕੀ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਬੇਟਾ ਸੀਗਾ ਜਿਹਦਾ ਨਾਂ ਸੀ ਅਜੈ ਸਿੰਘ। ਅਜੈ ਸਿੰਘ ਛੋਟਾ ਸੀ, 4 ਸਾਲਾਂ ਦਾ ਨਾ, 4 years old। ਉਹਨੂੰ ਲੈ ਕੇ ਆਏ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਚਾਕੂ ਸੜ ਦਿੱਤਾ, ਕਹਿੰਦਾ ਇਹਦਾ ਦਿਲ ਕੱਢ ਕੇ ਤੂੰ ਖਾ। ਬਾਬਾ ਬੰਦਾ ਸਿੰਘ ਬਹਾਦਰ ਬੈਠੇ ਰਹੇ, ਉਹਨਾਂ ਨੇ ਨਹੀਂ ਕੀਤਾ। ਜਲਾਦ ਨੇ ਉਹਦੇ ਬੇਟੇ ਨੂੰ 2 ਟੁਕੜੇ ਕਰ ਦਿੱਤਾ, ਉਹਦਾ ਦਿਲ ਕੱਢ ਕੇ ਨਾ ਬੱਚੇ ਦਾ ਹਜੇ ਧੜਕਦਾ ਸੀਗਾ ਉਹਦੇ ਮੂੰਹ ਵਿੱਚ ਪਾਇਆ ਬਾਬਾ ਬੰਦਾ ਸਿੰਘ ਬਹਾਦਰ। ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਫਰਕ ਨਹੀਂ ਪਿਆ। ਉਹ ਜਿਹੜੇ ਹਨ ਚੁੱਪ ਕਰਕੇ ਬੈਠੇ ਨੇ ਚੌਂਕੜਾ ਮਾਰ ਕੇ। ਫੇਰ ਕੀ ਹੁੰਦਾ ਹੈ, ਉਹਨਾਂ ਦਾ ਜਿਹੜਾ ਹੈ ਉਹਨਾਂ ਦੀਆਂ ਜਿਹੜਾ ਅੱਖਾਂ ਜਿਹੜੀਆਂ ਹੈ ਨਾ 2 ਸਰੀਏ ਲੈ ਕੇ ਆਏ ਨਾ, 2 rods ਉਹਨਾਂ ਅੱਖਾਂ 'ਚ ਮਾਰੇ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਨਾ ਕਰ ਦਿੱਤਾ, ਫਿਰ ਉਹਨਾਂ ਦੇ ਜਿਹੜਾ ਹਨ ਲੱਤਾਂ, ਲੈਫਟ ਲੈਗ, ਰਾਈਟ ਲੈਗ, ਹੈਂਡ, ਇੱਕ ਅੰਗ ਕੱਟਿਆ। ਫਿਰ ਪਲਾਈਅਸ ਲੈ ਕੇ ਦੇ ਟੂ ਕੱਟ ਦ ਹੋਲ ਜਿਹੜਾ ਹਨ ਸਾਰੀ ਬੋਡੀ ਦੇ ਸਕਿਨ ਨੂੰ ਕੱਢਿਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮਲਟੀਪਲ ਚੌਪਸ ਕਰਕੇ ਉਹਨਾਂ ਦੀ ਬੋਡੀ ਨੂੰ ਬਿਲਕੁਲ ਕਰਤਾ ਸੀਗਾ। ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਐਂਡ ਹੀ ਹੈਜ਼ ਸ਼ਕਤੀ ਸੀ ਨਾ, ਬਟ ਹੀ ਡਿਡਨਟ ਸ਼ੋ। ਉਹ ਭਾਣੇ ਵਿੱਚ ਆ ਗਿਆ, ਕਹਿੰਦੇ ਕਲਗੀਧਰ ਪਾਤਸ਼ਾਹ ਇਹੀ ਠੀਕ ਹੈ। ਯੂ ਨੋ ਵਾਈ? ਬਿਕਾਜ਼ ਯੂ ਸੀ ਬਾਬਾ ਬੰਦਾ ਸਿੰਘ ਬਹਾਦਰ ਕੁਡ ਵਿਨ ਦ ਹੋਲ ਵਰਲਡ, ਪਰ ਉਹਨਾਂ ਨੇ ਨਹੀਂ ਕੀਤਾ। ਉਹ ਕਹਿੰਦਾ ਮੇਰਾ ਸਰੀਰ ਵੀ ਲੇਖੇ ਲੱਗ ਜਾਵੇ, ਮੇਰਾ ਸਰੀਰ ਵੀ ਗੁਰੂ ਦੇ ਲੇਖੇ ਲੱਗ ਜਾਵੇ। See, this is what they think. Achievement of the world is nothing for them. The power they have doesn't mean anything to them. For them to sacrifice themselves is the biggest thing that can ever do. So ਇਸ ਤਰ੍ਹਾਂ ਹੀ ਉਹਨਾਂ ਨੇ ਕੀਤਾ। ਤੇ ਦੇਖੋ ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਹੈ ਸਾਰਾ ਸਕਿਨ ਸਾਰਾ ਉੱਥੇ ਲਹੂ ਲਹਾਨ ਹੋਇਆ ਪਿਆ। ਉਹ ਥਾਂ ਅੱਜ ਵੀ ਹੈ, ਪਰ ਦੇਖੋ ਉਹ ਰੋਡ ਬਣੀ ਹੋਈ ਹੈ ਅੱਜ ਉੱਥੇ। ਅੱਜ ਅਸਥਾਨ ਜਿਹੜਾ ਥੋੜਾ ਪਾਸੇ ਹੋ ਕੇ ਬਣਾਇਆ ਹੈ ਉਹ ਬਿਲਕੁਲ ਰੋਡ ਦੇ ਉੱਤੇ ਹੀ ਹੈ। ਸੋ ਅੱਗੇ ਦੇਖਣਾ ਇੱਕ ਹੋਰ ਸਾਖੀ ਇਹ ਟਾਈਮ ਦੀ ਆਉਂਦੀ ਹੈ। ਇੱਕ 19 ਸਾਲ ਦਾ ਬੱਚਾ ਸੀਗਾ, ਤੇ ਜਦੋਂ ਉਹ ਰਸਤੇ ਵਿੱਚ ਆਉਂਦੇ ਸੀ ਨਾ ਸਿੱਖਾਂ ਨੂੰ ਚੱਕੀ ਜਾਂਦੇ ਸੀਗੇ। ਇਹ ਇੱਕ ਜਿਹੜਾ ਲੜਕਾ ਸੀ ਸਿੱਖਾਂ ਦਾ, ਇਹ 19 years old ਦਾ ਸੀਗਾ। ਵਿਚਾਰੇ ਨੂੰ ਨਾ ਰਸਤੇ ਵਿੱਚ ਇਹ ਜੰਜ ਲੈ ਕੇ ਆ ਰਿਹਾ ਸੀਗਾ, ਵਿਆਹ ਕੇ ਆ ਰਿਹਾ ਸੀ ਵਿਚਾਰਾ। ਇਹਦਾ ਵਿਆਹ ਹੋਇਆ, ਇਹਦੀ ਘਰਵਾਲੀ ਡੋਲੀ ਵਿੱਚ ਹੈ ਤੇ ਜੰਜ ਆ ਰਹੀ ਹੈ। ਉਹਨਾਂ ਨੇ ਦੇਖਿਆ ਕਿ ਮੁੰਡਾ ਸਿੱਖਾਂ ਦੇ ਕੱਪੜੇ ਪਾਏ ਹੋਏ ਨੇ, ਉਹਨਾਂ ਨੇ ਉਹਨੂੰ ਵੀ ਚੱਕ ਲਿਆ ਵਿਚਾਰੇ, ਚੱਕ ਕੇ ਲੈ ਗਏ। ਉਹ ਸਿੱਖਾਂ ਨਾਲ ਰਲਾਤਾ ਜਾ ਕੇ ਜਿੱਥੇ ਸ਼ਹੀਦ ਕਰਦੇ ਸੀਗੇ। ਸੋ ਉਹ ਜਿਹੜਾ ਕਤਲਗੜ੍ਹ ਉਹ ਥਾਂ ਨੂੰ ਕਹਿੰਦੇ ਕਤਲਗੜ੍ਹ। ਸੋ ਉੱਥੇ ਜਾ ਕੇ ਖੜਾ ਦਿੱਤਾ ਵਿਚਾਰੇ ਨੂੰ ਸਿੰਘਾਂ ਦੇ ਨਾਲ ਸ਼ਹੀਦ ਹੋਣ ਨੂੰ। ਇਹਦੀ ਮਾਂ ਨੂੰ ਪਤਾ ਲੱਗ ਗਿਆ। ਇਹਦੀ ਮਾਂ ਬਹੁਤ ਦੁਖੀ ਹੋਈ ਕਿਉਂਕਿ ਇਹ ਲੌਤਾ ਬੇਟਾ ਸੀ ਉਹਦਾ, ਓਨਲੀ 1 son। ਐਂਡ ਮਾਈ ਬੁੱਢੀ ਸੀਗੀ। ਉਹ ਕਹਿੰਦੀ ਵਿਚਾਰੇ ਦਾ ਹੁਣੇ ਵਿਆਹ ਹੋਇਆ, ਘਰ ਵੀ ਨਹੀਂ ਪਹੁੰਚਿਆ ਵਿਚਾਰਾ, ਰਸਤੇ ਵਿੱਚੋਂ ਫੜ ਕੇ ਲੈ ਗਏ। ਇਹਨੇ ਬਹੁਤ ਥਾਂ ਜਾ ਕੇ ਫਰਿਆਦਾਂ ਕੀਤੀਆਂ, ਰਿਕੁਐਸਟ ਕੀਤੀ, ਅਪੀਲ ਕੀਤੀ, ਬਹੁਤ ਕੁਛ ਕੀਤਾ, ਕੁਛ ਨਾ ਬਣਿਆ। ਅਖੀਰ ਕਰ ਦੀ ਮਾਂ ਨੇ ਕੀ ਕੀਤਾ, ਫਰਕਸ਼ੀਅਰ ਇੱਕ ਦਿਨ ਆਪਣੇ ਹਾਥੀ ਤੇ ਆ ਰਿਹਾ ਸੀਗਾ। ਇਹ ਮਾਂ ਜਾ ਕੇ ਮੂਹਰੇ ਲੰਮੀ ਪੈ ਗਈ। ਸੋ ਫਰਕਸ਼ੀਅਰ ਨੇ ਆਪਣਾ ਹਾਥੀ ਖੜਾ ਦਿੱਤਾ।
ਫਰਕਸ਼ਰ ਨੂੰ ਕਹਿੰਦੀ ਹੱਥ ਜੋੜ ਕੇ, ਕਹਿੰਦੀ ਮੇਰਾ ਬੇਟਾ ਜਿਹੜਾ ਹੈ ਨਾ ਤੁਸੀਂ ਗਲਤੀ ਨਾਲ ਚੁੱਕ ਲਿਆ, ਉਹ ਹਿੰਦੂ ਹੈ, ਉਹ ਸਿੱਖ ਨਹੀਂ। ਕਹਿੰਦੀ ਉਹਨੂੰ ਛੱਡ ਦਿਓ, ਉਹੀ ਤਾਂ ਮੇਰਾ ਆਸਰਾ, ਮੇਰਾ ਇੱਕੋ ਮੁੰਡਾ ਹੈ, ਉਹ ਸਿੱਖ ਨਹੀਂ ਹੈਗਾ। ਸੋ ਫਰਕਸ਼ਰ ਨੇ ਕੀ ਕੀਤਾ, ਆਪਣਾ ਬੰਦਾ ਭੇਜਿਆ, ਕਹਿੰਦਾ ਛੱਤੀ ਜਾ ਕਤਲਗੜ੍ਹ ਨੂੰ, ਕਿਤੇ ਮਾਰ ਨਾ ਦਿੱਤਾ ਹੋਵੇ, ਕਹਿੰਦਾ ਲਿਆਓ ਉਸਨੂੰ। ਉਹਨੂੰ ਬੱਚੇ ਨੂੰ ਲੈ ਕੇ ਆਏ। ਬੱਚਾ ਆਉਂਦਿਆਂ ਸਾਰ ਫਰਕਸ਼ਰ ਨੂੰ ਪੁੱਛਦਾ ਹੈ, ਕਹਿੰਦੇ ਇਹ ਬਾਦਸ਼ਾਹ ਕੀ ਗੱਲ ਹੈ? ਉਹ ਕਹਿੰਦਾ ਭਾਈ ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ, ਤੂੰ ਹਿੰਦੂ ਆ। ਉਹ ਕਹਿੰਦਾ ਨਹੀਂ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ। ਕਹਿੰਦਾ ਮੈਂ ਅੰਮ੍ਰਿਤ ਛਕਿਆ ਹੈ। ਕਹਿੰਦਾ ਮੈਂ ਅੰਮ੍ਰਿਤ ਛਕ ਕੇ ਸਿੱਖ ਬਣਿਆ, ਮੇਰਾ ਨਾਂ ਸਿੰਘ ਹੈ। ਕਹਿੰਦਾ ਮੈਂ ਤਾਂ ਸਿੱਖ ਹਾਂ। ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ ਮੈਨੂੰ ਬਚਾਉਣ ਵਾਸਤੇ। ਕਹਿੰਦਾ ਭਾਈ ਫਰਕਸ਼ਰ ਨੂੰ ਕਹਿੰਦਾ ਬਾਦਸ਼ਾਹ ਤੂੰ ਬਹੁਤਾ ਹੁਣ ਟਾਈਮ ਨਾ ਲਾ, ਮੈਨੂੰ ਵਾਪਸ ਭੇਜ, ਮੇਰੇ ਵੀਰ ਡੀਕਦੇ ਆ ਉੱਥੇ ਸ਼ਹੀਦ ਹੁਣ, ਮੈਂ ਉਹਨਾਂ ਦੀ ਲਾਈਨ 'ਚ ਖੜਾ ਸੀਗਾ, ਮੇਰੀ ਵਾਰੀ ਆਉਣ ਵਾਲੀ ਸੀਗੀ, ਕਿਤੇ ਮੈਂ ਮਿਸ ਨਾ ਹੋ ਜਾਵਾਂ, ਮੈਨੂੰ ਛੱਡਿਆ ਜਾ ਕੇ ਛੱਡੀ। ਸੋ ਇਹ ਗੱਲ ਕਹੀ, ਮਾਂ ਰੋਣ ਲੱਗ ਪਈ। ਮਾਂ ਕਹਿੰਦੀ ਨਹੀਂ ਨਹੀਂ ਬਾਦਸ਼ਾਹ, ਉਹਨੇ ਜਾ ਕੇ ਫਰਕਸ਼ਰ ਦੇ ਪੈਰ ਫੜ ਲਏ। ਸੋ ਰੋਂਦੀ ਹੋਈ ਤੇ ਫਰਕਸ਼ਰ ਨੂੰ ਤਰਸ ਆ ਗਿਆ। ਫਰਕਸ਼ਰ ਕਹਿੰਦਾ ਦੇਖ ਬੇਟਾ, ਮੈਨੂੰ ਪਤਾ ਜਿਹੜਾ ਹਾਂ ਤੂੰ ਕਹਿੰਦਾ ਤੂੰ ਸਿੱਖ ਆ ਨਾ, ਚਲੋ ਮੈਂ ਵੀ ਮੰਨ ਲਿਆ ਤੂੰ ਸਿੱਖ ਹਾਂ, ਤੂੰ ਕੋਈ ਨਹੀਂ, ਮੈਂ ਤੈਨੂੰ ਸਿੱਖ ਹੁੰਦਿਆਂ ਵੀ ਛੱਡਦਾ ਹਾਂ, ਤੂੰ ਸਿੱਖ ਹੋ ਕੇ ਜਿਉਂਦਾ ਰਹਿ ਜਾ, ਕੋਈ ਗੱਲ ਨਹੀਂ ਗੀ, ਮੈਨੂੰ ਤੇਰੀ ਮਾਂ ਤੇ ਬਹੁਤ ਤਰਸ ਆ ਰਿਹਾ, ਤੂੰ ਚਲੀ। ਬਿਕੋਜ਼ ਫਰਕਸ਼ਰ ਨੂੰ ਇਹ ਹੋ ਗਿਆ ਨਾ, ਮੇਰੇ ਪੈਰ ਕੋਈ ਫੜ ਰਿਹਾ ਹੈ, ਮੇਰੇ ਪੈਰਾਂ ਤੇ ਕੋਈ ਫਰਿਆਦ ਕਰ ਰਿਹਾ ਹੈ। ਉਹਨੂੰ ਬਹੁਤ ਮਾਣ ਹੋਇਆ। ਉਹ ਕਹਿੰਦਾ ਮੈਂ ਤੈਨੂੰ ਸਿੱਖ ਹੁੰਦਿਆਂ ਨਾਤੇ ਵੀ ਛੱਡਦਾ, ਜਾ ਤੂੰ ਜਾ ਕੇ ਜਿਉਂ, ਆਪਣੇ ਵਿਆਹ ਦਾ ਇੰਜੋਏ ਕਰ, ਜਾ ਕੇ ਤੂੰ ਜਾ ਕੇ ਆਪਣੇ ਘਰ ਜਾ। ਉਹ ਸਿੱਖ ਪਤਾ ਕੀ ਕਹਿੰਦਾ ਵਿਚਾਰਾ, ਉਹ ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਅੱਲਾਹ, ਕਹਿੰਦਾ ਖੁਦਾ ਤੇਰਾ ਭਲਾ, ਕਹਿੰਦਾ ਤੈਨੂੰ ਹੋਰ ਵੀ ਬਹੁਤ, ਤੈਨੂੰ ਰਾਜ ਦੇਵੇ, ਤੈਨੂੰ ਬਹੁਤ ਕੁਝ ਮਿਲੇ, ਪਰ ਇੰਨਾ ਮੇਰੇ ਤੇ ਜਿਹੜਾ ਅਹਿਸਾਨ ਕਰ ਦੇ, ਮੈਨੂੰ ਵਾਪਸ ਉੱਥੇ ਭੇਜ ਦੇ, ਮੈਂ ਸ਼ਹੀਦ ਹੋਣਾ, ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ, ਮੈਂ ਆਪਣੇ ਗੁਰੂ ਤੋਂ ਪਿੱਠ ਨਹੀਂ ਕਰਨਾ ਚਾਹੁੰਦਾ। ਕਹਿੰਦਾ ਮੈਂ ਕਲਗੀਧਰ ਪਾਤਸ਼ਾਹ ਵਾਸਤੇ ਸ਼ਹੀਦੀ ਪਾਉਣੀ ਉਹ ਪਾਉਣੀ ਆ, ਤੂੰ ਮੇਰੇ ਵਾਸਤੇ ਮਿਹਰਬਾਨੀ ਕਰ ਦੇ, ਪਲੀਜ਼ ਸੈਂਡ ਮੀ ਦੈਟ। ਕਹਿੰਦੇ ਫਰਕਸ਼ਰ ਦੇ ਅੱਖਾਂ ਵਿੱਚੋਂ ਨਾ ਅਥਰੂ ਆ ਗਏ, ਉਹ ਰੋਣ ਲੱਗ ਪਿਆ। ਉਹ ਦੇਖ ਕੇ ਉਸ ਜਿਹੜਾ ਬੱਚੇ ਦੀ, ਉਹ ਭੀਖ ਮੰਗ ਰਿਹਾ, ਕਹਿੰਦਾ ਮੈਨੂੰ ਭੇਜ, ਮੈਂ ਮਰਨਾ ਹੈ, ਮੈਂ ਸ਼ਹੀਦ ਹੋਣਾ। ਦੇਖੋ ਸਟੋਨ ਹਾਰਟਡ ਸੀਗਾ ਬੰਦਾ, ਕਿੰਨੀ ਸ਼ਹੀਦੀਆਂ, ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਉਹਨੇ ਸ਼ਹੀਦ ਕੀਤਾ, ਉਹੋ ਜਿਹਾ ਬੰਦਾ ਵੀ ਰੋ ਪਿਆ ਤੇ ਇਹ ਜਾ ਕੇ ਸ਼ਹੀਦ ਹੋ ਗਿਆ। ਦੇਖੋ ਇਹ ਹੈ ਸਿੱਖੀ, ਸਿੱਖੀ ਦਾ ਸਿਦਕ ਏਡਾ ਵੱਡਾ ਹੈ। ਨਾਓ ਆਸਕ ਯੋਰਸੈਲਫ ਵਨ ਕੁਐਸਚਨ ਨਾ, ਦੇਖੋ ਹੁਣ ਜਿਹੜਾ ਹਨ ਸਾਖੀ 2 ਤੇ 3 ਬਾਬਾ ਬੰਦਾ ਸਿੰਘ ਬਹਾਦਰ ਤੇ ਉਹ ਜਿਹੜਾ ਹਨ 19 ਸਾਲ ਦੇ ਸਿੱਖ ਬੱਚੇ ਦੀ ਕਹਾਣੀ ਤੁਸੀਂ ਸੁਣੀ ਆ। ਕਹਿੰਦੇ ਦੇਖੋ ਉਹਨਾਂ ਨੂੰ ਡੈਥ ਦਿੱਤੀ ਜਾਂ ਲਾਈਫ ਦਿੱਤੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਨਾ ਪੋਜੀਸ਼ਨ ਵਾਸਤੇ ਨਾ ਪੈਸਿਆਂ ਵਾਸਤੇ ਉਹ ਨਹੀਂ ਕਨਵਰਟ ਹੋਏ, ਨਥਿੰਗ, ਕਹਿੰਦੇ ਵੀ ਵਾਂਟ ਟੂ ਡਾਈ ਫॉर ਇਟ। ਫਿਰ ਦੇਖੋ ਕਹਿੰਦੇ ਉਹ ਜਿਹੜਾ ਹੈ ਆਪਣੀ ਸਿੱਖੀ ਵਾਸਤੇ ਕੁਰਬਾਨੀਆਂ ਦਿੰਦੇ ਨੇ, ਅੱਜ ਆਪਾਂ ਸਿੱਖੀ ਨੂੰ ਕੁਰਬਾਨ ਕਰ ਰਹੇ ਹਾਂ। ਉਹਨਾਂ ਨੇ ਸਿੱਖੀ ਵਾਸਤੇ ਕੁਰਬਾਨ ਹੋਏ, ਅੱਜ ਆਪਾਂ ਸਿੱਖੀ ਨੂੰ ਕੁਰਬਾਨ ਕਰ ਰਹੇ ਹਾਂ। ਸੋ ਫਿਰ ਜਿਹੜਾ ਹਨ ਦੇਖੋ ਉਹਨਾਂ ਨੇ ਆਪਣੇ ਜਿਹੜਾ ਬੱਚੇ, ਆਪਣੇ ਫਾਦਰ ਆਪਣੇ ਅੱਖਾਂ ਦੇ ਸਾਹਮਣੇ ਮਰਦੇ ਹੋਏ ਦੇਖਿਆ। ਦੇਖੋ 740 ਦੇ ਵਿੱਚ ਬੱਚੇ ਖੜੇ ਆ, ਉਹ ਬੇਟਾ ਖੜਾ ਬਾਪ ਨੂੰ ਵੱਢਿਆ ਜਾ ਰਿਹਾ ਹੈ, ਹਨਾ, ਬਾਪ ਦੇ ਅੱਖਾਂ ਦੇ ਸਾਹਮਣੇ ਉਹਦਾ ਬੇਟਾ ਵੱਢਿਆ ਜਾ ਰਿਹਾ ਹੈ, ਕਿਸੇ ਦਾ ਭਰਾ ਵੱਢਿਆ ਜਾ ਰਿਹਾ ਹੈ, ਇੰਨਾ ਕੁਝ ਅੱਖਾਂ ਦੇ ਸਾਹਮਣੇ ਖੜ ਕੇ ਦੇਖ ਕੇ ਵੀ ਫਿਰ ਵੀ ਸਿੱਖੀ ਨੂੰ ਨਹੀਂ ਛੱਡਿਆ। ਇਹਨੂੰ ਸਿਦਕ ਕਹਿੰਦੇ ਆ। ਦੇਖੋ ਅੱਜ ਕੱਲ ਕੀ ਹੁੰਦਾ ਹੈ, ਆਪਾਂ ਆਪਣੀਆਂ ਰਿਲੇਸ਼ਨਸ਼ਿਪ ਵਾਸਤੇ ਜੀ ਛੋਟੀਆਂ ਗੱਲਾਂ ਕਰਕੇ ਆਪਾਂ ਸਿੱਖੀ ਛੱਡ ਪੈਂਦੇ ਹਾਂ, ਆਪਾਂ ਸਿੱਖੀ ਨੂੰ ਤਿਆਗ ਦਿੰਦੇ ਹਾਂ। ਦੇਖੋ ਨਾ ਇਹ ਗੱਲਾਂ ਨੇ, ਮੈਨੂੰ ਇਹ ਗੱਲ ਜਿਹੜਾ ਹੈ ਬਹੁਤ ਹੋਇਆ, ਜਦੋਂ ਵੀ ਕੋਈ ਮਨਮਤ ਦੀ ਗੱਲ ਹੁੰਦੀ ਹੈ ਨਾ, 2 ਪਾਰਟੀਆਂ ਗੱਲ ਕਰਦੀਆਂ ਹੁੰਦੀਆਂ ਨਾ, ਚਾਹੇ ਦਸਮ ਗ੍ਰੰਥ ਦਾ ਇਸ਼ੂ ਹੋਇਆ ਜਾਂ ਬਾਣੀ ਦਾ ਇਸ਼ੂ ਹੋਇਆ, ਹਮੇਸ਼ਾ ਲੋਕ ਸਾਈਡ ਕਿਹਦੀ ਲੈਂਦੇ ਨੇ, ਇਹ ਮੇਰਾ ਰਿਸ਼ਤੇਦਾਰ ਆ ਜੀ, ਇਹ ਮੇਰਾ ਫਰੈਂਡ, ਆਈ ਹੈਵ ਟੂ ਬੀ ਔਨ ਦਿਸ ਸਾਈਡ, ਰਾਈਟ ਔਰ ਰੋਂਗ ਡਜ਼ਨਟ ਮੈਟਰ। ਆਪਣਾ ਤਾਂ ਇਹ ਸਟੈਂਡ ਆ, ਭਾਵੇਂ ਆਪਾਂ ਨੂੰ ਬੇਮੁਖ ਵੀ ਹੋਣਾ ਪਵੇ ਆਪਣੇ ਗੁਰੂ ਤੋਂ, ਵੀ ਡੋਂਟ ਕੇਅਰ, ਪਰ ਮੇਰੀ ਯਾਰੀ ਇੱਥੇ ਰਹਿਣੀ ਚਾਹੀਦੀ ਹੈ। ਜਸਟ ਇਮੇਜਿਨ ਵਨ ਥਿੰਗ ਆ, ਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਦੁਨੀਆ ਦੇ, ਤੁਸੀਂ ਜਿੰਨੇ ਮਰਜ਼ੀ ਮਿੱਤਰ ਬਣਾ ਲਓ, ਪਰ ਗੁਰੂ ਵਰਗਾ ਮਿੱਤਰ ਨਹੀਂ ਤੁਹਾਨੂੰ ਮਿਲਣਾ, ਉਹ ਭਾਵੇਂ ਇਕੱਲਾ ਹੀ ਕਿਉਂ ਨਾ ਹੋਵੇ। ਫਿਰ ਜਿਹੜਾ ਹੈ ਦੇਖੋ ਉਹਨਾਂ ਨੇ ਆਪਣੇ ਗੁਰੂ ਦੇ ਸਿੱਖੀ ਤੇ ਸਟੈਂਡ ਲਿਆ, ਪਰ ਅੱਜ ਆਪਾਂ ਲੋਕਾਂ ਨਾਲ ਰਲ ਕੇ ਆਪਾਂ ਗੁਰੂ ਦੀ ਨਿੰਦਿਆ ਕਰੀ ਜਾਂਦੇ ਹਾਂ, ਗੁਰੂ ਨਾਨਕ ਨੂੰ ਇੱਕ ਆਮ ਮਨੁੱਖ ਮੰਨ ਜਾਂਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬੁੱਕ ਕਹੀ ਜਾਂਦੇ ਹਾਂ। ਦੇਖੋ ਕੀ ਗੱਲ ਹੋ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਪ੍ਰਤੱਖ ਗੁਰੂ ਹੈ, ਇਟਰਨਲ ਗੁਰੂ ਹੈ, ਲਿਵਿੰਗ ਗੁਰੂ ਹੈ, ਉਹਨੂੰ ਇੱਕ ਬੁੱਕ ਕਹਿੰਦੇ ਆਪਾਂ। ਦੇਖੋ ਇੱਥੋਂ ਤੱਕ ਆਪਣੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਸੋ ਫਿਰ ਦੇਖੋ ਸਿੱਖੀ ਵਾਸਤੇ ਜਿਹੜਾ ਕੀ ਨਹੀਂ ਕੀਤਾ। ਹੁਣ ਲਾਸਟ ਜਿਹੜਾ ਹੈ, ਇੱਕ ਕਹਾਵਤ ਹੈ ਜੋ ਹਮੇਸ਼ਾ ਸੰਤ ਜਿਹੜੇ ਹਮ ਭਿੰਡਰਾਂ ਵਾਲੇ ਗਾਇਆ ਕਰਦੇ ਸਨ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਕਹਿੰਦੇ ਸਿਰ ਜਾਂਦਾ ਤਾਂ ਜਾਵੇ, ਜਿੱਥੇ ਜਾਂਦਾ ਜਾਵੇ, ਪਰ ਸਾਡਾ ਸਿੱਖੀ ਦਾ ਸਿਦਕ ਨਾ ਕਿਤੇ ਵੀ ਜਾਵੇ। ਇਹੀ ਅਰਦਾਸ ਕਰਨੀ ਹੈ, ਕਿਉਂਕਿ ਸੰਤ ਕਰਤਾਰ ਸਿੰਘ ਜੀ ਨਾ 1977 ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਪਹਿਲਾਂ ਹੋਏ ਨਾ, ਸੰਤ ਕਰਤਾਰ ਸਿੰਘ, ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ। ਸੋ ਫਿਰ ਕੀ ਹੋਇਆ, 3 ਅਗਸਤ 1977 ਨੂੰ ਉਹਨਾਂ ਦਾ ਐਕਸੀਡੈਂਟ ਹੋਇਆ, ਜੋ ਕਿ ਬੁੱਟੇ ਵਿੱਚ ਗੱਡੀ ਵੱਜੀ ਤੇ ਉਹਨਾਂ ਦਾ ਇਹ ਫੇਫੜੇ ਜਿਹੜੇ ਸੀ ਨਾ ਉਹ ਟੁੱਟ ਗਏ ਸੀਗੇ।
ਸੋ ਫੇਫੜੇ ਅੰਦਰ ਜਿਹੜਾ ਦਿਲ ਨੂੰ ਵੱਜ ਰਿਹਾ ਸੀਗਾ। ਡਾਕਟਰ ਨੇ ਇਹੋ ਗੱਲ ਕਹੀ, ਉਸ ਵੇਲੇ ਬਾਬਾ ਠਾਕੁਰ ਸਿੰਘ ਸੀਗੇ ਉੱਥੇ, ਉਹਨਾਂ ਨੂੰ ਕਿਹਾ ਵੀ ਸੰਤਾਂ ਨੂੰ ਕਹੋ ਵੀ ਇਹਦਾ ਆਪਰੇਸ਼ਨ ਕਰਨਾ ਪੈਣਾ ਹੈ, ਜਿਹੜੇ ਉਹ ਫੇਫੜੇ ਆ ਉਹਦੇ ਵਿੱਚੋਂ ਕੱਢ ਕੇ ਠੀਕ ਹੋ ਜਾਣਗੇ। ਪਰ ਕਹਿੰਦੇ ਉਹਦੇ ਵਾਸਤੇ ਇੱਥੇ ਰੋਮ ਹੁੰਦੇ ਨਾ, ਵੀ ਗਟ ਹੈ ਵਟਿਆ। ਸੋ ਕਹਿੰਦੇ ਇੱਥੇ ਰੋਮ ਆ ਉਹ ਕੱਟੇ ਜਾਣੇ ਆ, ਕਿਉਂਕਿ ਮਾਸ ਕੱਟਣਾ ਹੈ ਨਾ ਅੰਦਰੋਂ। ਸੋ ਕਹਿੰਦੇ ਉਹ ਰੋਮ ਕੱਟੇ ਜਾਣਗੇ, ਥੋੜਾ ਸ਼ੇਵ ਕਰਨਾ ਪਵੇਗਾ। ਤੇ ਜਾ ਕੇ ਬਾਬਾ ਠਾਕੁਰ ਸਿੰਘ ਨੇ, ਸੰਤ ਕਰਤਾਰ ਸਿੰਘ ਪਏ ਸਨ, ਉਹ ਬੋਲ ਨਹੀਂ ਸਕਦੇ ਸਨ ਉਸ ਵੇਲੇ, ਪਏ ਸਨ ਪਰ ਹੋਸ਼ ਸੀਗੀ। ਤੇ ਉਹਨਾਂ ਨੇ ਜਾ ਕੇ ਪੁੱਛਿਆ ਉਹਨਾਂ ਨੂੰ, ਕਹਿੰਦੇ ਕਿ ਸੰਤ ਜੀ ਤੇ ਇਹ ਡਾਕਟਰ ਇਸ ਤਰ੍ਹਾਂ ਕਹਿੰਦੇ ਨੇ। ਉਹਨਾਂ ਨੇ ਪਤਾ ਕੀ ਇਸ਼ਾਰਾ ਕੀਤਾ, ਕਹਿੰਦਾ ਆਏ ਮੇਰੇ ਰੋਮ ਨਾ ਕੱਟੇ, ਆਈ ਰੈਦਰ ਡਾਈ। ਕਹਿੰਦਾ ਮੇਰਾ ਇੱਕ ਵੀ ਰੋਮ ਨਹੀਂ ਕੱਟਿਆ ਜਾਣਾ ਚਾਹੀਦਾ, ਮੇਰਾ ਸਿਰ ਕੱਟ ਦਿਓ ਭਾਵੇਂ। ਫਿਰ ਸੰਤਾਂ ਨੇ ਕੁਝ ਕੁ ਦਿਨਾਂ ਬਾਅਦ, 13 ਦਿਨਾਂ ਬਾਅਦ ਉਹ ਆਪਣਾ ਸਰੀਰ ਛੱਡ ਗਏ ਸੀਗੇ। ਅੱਜ ਵੀ ਐਸੇ ਸਿੰਘ ਹਨ ਤੇ ਦੇਖੋ ਸੰਤਾਂ ਨੇ ਆਪਣਾ ਜਿਹੜਾ ਉਹ ਛੱਡ ਦਿੱਤਾ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਸਿਮਰਨ ਸੀਗਾ। ਦੇਖੋ ਵਾਟ ਇਜ਼ ਯੋਰ ਪ੍ਰਾਇੋਰਿਟੀ ਇਨ ਲਾਈਫ, ਜ਼ਰੂਰੀ ਚੀਜ਼ ਕੀ ਆਪਣੇ ਵਾਸਤੇ? ਸਿੱਖੀ ਹੈ, ਹੋਰ ਕੁਝ ਵੀ ਨਹੀਂ ਹੈ। ਨਥਿੰਗ ਇਜ਼ ਗੋਇੰ ਟੂ ਰਿਮੇਨ। ਦੇਖੋ ਇਹ ਸਿੱਖ ਧਨ ਨੇ, ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਸ਼ਹੀਦ ਹੋ ਗਏ। ਅੱਜ ਆਪਾਂ ਅਰਦਾਸ ਵਿੱਚ ਇਹਨਾਂ ਦੇ ਨਾਲ ਲੈਂਦੇ ਹਾਂ, ਆਪਾਂ ਇਹਨਾਂ ਨੂੰ ਯਾਦ ਕਰਦੇ ਹਾਂ। ਆਪਾਂ ਨੂੰ ਕਿਹਨੇ ਯਾਦ ਕਰਨਾ? ਜਿਹੜੇ ਆਪਾਂ ਸਿੱਖੀ ਨੂੰ ਛੱਡੀ ਬੈਠੇ, ਆਪਾਂ ਨੂੰ ਕਿਹਨੇ ਯਾਦ ਕਰਨਾ? ਕੌਣ ਯਾਦ ਕਰੇਗਾ? ਨਹੀਂ ਨਾ। ਜੇ ਸਿੱਖੀ ਸਿੱਧਕ ਰਹੇਗਾ ਤਾਂ ਤੁਸੀਂ ਵੀ ਰਹੋਗੇ, ਕਿਉਂਕਿ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ। ਗੁਰੂ ਨਾਨਕ ਨੇ ਕਿਹੜੇ ਕਿਤੇ ਚਲੇ ਜਾਣਾ, ਆਪਾਂ ਤਾਂ ਆਉਣਾ ਜਾਣਾ। ਸੋ ਇਸ ਕਰਕੇ ਸਿੱਧਕ ਜਿਹੜਾ ਹੈ ਨਾ, ਇਹ ਕਮਾਉਣਾ ਬਹੁਤ ਜ਼ਰੂਰੀ ਹੈ। ਸਿੱਧਕ ਵਰਗਾ ਕੋਈ ਵੀ ਜਿਹੜਾ ਗਿਫਟ ਤੁਹਾਨੂੰ ਨਹੀਂ ਮਿਲੇਗਾ, ਇਹਨੂੰ ਕਮਾਓ, ਭਰੋਸਾ ਰੱਖੋ ਗੁਰੂ ਤੇ। ਗਲਤੀਆਂ ਆਪਾਂ ਬਹੁਤ ਕਰਦੇ ਹਾਂ, ਡਸਨਟ ਮੈਟਰ। ਇਹਦੇ ਵਿੱਚ ਤੁਸੀਂ ਇਹਦੇ ਵਿੱਚ ਨਾ ਆਪਣਾ ਮਨ ਦਿਆ ਕਰੋ। ਚੜ੍ਹਦੀ ਕਲਾ ਇਸ ਕਰਕੇ ਹੁੰਦੀ ਹੈ, ਸਿੱਖ ਹਮੇਸ਼ਾ ਪੋਜ਼ਿਟਿਵ ਸੋਚਦਾ ਹੈ, ਸਿੱਖ ਹਮੇਸ਼ਾ ਅੱਗੇ ਦੇਖਦਾ ਹੈ, ਉਹ ਪਿੱਛੇ ਨਹੀਂ ਦੇਖਦਾ। ਇਹ ਨਾ ਸੋਚਿਆ ਕਰੋ ਵੀ ਤੋਂ ਇਹ ਗਲਤੀ ਹੋਏ, ਛੱਡੋ ਪਰਾ, ਕੋਈ ਗੱਲ ਨਹੀਂ। ਜੇ ਆਪਾਂ ਵੱਡੇ ਪਾਪੀ ਆ ਨਾ, ਪਾਪੀਆਂ ਨੂੰ ਬਖਸ਼ਣ ਵਾਲਾ ਵੱਡਾ ਗੁਰੂ ਵੀ ਬੈਠਾ ਹੈ। Why you worry? Guru is there to forgive you. You don't have to worry. ਸਿਰਫ ਸਿੱਖੀ ਨੂੰ ਕਮਾਓ, ਸਿੱਖੀ ਦੇ ਰਸਤੇ ਤੇ ਚੱਲੋ, ਆਪਣੇ ਆਪ ਨਾਲ ਸਿੰਸੀਅਰ ਫੇਥਫੁਲ ਹੋ ਕੇ ਸਿੱਖੀ ਨੂੰ ਕਮਾਓ। ਇਹਨਾਂ ਨੂੰ ਯਾਦ ਰੱਖੋ, ਸ਼ਹੀਦਾਂ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰਿਆ ਹੈ। ਸੋ ਦ ਨੈਕਸਟ ਟੌਪਿਕ ਜਿਹੜਾ ਐਪੀਸੋਡ 6 ਵਿਲ ਬੀ ਕਰਮ। ਸੋ ਉਹਦੇ ਨਾਲ ਫਿਰ ਆਪਾਂ ਜਿਹੜਾ ਅਗਲੇ ਹਫਤੇ ਕਰਾਂਗੇ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।